ਜੀ ਸਤਿ ਸ੍ਰੀ ਅਕਾਲ ਜੀ ਦੋਸਤੋ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਕੈਨੇਡਾ ਜਾਣ ਦਾ ਸੁਪਨਾ ਜਿਹੜਾ ਹੈ ਅੱਜ ਹਰ ਇਨਸਾਨ ਪਾਲ ਕੇ ਬੈਠਾ, ਔਰ ਕੈਨੇਡਾ ਦੀ ਧਰਤੀ ਦਾ ਸੁਪਨਾ ਲਵੇ ਵੀ ਕਿਉਂ ਨਾ, ਕਿਉਂਕਿ ਕੈਨੇਡਾ ਦੀ ਧਰਤੀ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਦੀ ਹੈ। ਕੈਨੇਡਾ ਦੀ ਧਰਤੀ ਤੁਹਾਨੂੰ ਹਰ ਉਹ ਸਹੂਲਤ ਦਿੰਦੀ ਹੈ ਜਿਹੜੀ ਸਹੂਲਤ ਤੁਸੀਂ ਲੈਣਾ ਚਾਹੁੰਦੇ ਹੋ ਜਾਂ ਜਿਹੜੀ ਸਹੂਲਤ ਦੇ ਤੁਸੀਂ ਸੁਪਨੇ ਲੈਂਦੇ ਹੋ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਤੁਹਾਡੇ ਇਹਨਾਂ ਸੁਪਨਿਆਂ ਨੂੰ ਪੂਰਾ ਕਰੇ ਕੌਣ। ਸਭ ਤੋਂ ਵੱਡਾ ਸਵਾਲ ਹੈ ਕਿ ਤੁਹਾਡੇ ਇਸ ਸੁਪਨਿਆਂ ਨੂੰ ਪੂਰਾ ਕਰੇ ਕੌਣ, ਲੇਕਿਨ ਉਹ ਵੀ ਸਹੀ ਤਰੀਕੇ ਨਾਲ, ਕਿਉਂਕਿ ਗਲਤ ਤਰੀਕੇ ਦੇ ਨਾਲ ਕੈਨੇਡਾ ਨਾ ਤੁਸੀਂ ਜਾ ਸਕਦੇ ਹੋ, ਨਾ ਤੁਹਾਨੂੰ ਕੋਈ ਭੇਜ ਸਕਦਾ। ਹਾਂ, ਤੁਸੀਂ ਆਪਣਾ ਲੱਖਾਂ ਰੁਪਈਆ ਬਰਬਾਦ ਤਾਂ ਕਰ ਸਕਦੇ ਹੋ, ਪਰ ਜੇ ਤੁਸੀਂ ਸਹੀ ਤਰੀਕੇ ਦੇ ਨਾਲ, ਕਾਨੂੰਨੀ ਸਲਾਹ ਦੇ ਨਾਲ, ਕਾਨੂੰਨੀ ਤਰੀਕੇ ਦੇ ਨਾਲ, ਤੇ ਜੋ ਕੈਨੇਡਾ ਦੇ ਗੌਰਮੈਂਟ ਦੀ, ਉੱਥੋਂ ਦੀ ਸਰਕਾਰ ਦੀ ਜੋ ਪਾਲਿਸੀਆਂ ਨੇ, ਅਗਰ ਤੁਸੀਂ ਉਹਨਾਂ ਨੂੰ ਅਡਾਪਟ ਕਰਦੇ ਹੋ ਤਾਂ ਤੁਸੀਂ ਨਿਰਸੰਕੋਚ ਜਿਹੜਾ ਹੈ ਕੈਨੇਡਾ ਦੀ ਧਰਤੀ 'ਤੇ ਪੈਰ ਰੱਖ ਸਕਦੇ ਹੋ, ਉੱਥੇ ਕੰਮ ਵੀ ਕਰ ਸਕਦੇ ਹੋ, ਔਰ ਆਪਣੀ ਜ਼ਿੰਦਗੀ ਭਰ ਦੀਆਂ ਖੁਸ਼ੀਆਂ ਨੂੰ ਉੱਥੇ ਬਟੋਰ ਵੀ ਸਕਦੇ ਹੋ। ਉਹ ਸਿਆਣੇ ਕਹਿੰਦੇ ਨੇ ਤੁਸੀਂ ਡਾਲਰ ਵੀ ਤੋੜ ਸਕਦੇ ਹੋ ਜੇ ਤੁਸੀਂ ਹੱਡ ਭੰਨਵੀਂ ਮਿਹਨਤ ਕਰਦੇ ਹੋ। ਇੱਕ ਵਾਰੀ ਫੇਰ ਸਾਡੇ ਨਾਲ ਗਲੋਬਲ ਵਿਲੇਜ ਇਮੀਗ੍ਰੇਸ਼ਨ ਸੋਲਿਊਸ਼ਨਸ ਲਿਮਟਿਡ ਜਿਹੜੇ ਕੰਪਨੀ ਦੇ ਡਾਇਰੈਕਟਰ ਨੇ, ਉਹ ਸਾਡੇ ਨਾਲ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਸੋਢੀ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਸ਼ੋਅ ਦੇ ਵਿੱਚ। BBC ਟੋਰਾਂਟੋ ਦੇ ਸਾਰੇ ਲਿਸਨਰਸ ਨੂੰ, ਵਿਊਅਰਸ ਨੂੰ ਹਰਮਨਜੋਤ ਸੋਢੀ ਵੱਲੋਂ ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ ਜੀ। ਜੀ ਸਤਿ ਸ੍ਰੀ ਅਕਾਲ ਜੀ। ਅੱਛਾ, ਜਿਹੜਾ ਇੱਕ ਪਾਇਲਟ ਪ੍ਰੋਜੈਕਟ ਨੈਨੀ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ ਜਿਹੜਾ ਪ੍ਰੋਜੈਕਟ ਆਇਆ ਹੈ, ਸੋਢੀ ਸਾਹਿਬ ਥੋੜੀ ਆਵਾਜ਼ ਆਪਣੀ ਉੱਚੀ ਰੱਖੋ ਤਾਂ ਜੋ ਦਰਸ਼ਕਾਂ ਤੱਕ ਤੁਹਾਡੀ ਜਿਹੜੀ ਆਵਾਜ਼ ਆ ਬੜੀ ਸਾਫ਼-ਸਾਫ਼ ਕਲੀਅਰ ਕਰੀ ਪਹੁੰਚੇ। 200 TV ਸੈੱਟ ਨੂੰ ਹੁਣ ਟਿਊਨ ਕਰਕੇ ਰੱਖੋ, ਔਰ TV ਸੈੱਟ ਬਿਲਕੁਲ ਚੇਂਜ ਨਾ ਕਰਿਓ, ਕਿਉਂਕਿ ਤੁਹਾਡੇ ਨਾਲ ਅਸੀਂ ਇਮੀਗ੍ਰੇਸ਼ਨ ਨਾਲ ਰਿਲੇਟਡ ਤੁਸੀਂ ਕੈਨੇਡਾ ਕਿਵੇਂ ਸੈਟਲ ਹੋ ਸਕਦੇ ਹੋ, ਨੈਨੀ ਦੇ ਤਰੀਕੇ ਦੇ ਨਾਲ, ਨੈਨੀ ਬੇਸ 'ਤੇ ਤੁਸੀਂ ਕਿਵੇਂ ਜਾ ਸਕਦੇ ਹੋ, ਕੀ ਕੁਆਲੀਫਿਕੇਸ਼ਨ ਹੈ, ਕਿਵੇਂ ਕਿਵੇਂ ਤੁਸੀਂ ਜਾ ਸਕਦੇ ਹੋ, ਤੁਹਾਡੇ ਨਾਲ ਤੁਹਾਡਾ ਹਸਬੈਂਡ, ਤੁਹਾਡੇ ਪਰਿਵਾਰਕ ਮੈਂਬਰ, ਤੁਹਾਡੇ ਬੱਚੇ ਜਾ ਸਕਦੇ ਜਾਂ ਨਹੀਂ ਜਾ ਸਕਦੇ, ਇਹਨਾਂ ਸਾਰੀ ਕਿਊਰੀਜ਼ ਦੀਆਂ ਆਪਾਂ ਗੱਲਬਾਤ ਕਰਾਂਗੇ ਸੋਢੀ ਸਾਹਿਬ ਨਾਲ। ਸੋਢੀ ਸਾਹਿਬ, ਸਭ ਤੋਂ ਪਹਿਲਾਂ ਜਿਹੜਾ ਪ੍ਰੋਜੈਕਟ ਹੈ, ਪਾਇਲਟ ਪ੍ਰੋਜੈਕਟ ਹੈ ਨੈਨੀ ਦਾ ਜਿਹੜਾ ਦੁਬਾਰੇ ਸ਼ੁਰੂ ਹੋਇਆ, ਇਹ ਬੇਸਿਕਲੀ ਹੈ ਕੀ? ਬਿਲਕੁਲ, ਜਿਹੜਾ ਨੈਨੀ ਪ੍ਰੋਗਰਾਮ ਹੈਗਾ, ਇਹਦਾ ਨੈਨੀ ਨੂੰ ਅਸੀਂ ਕਹਿੰਦੇ ਹਾਂ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ। ਇਹਦੇ ਥੱਲੇ ਜਿਹਦੇ ਇੰਪਲੋਇਰਸ ਦੇ ਘਰ ਜਿਹੜੇ ਛੋਟੇ ਬੱਚੇ ਹਨ, ਜਾਂ ਕੋਈ ਵੂਮਨ ਪ੍ਰੈਗਨੈਂਟ ਹੈ, ਜੇ ਬੱਚਾ ਨਹੀਂ ਪੈਦਾ ਹੋਇਆ, ਪਰ ਜੇ 18 ਸਾਲ ਤੱਕ ਦੇ ਬੱਚਿਆਂ ਦੀ ਉਮਰ ਹੋਏ, ਉਹਨਾਂ ਨੂੰ ਸਾਂਭਣ ਵਾਸਤੇ ਆਲ ਓਵਰ ਦਾ ਵਰਲਡ ਤੋਂ ਜਿਹੜੀਆਂ ਨੈਨੀਜ਼ ਹਨ ਜਾਂ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਜਿਹੜੀਆਂ ਇੰਪਲੋਈਜ਼ ਹਨ, ਚਾਹੇ ਮੇਲ ਹੋ ਚਾਹੇ ਫੀਮੇਲ ਹੋਏ, ਉਹ ਕੈਨੇਡਾ ਜਾ ਸਕਦੇ। ਇਹ ਪ੍ਰੋਗਰਾਮ 18 ਜੂਨ 2019 ਨੂੰ ਸ਼ੁਰੂ ਹੋਇਆ ਸੀ, ਅਤੇ ਇਹਦਾ ਸੀਟਸ ਦਾ ਕੋਟਾ ਹੈਗਾ ਕਿ ਹਰ ਸਾਲ 2750 ਸੀਟਾਂ 1 ਜਨਵਰੀ ਹਰ ਸਾਲ 1 ਜਨਵਰੀ ਨੂੰ ਸ਼ੁਰੂ ਹੁੰਦੀਆਂ ਜੀ। ਸੋ ਜਿਹੜਾ ਇਹ ਕੋਟਾ ਹੈਗਾ 2020 ਦੇ ਵਿੱਚ ਇਹ 2 ਨਵੰਬਰ 2020 ਨੂੰ ਖਤਮ ਹੋ ਗਿਆ, 2750 ਸੀਟਾਂ ਪੂਰੀਆਂ ਹੋ ਗਈਆਂ। 2021 ਦੇ ਵਿੱਚ ਇਹ ਕੋਟਾ 30 ਅਪ੍ਰੈਲ 2021 ਨੂੰ ਖਤਮ ਹੋ ਗਿਆ। ਹੁਣ ਇਹ ਕੋਟਾ ਨਵੇਂ 2750 ਸੀਟਾਂ ਦੇ ਨਾਲ 1 ਜਨਵਰੀ 2022 ਨੂੰ ਸ਼ੁਰੂ ਹੋਏਗਾ। ਸੋ ਇਹਦੇ ਵਿੱਚ ਇਹ ਕਿ ਆਪਣੇ ਕੋਲ ਬਹੁਤ ਹੀ ਥੋੜ੍ਹੇ ਦਿਨ ਰਹਿ ਗਏ ਹੁਣ ਅੱਗੇ। ਜਿਹੜੇ ਲੋਕਾਂ ਨੇ ਜਾਂ ਜਿਹੜੇ ਲੋਕ ਇਹਦੇ ਚਾਹਵਾਨ ਹੈ, ਉਹ ਮੇਰੇ ਨਾਲ ਕਮਿਊਨੀਕੇਟ ਕਰ ਸਕਦੇ। ਮੈਂ ਉਹਨੂੰ ਦੱਸ ਸਕਦਾ ਆਪਾਂ ਨੂੰ ਕਿਹੜੀ ਡਾਕੂਮੈਂਟੇਸ਼ਨ ਚਾਹੀਦੀ ਹੋਏਗੀ ਆਪਣਾ ਕੇਸ ਲਗਾਉਣ ਵਾਸਤੇ 1 ਜਨਵਰੀ 2022 ਨੂੰ ਜੀ। ਅੱਛਾ, ਇਹਦੀ ਵਾਸਤੇ ਜਿਹੜੀ ਕੁਆਲੀਫਿਕੇਸ਼ਨ ਹੈ ਨੈਨੀ ਬੇਸ 'ਤੇ ਬਾਹਰ ਜਾਣ ਦੀ, ਇਸ ਪਾਇਲਟ ਪ੍ਰੋਜੈਕਟ ਦੇ ਵਿੱਚ ਸਭ ਤੋਂ ਪਹਿਲੀ ਗੱਲ, ਜਦੋਂ ਆਪਾਂ ਪ੍ਰਵੇਸ਼ ਕਰਦੇ ਹਾਂ, ਸਭ ਤੋਂ ਪਹਿਲਾਂ ਜਦੋਂ ਅਪਲਾਈ ਕਰਦੇ ਹਾਂ, ਸਭ ਤੋਂ ਪਹਿਲਾ ਵੱਡਾ ਸਵਾਲ ਇਹ ਆਉਂਦਾ ਹੈ ਕਿ ਜਿਹੜਾ ਬੰਦਾ ਜਾਣਾ ਚਾਹੁੰਦਾ ਉਹਦੀ ਕੁਆਲੀਫਿਕੇਸ਼ਨ ਉਹ 10ਵੀਂ ਹੋਵੇ, 12ਵੀਂ ਹੋਵੇ, ਜਾਂ ਕੋਈ ਕੋਰਸ ਕੀਤਾ ਹੋਵੇ ਨੈਨੀ ਦਾ, ਜਾਂ ਕੋਈ ਡਿਪਲੋਮਾ ਡਿਗਰੀ ਹੋਵੇ, ਕੀ ਉਹਦੀ ਕੁਆਲੀਫਿਕੇਸ਼ਨ ਕੀ ਹੈ ਬੇਸਿਕਲੀ? ਇਹ ਜਿਹੜਾ ਨੈਨੀ ਪ੍ਰੋਗਰਾਮ ਦੇ ਥੱਲੇ ਨੈਨੀ ਦੇ 2 ਪ੍ਰੋਗਰਾਮ ਹੈ ਜੀ, ਨੈਨੀ ਐਂਡ ਕੇਅਰ ਗਿਵਰ। ਨੈਨੀ ਨੂੰ ਅਸੀਂ ਕਹਿੰਦੇ ਹਾਂ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ, ਜਿਹੜੇ ਬਜ਼ੁਰਗਾਂ ਨੂੰ ਸਾਂਭਣ ਵਾਲਾ ਉਹਨੂੰ ਕਹਿੰਦੇ ਹੋਮ ਸਪੋਰਟ ਵਰਕਰ ਜੀ। ਸੋ ਜਿਹੜਾ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ ਹੈ, ਜਾਂ ਦੋਨੋਂ ਜਿਹੜੇ ਇਹ ਪ੍ਰੋਗਰਾਮ ਹੈਗੇ, ਇਹਦੇ ਵਿੱਚ ਮਿਨੀਮਮ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ 12+1 ਸਾਲ ਹੋਰ। 1 ਸਾਲ ਚਾਹੇ ਕੋਈ ਟ੍ਰੇਡ ਡਿਪਲੋਮਾ ਹੋਏ, ਕੋਈ ਵੈਰੀਫਾਈਬਲ ਤੁਹਾਡੇ ਕੋਲ ਐਜੂਕੇਸ਼ਨ ਹੋਏ, ਬੈਚਲਰਸ ਹੋਏ, ਮਾਸਟਰਸ ਹੋਏ, PhD ਹੋਏ, ਜਿਹੜੀ ਮਰਜ਼ੀ ਐਜੂਕੇਸ਼ਨ ਤੁਹਾਡੇ ਕੋਲ ਹੋਏ, ਅਤੇ ਤੁਸੀਂ ਇਸ ਪ੍ਰੋਗਰਾਮ ਦੇ ਥੱਲੇ ਕੁਆਲੀਫਾਈ ਕਰ ਜਾਂਦੇ ਹੋ। ਇਹ ਤਾਂ ਹੋਈ ਐਜੂਕੇਸ਼ਨ ਜੀ। ਦੂਜਾ, ਉਹਦੇ ਕੋਲ ਇੰਗਲਿਸ਼ ਦਾ ਪ੍ਰੋਫੀਸ਼ੀਐਂਸੀ ਹੋਏ, ਜਿਹਦੇ ਵਿੱਚ ਸਾਨੂੰ IELTS ਦੇ ਵਿੱਚ CLB-5 ਕਹਿੰਦੇ ਆ। CLB-5 ਦਾ ਮਤਲਬ ਹੈਗਾ ਰੀਡਿੰਗ ਵਿੱਚ ਤੁਹਾਡੇ 4 ਹੋਣ, ਲਿਸਨਿੰਗ, ਰਾਈਟਿੰਗ ਅਤੇ ਸਪੀਕਿੰਗ ਵਿੱਚ 5 ਬੈਂਡ ਹੋਣੇ ਜ਼ਰੂਰੀ। ਜਾਂ ਸੈਲਫ ਇੱਕ ਹੋਰ ਟੈਸਟ ਹੈਗਾ, ਉਹਦੇ ਵਿੱਚ ਸਾਡੇ ਸਾਰੇ ਮੋਡਲਸ ਵਿੱਚੋਂ 5-5 ਨੰਬਰ ਹੋਣੇ ਜ਼ਰੂਰੀ ਹਨ। ਇਹ 2 ਗੱਲਾਂ ਇਹ ਹੋ ਗਈਆਂ। ਤੀਜੀ ਗੱਲ ਹੈਗੀ ਕਿ ਤੁਹਾਡੇ ਕੋਲ ਜਿਹੜੀ ਐਜੂਕੇਸ਼ਨ ਹੈ, ਤੁਸੀਂ 6 ਮਹੀਨੇ ਦਾ ਨੈਨੀ ਕੋਰਸ ਕੀਤਾ ਹੋਏ। ਜੇ ਨੈਨੀ ਕੋਰਸ ਨਹੀਂ ਕੀਤਾ, ਤੁਹਾਡੇ ਕੋਲ ਘੱਟੋ ਘੱਟ 1 ਸਾਲ ਦਾ ਬੱਚੇ ਦਾ ਬਜ਼ੁਰਗਾਂ ਨੂੰ ਸਾਂਭਣ ਦਾ
ਐਕਸਪੀਰੀਅੰਸ ਹੋਏ ਔਰ ਜਿਹੜੇ ਤੁਹਾਡੀ ਡਾਕੂਮੈਂਟੇਸ਼ਨ ਹੈ ਉਹਦੀ ਇਵੈਲੂਏਸ਼ਨ ਹੋਏ। ਵੱਖ-ਵੱਖ ਬਾਡੀਜ਼ ਹਨ ਜਿਵੇਂ ਕਿ ਵਰਲਡ ਐਜੂਕੇਸ਼ਨ ਸਰਵਿਸਿਜ਼ ਜਾਂ ਵੈਸਟ ਦੇ ਨਾਮ ਨਾਲ ਮਸ਼ਹੂਰ ਹੈਗਾ, ਉਹ ਇੱਕ ਬਾਡੀ ਹੈ ਜਿਹਦੇ ਥੱਲੇ ਤੁਹਾਡੀ ਜਿਹੜੀ ਡਾਕੂਮੈਂਟੇਸ਼ਨ ਹੈਗੀ ਇਹ ਪਤਾ ਲਗਾਉਣ ਵਾਸਤੇ ਕਿ ਤੁਸੀਂ 13 ਜਮਾਤਾਂ ਘੱਟੋ ਘੱਟ ਪਾਸ ਹੋ। ਜੇ ਤੁਸੀਂ 12 ਜਮਾਤਾਂ ਪਾਸ ਹੋ ਔਰ ਤੁਸੀਂ ਇਹ ਪ੍ਰੋਗਰਾਮ ਨੈਨੀ ਦਾ ਪੜ੍ਹੀ ਜਾਂਦੇ ਹੋ ਕਿਤੋਂ ਵੀ, ਤੇ ਤੁਸੀਂ ਕੁਆਲੀਫਾਈ ਨਹੀਂ ਕਰੋਗੇ ਕਿਉਂਕਿ ਤੁਹਾਡਾ ਜਿਹੜਾ 1 ਸਾਲ ਦਾ ਲੋਕਲ ਕੋਰਸ ਕੀਤਾ ਗਿਆ ਹੈਗਾ ਉਹ ਕੁਆਲੀਫਾਈ ਨਹੀਂ ਹੁੰਦਾ। ਹਾਂ, ਜਿਹੜੇ ਲੋਕਾਂ ਨੇ 12ਵੀਂ ਪਾਸ ਕੀਤੀ ਹੋਈ ਹੈ ਔਰ ਜੇ ਉਹ ਇੱਥੇ ਜਿਵੇਂ 6 ਮਹੀਨੇ ਦਾ ਕੋਰਸ ਕਰਨ ਤਾਂ ਉਹ ਕੁਆਲੀਫਾਈ ਨਹੀਂ ਕਰਦੇ। ਪਰ ਮੇਰੇ ਕੋਲ ਕੈਨੇਡਾ ਦੇ ਵਿੱਚ ਇੱਕ ਕਾਲਜ ਹੈਗਾ ਜਿਹਦੇ ਵਿੱਚ ਤੁਸੀਂ 10 ਮਹੀਨੇ ਦਾ ਟ੍ਰੇਨਿੰਗ ਲੈਣੀ ਹੈ ਤੇ ਸਰਟੀਫਿਕੇਟ ਕੈਨੇਡੀਅਨ ਕਾਲਜ ਹੀ ਤੁਹਾਨੂੰ ਸਰਟੀਫਿਕੇਟ ਦਿੰਦਾ ਜਿਹੜਾ ਕਿ PSW ਤੇ ਚਾਈਲਡ ਕੇਅਰ ਡਿਪਲੋਮਾ ਦੇ ਨਾਲ ਜਾਣਿਆ ਜਾਂਦਾ ਹੈ। ਤੁਸੀਂ ਇੰਡੀਆ 'ਚ ਹੀ ਬੈਠ ਕੇ ਉਹ ਪ੍ਰੋਗਰਾਮ ਪੜ੍ਹ ਸਕਦੇ ਹੋ ਜੇ ਤੁਸੀਂ 12ਵੀਂ ਪਾਸ ਹੋ, ਤੇ ਉਹ ਪ੍ਰੋਗਰਾਮ ਦੇ ਬਾਅਦ ਉਹਦੀ ਡਾਕੂਮੈਂਟੇਸ਼ਨ ਦੀ ਇਵੈਲੂਏਸ਼ਨ ਵੀ ਨਹੀਂ ਹੁੰਦੀ ਕਿਉਂਕਿ ਉਹ ਜਿਹੜਾ ਡਾਕੂਮੈਂਟ ਹੈਗਾ ਉਹ ਜਿਹੜਾ ਪੋਸਟ ਸੈਕੰਡਰੀ ਪ੍ਰੋਗਰਾਮ ਹੈਗਾ ਉਹ ਕੈਨੇਡੀਅਨ ਕਾਲਜ ਤੋਂ ਇਸ਼ੂ ਹੁੰਦਾ ਤਾਂ ਉਹਦੀ ਇਵੈਲੂਏਸ਼ਨ ਕਰਾਉਣ ਦੀ ਲੋੜ ਨਹੀਂ ਪੈਂਦੀ ਜੀ। ਉਹਦੀ ਜਿਹੜੀ ਕੈਨੇਡਾ ਦਾ ਜਿਹੜਾ 1 ਸਾਲ ਦਾ ਕੋਰਸ ਹੈ ਇਹਦੀ ਫੀਸ ਕਿੰਨੀ ਕੁ ਹੋ ਜਾਂਦੀ ਹੈ ਤਕਰੀਬਨ ਜੇ ਲਗਭਗ ਕਿਸੇ ਨੇ ਕਰਨਾ ਹੋਵੇ? ਅਪਰੋਕਸੀਮੇਟਲੀ $12,000 ਸਾਲ ਦੀ ਫੀਸ ਹੈ। $4,000 ਤੁਹਾਨੂੰ ਪਹਿਲਾਂ ਦੇਣੇ ਹੁੰਦੇ ਹੈ, ਬਾਕੀ ਜਿਹੜੇ $8,000 ਬਚ ਗਏ ਉਹ ਤੁਸੀਂ $800 ਦੀਆਂ ਆਸਾਨ ਕਿਸ਼ਤਾਂ 10 ਮਹੀਨੇ 'ਚ ਦੇਣੀਆਂ ਹੁੰਦੀਆਂ। ਉਹ ਤੁਹਾਡੇ ਦੇ ਉੱਤੇ, ਤੁਸੀਂ ਸਾਰੀ ਇਕੱਠੀਆਂ ਦੇ ਦਿਓ। ਕਈ ਵਾਰ ਕੀ ਹੁੰਦਾ ਕਿ ਸਟੂਡੈਂਟ ਤੋਂ ਪੜ੍ਹਾਈ ਨਹੀਂ ਹੁੰਦੀ ਜਾਂ ਉਹ ਸੋਚਦਾ ਕਿ ਮੈਂ ਨਹੀਂ ਪੜ੍ਹ ਸਕਦਾ, ਤੇ ਜਿੰਨੇ ਪੈਸੇ ਦਿੱਤੇ ਗਏ ਉਹ ਦਿੱਤੇ ਗਏ, ਉਸ ਤੋਂ ਬਾਅਦ ਤੁਹਾਨੂੰ ਦੇਣ ਦੀ ਕੋਈ ਲੋੜ ਨਹੀਂ ਜੀ। ਅੱਛਾ, ਇੱਕ ਹੋਰ ਵੀ ਸਭ ਤੋਂ ਵੱਡੀ ਇੱਕ ਹੋਰ ਵੀ ਗੱਲ ਹੈਗੀ ਹੈ ਵੀ ਚਲੋ ਇਹ ਤਾਂ ਕੁਆਲੀਫਿਕੇਸ਼ਨ ਦੀ ਗੱਲ ਹੋ ਗਈ, ਚਲੋ ਬੰਦੇ ਨੇ ਮੁੰਡੇ ਨੇ ਜਾਂ ਕੁੜੀ ਨੇ ਕਿ ਮੁੰਡੇ ਵੀ ਅਪਲਾਈ ਕਰ ਸਕਦੇ ਤੇ ਸਿਰਫ ਕੁੜੀਆਂ ਵਾਸਤੇ ਪ੍ਰੋਗਰਾਮ ਨਹੀਂ? ਦੇਖੋ, ਆਪਾਂ ਜੇ ਕਿਸੇ ਹਸਪੀਟਲ 'ਚ ਜਾਂਦੇ ਹਾਂ ਸਾਨੂੰ ਮੇਲ ਨਰਸਿਸ ਵੀ ਨਜ਼ਰ ਆਉਂਦੀਆਂ ਤੇ ਫੀਮੇਲ ਤਾਂ ਹੁੰਦੀਆਂ ਤਾਂ ਆਪਾਂ ਇਹ ਕਹੀਏ ਕਿ ਜੇ 100 ਦੇ ਵਿੱਚੋਂ 80 ਲੋਕ ਫੀਮੇਲ ਹੈ ਤੇ 20 ਸਾਨੂੰ ਮੇਲ ਨਰਸਿਸ ਵੀ ਨਜ਼ਰ ਆਉਂਦੀਆਂ। ਸੋ ਇਹ ਜਿਹੜਾ ਪ੍ਰੋਗਰਾਮ ਹੈ ਦੋਨੋਂ ਜੈਂਡਰਸ ਵਾਸਤੇ ਇਕੁਅਲੀ ਗੁੱਡ ਹੈ ਔਰ ਇਹਦੇ ਵਿੱਚ ਦੋਨੋਂ ਤਰ੍ਹਾਂ ਦੇ ਮੇਲ ਐਂਡ ਫੀਮੇਲ ਦੋਨੋਂ ਤਰ੍ਹਾਂ ਕੈਨੇਡਾ ਵਿੱਚ ਪਹੁੰਚੇ ਹੋਏ ਹਨ ਜੀ। ਅੱਛਾ, ਤੁਹਾਡੀ ਸਾਹਿਬ ਇੱਕ ਹੋਰ ਮੇਰਾ ਸਵਾਲ ਹੈ, ਮੇਰਾ ਨਹੀਂ ਹੈ, ਇਹ ਦਰਸ਼ਕਾਂ ਦਾ ਸਵਾਲ ਹੈ ਜਿਹੜੇ ਪ੍ਰੋਗਰਾਮ ਇਸ ਸਮੇਂ TV ਚੈਨਲ ਤੇ ਵੇਖ ਰਹੇ ਨੇ। ਉਹ ਕਹਿੰਦੇ ਵੀ ਜੇ ਸਪੋਜ਼ ਕਰੋ ਕੁੜੀ ਪਹਿਲਾਂ ਜਾਂਦੀ ਹੈ ਜਾਂ ਮੁੰਡਾ ਪਹਿਲਾਂ ਜਾਂਦਾ, ਜੇ ਮੰਨ ਲਓ ਸਪੋਜ਼ ਕੋਈ ਕੁੜੀ ਪਹਿਲਾਂ ਜਾਂਦੀ ਹੈ ਤਾਂ ਕੀ ਉਹਦੇ ਨਾਲ ਜਿਹੜੀ ਬਾਕੀ ਫੈਮਿਲੀ ਮੈਂਬਰ ਹੈ ਜਾਂ ਬੱਚੇ ਨੇ ਉਹਦੇ ਇੱਥੇ ਇੰਡੀਆ 'ਚ ਰਹਿੰਦੇ ਨੇ ਜਾਂ ਉਹਦਾ ਘਰ ਵਾਲਾ ਹੈ ਕੀ ਉਹ ਵੀ ਨਾਲ ਜਾ ਸਕਦੇ ਨੇ ਕਿ ਉਹ ਬਿਲਕੁਲ ਨਹੀਂ ਜਾ ਸਕਦੇ? ਦੇਖੋ, ਜਿਹੜਾ ਇਹ ਪ੍ਰੋਗਰਾਮ 18 ਜੂਨ 2019 ਨੂੰ ਲਾਂਚ ਹੋਇਆ, ਇਸ ਪ੍ਰੋਗਰਾਮ ਦੇ ਥੱਲੇ ਮੀਆਂ ਬੀਵੀ ਬੱਚੇ ਸਮੇਤ ਇੱਕੋ ਵਾਰ ਸਾਰਿਆਂ ਦੀ ਵਰਕ ਪਰਮਿਟ ਤੇ PR ਦੀ ਫਾਈਲ ਇੱਕੋ ਵਾਰ ਹੀ ਲੱਗਦੀ ਹੈ। ਅੱਛਾ। ਔਰ ਇਹ ਚੰਗੇ ਟਾਈਮ 'ਚ ਇਹ ਕਿਹਾ ਗਿਆ ਸੀਗਾ ਕਿ 1 ਸਾਲ ਦੇ ਬਾਅਦ ਸਾਰੀ ਫੈਮਿਲੀ ਨੂੰ ਵਰਕ ਪਰਮਿਟ ਮਿਲੇਗਾ। ਉਹ ਵਰਕ ਪਰਮਿਟ 'ਤੇ ਕੈਨੇਡਾ ਪਹੁੰਚੇਗੀ। ਉਹ ਵਰਕ ਪਰਮਿਟ ਉਹਨੂੰ ਮਿਲੇਗਾ 36 ਮਹੀਨਿਆਂ ਦਾ ਜੀ। 2 ਸਾਲ ਉਹਨੇ ਕੰਮ ਕਰਨੇ ਹੋਣਗੇ ਔਰ ਉਹਨੂੰ 2 ਸਾਲ ਕੰਮ ਕਰਨ ਤੋਂ ਬਾਅਦ ਆਪਣੇ ਪੇ ਸਟੱਬਸ ਗਵਰਨਮੈਂਟ ਨੂੰ ਦੇ ਕੇ ਆਪਣੀ ਪਰਮਾਨੈਂਟ ਰੈਜ਼ੀਡੈਂਸੀ ਹਾਸਲ ਕਰਨੀ ਪਏਗੀ ਜਾਂ ਉਹਨੂੰ ਉਸ ਤਰ੍ਹਾਂ ਪਰਮਾਨੈਂਟ ਰੈਜ਼ੀਡੈਂਸੀ ਮਿਲੇਗੀ। ਪਰ ਹੋਇਆ ਕੀ ਹੈ ਕਿ 18 ਜੂਨ 2019 ਨੂੰ ਜਦੋਂ ਇਹ ਪ੍ਰੋਗਰਾਮ ਲਾਂਚ ਹੋਇਆ, ਕਰਦੇ ਕਰਾਂਦੇ ਅਕਤੂਬਰ ਤੋਂ ਫਾਈਲਾਂ ਲੱਗਣੀਆਂ ਸ਼ੁਰੂ ਹੋਈਆਂ। ਅਕਤੂਬਰ 2019 ਵਿੱਚ ਲੱਗਣੀਆਂ ਸ਼ੁਰੂ ਹੋਈਆਂ। ਫਿਰ ਤੁਹਾਨੂੰ ਪਤਾ ਕਿ ਮਾਰਚ 2020 'ਚ ਪੈਂਡੇਮਿਕ ਆ ਗਿਆ, ਕੋਵਿਡ ਆ ਗਿਆ, ਉਹਦੇ ਕਰਕੇ ਥੋੜ੍ਹੀ ਜਿਹੜੀ ਪ੍ਰੋਸੈਸਿੰਗ ਆ ਉਹ ਥੋੜ੍ਹੀ ਸਲੋ ਹੋ ਗਈ। ਔਰ ਇਹਦੇ ਵਿੱਚ ਵੈਸੇ ਤਾਂ ਅਜੇ ਤੱਕ ਕਿਸੇ ਦਾ ਵੀਜ਼ਾ ਆਇਆ ਨਹੀਂ ਹੈ। ਇਸ ਪ੍ਰੋਗਰਾਮ 'ਚ 2.5-3 ਸਾਲ ਹੋਣ ਨੂੰ ਆਏ ਹੈ, ਪਰ ਗਵਰਨਮੈਂਟ ਨੇ ਟਾਈਮ ਟੂ ਟਾਈਮ ਇਹ ਗੱਲ ਕਹੀ ਹੈ ਕਿ ਜਿਨ੍ਹਾਂ ਲੋਕਾਂ ਨੇ 2020 'ਚ ਫਾਈਲਾਂ ਲਾਈਆਂ ਉਹਨਾਂ ਨੂੰ ਕਿਹਾ ਕਿ ਅਸੀਂ ਡਾਇਰੈਕਟ ਤੁਹਾਨੂੰ ਇਮੀਗ੍ਰੇਸ਼ਨ ਦੇਵਾਂਗੇ। ਜਿਨ੍ਹਾਂ ਕੋਲ ਟੈਂਪਰੇਰੀ ਫਾਈਲ ਨੰਬਰਸ ਆਏ ਹੈ ਤਾਂ ਉਹਨਾਂ ਨੂੰ ਇਹ ਡਾਇਰੈਕਟ ਇਮੀਗ੍ਰੇਸ਼ਨ ਦੇਣਗੇ। ਉਹਦੀ ਵਰਕ ਪਰਮਿਟ ਜਿਹੜਾ 2 ਸਾਲ ਦਾ ਵਰਕ ਪਰਮਿਟ ਉਹ ਵੀ ਨਹੀਂ ਹੋਏਗਾ। ਬਸ ਇਹ ਹੈ ਕਿ ਜਦੋਂ ਟੈਂਪਰੇਰੀ ਫਾਈਲਸ ਨੂੰ ਚੁੱਕਣਗੇ ਉਹਨੂੰ ਦੇਖਣਗੇ ਕਿ ਕੰਪਲੀਟ ਹੈਗੀ ਫਾਈਲ ਕਿ ਨਹੀਂ। ਕੰਪਲੀਟ ਤੋਂ ਮੇਰਾ ਮਤਲਬ ਹੈਗਾ ਕਿ ਕੀ ਐਪਲੀਕੇਸ਼ਨ ਫਾਰਮਸ ਪੂਰੇ ਪ੍ਰੋਪਰ ਲੱਗੇ हैं, ਕੀ ਫੀਸ ਪੂਰੀ ਪ੍ਰੋਪਰ ਹੈ, ਐਜੂਕੇਸ਼ਨ ਡਾਕੂਮੈਂट्स ठीक ठाक हैं, सारे डॉक्यूमेंट्स साइन हुए हैं, जी एप्लीकेशन प्रॉपर साइन हुई है। जे कंप्लीट होएगी एप्लीकेशन, उसी एप्लीकेशन ਨੂੰ डायरैक्ट वीज़ा मिलेगा, परमानेंट रेजिडेंसी मिलेगी। ये सिर्फ 2020 ਦੀਆਂ ਐਪਲੀਕੇਸ਼ਨਸ ਹੈ। ਜਿਹੜੇ 2019 ਹੈਗੀਆਂ ਐਪਲੀਕੇਸ਼ਨ, ਮੇਰੇ ਕੋਲ ਵੀ ਕਈ ਐਪਲੀਕੇਸ਼ਨ ਲੱਗੀਆਂ, ਉਹਦੇ ਵਿੱਚ ਹੁਣ ਕਮਿਊਨੀਕੇਸ਼ਨ ਸ਼ੁਰੂ ਕਰ ਦਿੱਤੀ ਹੈ ਗਵਰਨਮੈਂਟ ਨੇ। ਉਹਨਾਂ ਨੇ ਕੋਈ ਡਾਕੂਮੈਂਟੇਸ਼ਨ ਹੋਰ ਮੰਗ ਲਿੱਤੀ ਹੈ ਇਹ ਦੇਖਣ ਵਾਸਤੇ ਜਿਨ੍ਹਾਂ ਨੇ ਬਜ਼ੁਰਗਾਂ ਦੇ ਵਾਸਤੇ ਲਗਾਇਆ ਸੀ ਕਿ ਬਜ਼ੁਰਗ ਅਜੇ ਵੀ ਜ਼ਿੰਦਾ ਹਨ ਜਾਂ ਕਈ ਵਾਰੀ ਜੇ ਨਹੀਂ ਵੀ ਬਜ਼ੁਰਗ ਰਹੇ ਤੇ ਉਹਦੇ ਵਾਸਤੇ ਉਹਨਾਂ ਦੀ ਜਿਹੜੀ ਫਾਈਲ ਹੈਗੀ, ਫਾਈਲਿੰਗ ਜਿਹੜੀ ਹੈ ਦੁਬਾਰਾ ਤੋਂ ਆਪਾਂ ਜਿਹੜਾ ਇੰਪਲੋਇਰ ਹੈਗਾ ਉਹ ਬਦਲ ਕੇ ਅਜੇ ਵੀ ਫਾਈਲ ਉਹਨਾਂ ਦੀ ਕਿਊ ਦੇ ਵਿੱਚ ਹੀ ਹੈ, ਉਹਦੇ ਵਾਸਤੇ ਠੀਕ ਠਾਕ ਉਹ ਚੱਲ ਰਿਹਾ। ਤੇ ਜਿਨ੍ਹਾਂ ਨੇ 2021 ਦੇ ਵਿੱਚ ਅਪਲਾਈ ਕੀਤਾ ਉਹਨਾਂ ਦੀ ਵੀ ਪ੍ਰੋਸੈਸਿੰਗ ਹੋ ਰਹੀ ਹੈ। ਆਸ ਹੈਗੀ ਕਿ ਹੋਰ 7-8 ਮਹੀਨੇ ਤੱਕ ਰਿਜ਼ਲਟ ਆਉਣੇ ਸ਼ੁਰੂ ਹੋ ਜਾਣਗੇ। ਪ੍ਰੋਸੈਸਿੰਗ ਚੱਲ ਰਹੀ ਹੈ, ਸਲੋਲੀ ਚੱਲ ਰਹੀ ਹੈ ਪਰ ਚੱਲ ਰਹੀ ਹੈ। ਜੀ ਬਿਲਕੁਲ ਜੀ, ਹਾਂ ਸੋਢੀ ਸਾਹਿਬ ਨਾਲ ਸਾਡੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ। ਤੇ ਦੋਸਤੋ ਅਸੀਂ ਫ਼ੋਨ ਨੰਬਰ ਇਹਨਾਂ ਦਾ ਅਸੀਂ ਫਲੈਸ਼ ਕੀਤਾ ਹੋਇਆ ਹੈ
ਗਲੋਬਲ ਵਿਲੇਜ ਵਾਲਿਆਂ ਦਾ, ਜਿਨ੍ਹਾਂ ਦਾ ਮੋਹਾਲੀ ਦੇ ਵਿੱਚ 6 ਫੇਸ ਦੇ ਵਿੱਚ ਵੀ ਦਫ਼ਤਰ ਹੈ। ਔਰ ਜਿਹੜੇ ਕੈਨੇਡਾ ਵਾਲੇ ਨੇ ਉਹ ਟੋਰਾਂਟੋ ਦੇ ਨੰਬਰ ਤੇ ਵੀ ਸੰਪਰਕ ਕਰ ਸਕਦੇ ਨੇ। ਉਸੇ ਨੰਬਰ ਤੇ WhatsApp ਚੱਲਦਾ ਹੈ, ਔਰ ਤੁਸੀਂ WhatsApp ਕਾਲ ਕਰਨੀ ਹੈ WhatsApp ਕਾਲ ਵੀ ਕਰ ਸਕਦੇ ਹੋ। ਦੂਸਰੀ ਰੈਂਡਮ ਕਾਲ ਕਰਨੀ ਹੈ, ਰੈਂਡਮ ਕਾਲ ਕਰਕੇ ਵੀ ਪੂਰੀ ਜਾਣਕਾਰੀ ਤੁਸੀਂ ਹਾਸਲ ਕਰ ਸਕਦੇ ਹੋ। ਜੇ ਤੁਸੀਂ ਆਪਣੇ ਮੁੰਡੇ ਨੂੰ ਜਾਂ ਕਿਸੇ ਕੁੜੀ ਨੂੰ ਨੈਣੀ ਬੇਸ 'ਤੇ ਜਿਹੜਾ ਕਿ ਪਾਇਲਟ ਪ੍ਰੋਜੈਕਟ ਹੁਣ ਸ਼ੁਰੂ ਹੋਣ ਜਾ ਰਿਹਾ, ਔਰ ਕੁਝ ਕੁ ਦਿਨ ਜਿਹਨੂੰ ਕਹਿ ਸਕਦੇ ਹਾਂ ਆਪਾਂ ਬਾਕੀ ਨੇ, ਵੀ ਜੇ ਤੁਸੀਂ ਹੁਣ ਨਾ ਗਏ ਤਾਂ ਸ਼ਾਇਦ ਤੁਸੀਂ ਕਦੇ ਵੀ ਨਹੀਂ ਜਾ ਸਕਦੇ। ਸੋ ਇਸ ਕਰਕੇ ਇੱਕ ਵਾਰੀ ਜ਼ਰੂਰ ਸਲਾਹ ਮਸ਼ਵਰਾ ਜ਼ਰੂਰ ਕਰੋ। ਤੁਸੀਂ ਜਿੰਨੀ ਮਰਜ਼ੀ ਜਾਣਕਾਰੀ ਹਾਸਲ ਇਹਨਾਂ ਦੇ ਦਫ਼ਤਰ ਦੇ ਵਿੱਚ ਤੁਸੀਂ ਕਰ ਸਕਦੇ ਹੋ ਫ਼ੋਨ 'ਤੇ। ਇਹਨਾਂ ਦੇ ਫ਼ੋਨ ਨੰਬਰ ਅਸੀਂ ਰੈਗੂਲਰ TV ਸਕਰੀਨ 'ਤੇ ਫਲੈਸ਼ ਜਿਹੜੇ ਹੋਏ ਨੇ ਉਹ ਕੀਤੇ ਹੋਏ ਨੇ। ਅੱਛਾ, ਇੱਕ ਹੋਰ ਵੀ ਸਭ ਤੋਂ ਵੱਡੀ ਇੱਕ ਗੱਲ ਹੈਗੀ ਹੈ, ਜਦੋਂ ਨੈਣੀ ਬੇਸ 'ਤੇ ਬੰਦਾ ਜਾਂਦਾ ਹੈ ਜਾਂ ਉੱਥੇ ਜੋਬ ਕਰਦਾ ਹੈ, ਉਸ ਤੋਂ ਬਾਅਦ ਜੋਬ ਤੋਂ ਬਾਅਦ ਤੁਸੀਂ ਗੱਲ ਕਰ ਰਹੇ ਸੀ ਵੀ ਉਹ ਕਿਤੇ ਹੋਰ ਵੀ ਜੋਬ ਕਰ ਸਕਦੇ, ਇਹੀ ਗੱਲ ਕਰ ਰਹੇ ਸੀ ਨਾ ਤੁਸੀਂ? ਨਹੀਂ, ਮੈਂ ਇਹ ਨਹੀਂ ਕਹਿ ਰਿਹਾ ਸੀ ਕਿ ਮੈਂ ਇਹ ਗੱਲ ਕਹਿ ਰਿਹਾ ਸੀ ਕਿ ਜਦੋਂ ਉਹ ਕਿਸੇ ਦੇ ਘਰ ਜਾ ਕੇ ਉਹਨੇ ਨੌਕਰੀ ਕਰਨੀ ਸ਼ੁਰੂ ਕੀਤੀ, ਆਪਣੇ ਉਹਦੇ ਬੱਚੇ ਸਾਂਭ ਰਹੇ ਜਾਂ ਬਜ਼ੁਰਗ ਸਾਂਭ ਰਹੇ ਹੈ, ਜੇ ਲੱਗਦਾ ਕਿ ਜੇ ਤੁਹਾਨੂੰ ਸਿਰਫ 40 ਘੰਟੇ ਕੰਮ ਕਰਨਾ ਹੈ, ਤੁਹਾਨੂੰ ਲੱਗਦਾ ਕਿ ਉਹ 40 ਦੀ ਬਜਾਏ 50 ਘੰਟੇ ਕੰਮ ਕਰਾ ਰਿਹਾ ਅਤੇ ਪੇਮੈਂਟ ਤੁਹਾਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਿਹਾ, ਤੁਸੀਂ ਆਪਣਾ ਇੰਪਲੋਇਰ ਬਦਲ ਵੀ ਸਕਦੇ ਹੋ। ਓਕੇ, ਉਹ ਰਿਸਟ੍ਰਿਕਟਿਡ ਓਪਨ ਵਰਕ ਪਰਮਿਟ ਮਿਲਦਾ ਹੈ, ਜਿਹੜੀ ਕਿ ਪ੍ਰਿੰਸੀਪਲ ਐਪਲੀਕੈਂਟ ਹੈ, ਜਿਹਨੇ ਕਿ ਨਰਸਿੰਗ, ਜਿਹਨੇ ਕਿ ਬੱਚੇ ਜਾਂ ਬਜ਼ੁਰਗ ਸਾਹਮਣੇ ਹੈ, ਉਹਨੂੰ ਇਹ ਪ੍ਰਿੰਸੀਪਲ ਐਪਲੀਕੈਂਟ ਅਸੀਂ ਕਹਿ ਰਹੇ ਹਾਂ ਕਿ ਉਹ ਆਪਣਾ ਜਿਹੜੀ ਜੋਬ ਹੈ ਉਹ ਬਦਲ ਵੀ ਸਕਦੀ ਹੈ, ਜੇ ਉਹਨੂੰ ਲੱਗੇ ਵੀ ਉਹਨੂੰ ਮਿਸਯੂਜ਼ ਹੋ ਰਿਹਾ ਜਾਂ ਉਹ ਜ਼ਿਆਦਾ ਕੰਮ ਲਿਆ ਜਾ ਰਿਹਾ, ਪੇਮੈਂਟ ਉਹਨੂੰ ਘੱਟ ਕੀਤੀ ਜਾ ਰਹੀ ਹੈ। ਅਤੇ ਉਹਦੇ ਨਾਲ ਜਿਹੜਾ ਉਹਦਾ ਨਾਲ ਉਹਦੇ ਸਪਾਊਸ ਗਿਆ ਹੁੰਦਾ ਹੈ, ਉਹਨੂੰ ਮਿਲਦਾ ਓਪਨ ਵਰਕ ਪਰਮਿਟ, ਅਤੇ ਉਹ ਜਿੱਥੇ ਮਰਜ਼ੀ ਕੰਮ ਕਰ ਸਕਦਾ। ਜਿਹੜੇ ਬੱਚੇ ਹੈਗੇ ਉਹਨਾਂ ਦੀ ਵੱਖ-ਵੱਖ ਉਮਰ ਦੇ ਹਿਸਾਬ ਦੇ ਨਾਲ ਉਹਨਾਂ ਨੂੰ, ਕਿਸੇ ਨੂੰ ਸਟੱਡੀ ਪਰਮਿਟ ਮਿਲਦਾ, ਕਿਸੇ ਨੂੰ ਕਿਹੜਾ ਵਿਜ਼ਟਰ 'ਤੇ ਜਾ ਰਿਹਾ, ਕਿਸੇ ਬੱਚੇ ਨੂੰ ਵੀ ਓਪਨ ਵਰਕ ਪਰਮਿਟ ਮਿਲ ਸਕਦਾ ਜੀ। ਅੱਛਾ, ਕਿੰਨਾ ਸਮਾਂ ਕਿੰਨਾ ਲੱਗਦਾ ਜੇ ਸਪੋਜ਼ ਕਰੋ ਤੁਹਾਡੀ ਕੰਪਨੀ ਦੇ ਥਰੂ ਕੋਈ ਬੰਦਾ ਅਪਲਾਈ ਕਰਦਾ ਨੈਣੀ ਬੇਸ 'ਤੇ ਕੈਨੇਡਾ ਜਾਣ ਲਈ, ਤਾਂ ਇਹਦਾ ਸਮਾਂ ਕਿੰਨਾ ਹੈ, ਪੀਰੀਅਡ ਕਿੰਨਾ ਲੱਗਦਾ? ਦੇਖੋ, ਵੈਸੇ ਤਾਂ ਮਤਲਬ ਮੇਰੇ ਥਰੂ ਜਾਏ ਜਾਂ ਕਿਸੇ ਉਹਦੇ ਹੋਰ ਥਰੂ ਵੀ ਜਾਏ, ਉਹਦੇ 'ਚ ਇਸ ਤਰ੍ਹਾਂ ਹੈ ਕਿ ਜੋ ਟਾਈਮ ਲੱਗਣਾ ਉਹ ਤਾਂ ਲੱਗਣਾ ਹੈ। ਗਵਰਨਮੈਂਟ ਪਹਿਲਾਂ ਕਹਿੰਦੀ ਸੀ ਕਿ ਵੀ 1 ਸਾਲ ਦੇ ਵਿੱਚ ਨਿਪਟਾਰਾ ਹੋ ਜਾਏਗਾ, ਕਿਉਂ ਪੈਂਡੇਮਿਕ ਆਉਣ ਦੇ ਕਰਕੇ ਪਿਛਲੇ 3 ਸਾਲ ਤੋਂ ਜਾਂ 2.5-3 ਸਾਲ ਤੋਂ ਕਿਸੇ ਦਾ ਵੀ ਵੀਜ਼ਾ ਵਰਕ ਪਰਮਿਟ ਅਜੇ ਨਹੀਂ ਲੱਗਿਆ। ਪਰ ਇਹ ਪ੍ਰੋਗਰਾਮ ਹੀ ਇੰਨਾ ਚੰਗਾ ਹੈ ਕਿ ਸਿਰਫ 5 ਬੈਂਡ ਆਲਰਸ ਦੇ ਵਿੱਚ ਜਿਹੜੀ ਤੁਹਾਡੀ ਐਜੂਕੇਸ਼ਨ ਹੈ ਸਾਰਾ 12+1, ਅਤੇ ਜਿਹੜਾ ਤੁਹਾਡੀ ਐਕਸਪੀਰੀਅੰਸ ਹੈ ਤੁਹਾਡੇ ਕੋਲ ਜੇ ਹੋਏ ਚੰਗੀ ਗੱਲ ਹੈ, ਸਾਲ ਦਾ ਹੋਏ ਤਾਂ ਬਹੁਤ ਹੀ ਚੰਗਾ ਹੈ। 6 ਮਹੀਨੇ ਦੀ ਤੁਹਾਡੀ ਐਜੂਕੇਸ਼ਨ ਲੈ ਕੇ ਤੁਸੀਂ ਕੈਨੇਡਾ ਵਿੱਚ ਨੈਣੀ ਬੇਸ 'ਤੇ ਜਾ ਕੇ ਜਾਂ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ ਜਾਂ ਹੋਮ ਸਪੋਰਟ ਵਰਕਰ ਦੇ ਥੱਲੇ ਜਾ ਕੇ 2 ਸਾਲ ਉੱਥੇ ਕੰਮ ਕਰਕੇ ਆਪਣੀ ਪਰਮਾਨੈਂਟ ਰੈਜ਼ੀਡੈਂਸੀ ਬੜੀ ਆਸਾਨੀ ਨਾਲ ਲੈ ਸਕਦੇ ਹੋ। ਜੀ ਬਿਲਕੁਲ ਜੀ, ਬਿਲਕੁਲ। ਦੇਖੋ, ਤੁਹਾਡੀਆਂ ਸਾਰੀਆਂ ਗੱਲਾਂ ਆਸਾਨ ਅਸੀਂ ਕਰਤੀਆਂ, ਸਾਰੀ ਜਾਣਕਾਰੀ ਤੁਹਾਨੂੰ ਦੇਤੀ, ਲੇਕਿਨ ਬਹੁਤ ਸਾਰੀਆਂ ਜਾਣਕਾਰੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਜਿਹੜੀਆਂ ਫ਼ੋਨ 'ਤੇ ਤੁਸੀਂ ਲੈ ਸਕਦੇ ਹੋ। ਅਗਰ ਤੁਹਾਡੇ ਮਨ ਦੇ ਵਿੱਚ ਕੋਈ ਪ੍ਰਸ਼ਨ ਹੈ, ਤੁਹਾਡੇ ਮਨ ਦੇ ਵਿੱਚ ਕੋਈ ਵੀ ਸ਼ੰਕਾ ਹੈਗੀ ਹੈ, ਤਾਂ ਤੁਸੀਂ ਸੋਢੀ ਸਾਹਿਬ ਨਾਲ ਫ਼ੋਨ 'ਤੇ ਰਾਬਤਾ ਕਾਇਮ ਕਰ ਸਕਦੇ ਹੋ। ਜੇ ਤੁਸੀਂ ਪੰਜਾਬ 'ਚ ਬੈਠੇ ਹੋ ਤਾਂ ਪੰਜਾਬ ਦੇ ਨੰਬਰ ਵੀ ਫਲੈਸ਼ ਕੀਤੇ ਹੋਏ ਨੇ। ਫੇਸ 6 ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਦਫ਼ਤਰ ਹੈ, ਔਰ ਪੰਜਾਬ ਸਰਕਾਰ ਤੋਂ ਬਕਾਇਦਾ ਤੌਰ 'ਤੇ ਮਾਨਤਾ ਪ੍ਰਾਪਤ ਇਹਨਾਂ ਦੀ ਏਜੰਸੀ ਹੈ, ਕੋਈ ਡਰ ਖਤਰੇ ਵਾਲੀ ਗੱਲ ਨਹੀਂ ਹੈਗੀ। ਸੋ ਇਸੇ ਕਰਕੇ ਤੁਸੀਂ ਸਹੀ ਨੰਬਰ 'ਤੇ ਸਹੀ ਟਾਈਮ 'ਤੇ ਇਹਨਾਂ ਨਾਲ ਸੰਪਰਕ ਕਰੋ, ਔਰ ਕੋਸ਼ਿਸ਼ ਕਰੋ ਕਿ 1 ਨੰਬਰ ਦੇ ਵਿੱਚ ਕੈਨੇਡਾ ਜਾਣ ਦੀ ਕੋਸ਼ਿਸ਼ ਕਰੋ। 2 ਨੰਬਰ ਦੇ ਸੁਪਨੇ ਨਾ ਲਿਆ ਕਰੋ, ਕਿਉਂਕਿ 2 ਨੰਬਰ ਦੇ ਵਿੱਚ ਸਿਰਫ ਤੁਸੀਂ ਜੇਲ੍ਹ ਜਾ ਸਕਦੇ ਹੋ, ਕੈਨੇਡਾ ਨਹੀਂ ਜਾ ਸਕਦੇ। ਅੱਜ ਤੁਸੀਂ ਇਸ ਪ੍ਰੋਜੈਕਟ ਬਾਰੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ? ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਲੋਕ ਵਿਜ਼ਟਰ ਵੀਜ਼ਾ ਦੇ ਉੱਤੇ ਕੈਨੇਡਾ ਆਏ ਹੋਏ ਹਨ, ਜਾਂ ਜਿਨ੍ਹਾਂ ਨੇ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਜਾਂ ਹੋਮ ਸਪੋਰਟ ਵਰਕਰ ਦੇ ਵਿੱਚ ਇੰਡੀਆ ਬੈਠ ਕੇ ਆਪਣੀਆਂ ਫਾਈਲਾਂ ਲਾਈਆਂ, ਕਿਉਂਕਿ ਥੋੜ੍ਹੀ ਜਿਹੀ ਫਰਸਟ੍ਰੇਸ਼ਨ ਤਾਂ ਜ਼ਰੂਰ ਹੈ, ਕਿਉਂਕਿ ਜਦੋਂ ਇਹ ਪ੍ਰੋਗਰਾਮ ਸ਼ੁਰੂ ਹੋਇਆ ਸੀ ਇਹ ਕਿਹਾ ਗਿਆ ਸੀ 1 ਸਾਲ ਦੇ ਵਿੱਚ ਨਿਪਟਾਰਾ ਹੋਏਗਾ। ਜਿਵੇਂ ਮੈਂ ਬਾਰ-ਬਾਰ ਦੱਸ ਰਿਹਾ ਕਿ ਪੈਂਡੇਮਿਕ ਕਰਕੇ ਸਾਰੇ ਕੁਝ ਡਿਲੇ ਹੋ ਗਿਆ, ਵੀਜ਼ਾ ਅਫਸਰ ਵੀ ਪੂਰੇ ਫੁੱਲ ਫਲੈਜ ਨਹੀਂ ਆ ਕੇ ਉਹਨਾਂ ਨੇ ਐਪਲੀਕੇਸ਼ਨਸ ਦੇਖੀਆਂ, ਸਾਰੇ ਪ੍ਰੋਗਰਾਮ ਦੇ ਉੱਤੇ ਅਸਰ ਪਿਆ। ਸੋ ਜੇ ਤੁਹਾਡੇ ਕੋਲ ਵਿਜ਼ਟਰ ਵੀਜ਼ਾ ਫੜਿਆ ਹੋਇਆ, ਚਾਹੇ ਤੁਸੀਂ ਇੰਡੀਆ ਵਿੱਚ ਵੀ ਰਹਿ ਰਹੇ ਹੋ, ਤੁਹਾਡੇ ਕੋਲ ਵਿਜ਼ਟਰ ਵੀਜ਼ਾ ਹੈ ਕੈਨੇਡਾ ਪਹੁੰਚਣ ਦਾ, ਜੇ ਤੁਸੀਂ ਥੋੜ੍ਹੇ ਸਮੇਂ ਵਿੱਚ ਕੈਨੇਡਾ ਪਹੁੰਚ ਜਾਂਦੇ ਹੋ, ਅਤੇ ਇੱਕ ਪ੍ਰੋਗਰਾਮ ਦੇ ਥੱਲੇ ਮੈਂ ਤੁਹਾਨੂੰ ਜਿਹੜਾ ਤੁਹਾਡਾ ਵਰਕ ਪਰਮਿਟ ਹੈ ਨੈਨੀ ਦਾ ਜਾਂ ਹੋਮ ਚਾਈਲਡ ਕੇਅਰ ਪ੍ਰੋਵਾਈਡਰ, ਹੋਮ ਸਪੋਰਟ ਵਰਕਰ, ਇਹਦੇ ਅਧੀਨ ਤੁਹਾਨੂੰ ਮੈਂ ਬਹੁਤ ਹੀ ਥੋੜ੍ਹੇ ਸਮੇਂ ਦੇ ਵਿੱਚ ਵਰਕ ਪਰਮਿਟ ਕੈਨੇਡਾ ਪਹੁੰਚਣ ਦੇ ਬਾਅਦ ਲੈ ਕੇ ਦੇ ਸਕਦਾ, ਤਾਂ ਕਿ ਤੁਹਾਨੂੰ ਇੰਡੀਆ 'ਚ ਬੈਠ ਕੇ ਜਾਂ ਹੋਰ ਦੇਸ਼ਾਂ 'ਚ ਬੈਠ ਕੇ ਇੰਤਜ਼ਾਰ ਕਰਨ ਦੀ ਲੋੜ ਨਹੀਂ ਕਿ ਕਦੋਂ ਸਾਡਾ ਵੀਜ਼ਾ ਆਏਗਾ ਅਤੇ ਕਦੋਂ ਅਸੀਂ ਕੈਨੇਡਾ ਪਹੁੰਚਾਂਗੇ। ਸੋ ਐਟਲੀਸਟ ਇੱਕ ਜਿਹੜੀ ਪ੍ਰਿੰਸੀਪਲ ਐਪਲੀਕੈਂਟ ਹੈ ਜਾਂ ਦੋਨਾਂ ਕੋਲ ਜੇ ਵੀਜ਼ਾ ਫੜਿਆ, ਅਤੇ ਇੱਕ ਨੂੰ ਮੈਂ ਨੈਨੀ ਬੇਸ ਦੇ ਉੱਤੇ ਹੀ ਉਹਨੂੰ ਵਰਕ ਪਰਮਿਟ ਲੈ ਦਾਂਗਾ ਬਹੁਤ ਹੀ ਥੋੜ੍ਹੇ ਸਮੇਂ 'ਚ, 3-3.5 ਮਹੀਨੇ 'ਚ ਮੈਂ ਵਰਕ ਪਰਮਿਟ ਲੈ ਦਾਂਗਾ। ਜਿਹੜਾ ਉਹਦਾ ਸਪਾਊਸ ਹੈ ਉਹਦੇ ਵਾਸਤੇ ਵੀ ਮੇਰੇ ਕੋਲ ਪ੍ਰੋਸੀਜਰ ਹੈ ਕਿ ਉਹਦੇ ਸਪਾਊਸ ਨੂੰ ਮੈਂ ਓਪਨ ਵਰਕ ਪਰਮਿਟ ਲੈ ਕੇ ਦੇ ਸਕਦਾ। ਸੋ ਇਹ ਮੈਂ ਉਹਨਾਂ ਲੋਕਾਂ ਵਾਸਤੇ ਕਹਿ ਰਿਹਾ ਜੋ ਆਲਰੇਡੀ ਜੇ ਤਾਂ ਚਾਹੇ ਉਹ ਵਿਜ਼ਟਰ ਵੀਜ਼ਾ 'ਤੇ ਕੈਨੇਡਾ ਪਹੁੰਚੇ ਹੋਏ ਹੋਣ, ਜਾਂ ਉਹਨਾਂ ਕੋਲ ਇੰਡੀਆ ਜਾਂ ਬਾਹਰਲੇ ਦੇਸ਼ਾਂ 'ਚ ਵਿਜ਼ਟਰ ਵੀਜ਼ਾ ਹੈ ਪਰ ਆਪਣੇ ਦੇਸ਼ਾਂ 'ਚ ਬੈਠੇ ਆ। ਹੁਣ ਤੁਹਾਨੂੰ ਪਤਾ ਕਿ ਹੁਣ ਤਾਂ ਵਿਜ਼ਟਰ ਵੀਜ਼ਾ ਖੁੱਲ੍ਹ ਗਿਆ, ਤੁਸੀਂ ਹੁਣ ਕੈਨੇਡਾ ਜਾ ਸਕ ਰਹੇ ਹੋ,
ਤੇ ਤੁਸੀਂ ਇਹ ਉਪਰਾਲਾ ਕਰਦੇ ਹੋਏ ਜਲਦ ਤੋਂ ਜਲਦ ਕੈਨੇਡਾ ਪਹੁੰਚੋ। ਪਹੁੰਚਣ ਤੋਂ ਪਹਿਲਾਂ ਮੈਨੂੰ ਜ਼ਰੂਰ ਕਮਿਊਨੀਕੇਟ ਕਰ ਲਓ ਮੇਰੇ ਨਾਲ, ਮੈਂ ਇਹ ਦੇਖ ਲਾਂਗਾ ਕਿ ਤੁਸੀਂ ਕੁਆਲੀਫਾਈ ਕਰ ਰਹੇ ਹੋ ਕਿ ਨਹੀਂ ਕਰ ਰਹੇ। ਸੋ ਇਹਦੇ ਬਾਰੇ ਮੈਂ ਜਿਹੜੀ ਤੁਹਾਨੂੰ ਇਨਫੋਰਮੇਸ਼ਨ ਦੇਣਾ ਚਾਹੁੰਦਾ। ਨਾਲ ਇਹ ਵੀ ਦੱਸਣਾ ਚਾਹੁੰਦਾ 1 ਜਨਵਰੀ 2022 ਨੂੰ 2750 ਸੀਟਾਂ ਦੇ ਨਾਲ ਬੱਚਿਆਂ ਨੂੰ ਸਾਂਭਣ ਵਾਲਾ ਜਿਹੜਾ ਪ੍ਰੋਗਰਾਮ ਹੈ ਦੁਆਰਾ ਖੁੱਲ੍ਹ ਰਿਹਾ। ਸੋ ਜੇ ਕਿਸੇ ਕੋਲ ਇਸ ਮੂਮੈਂਟ ਜਦੋਂ ਅਸੀਂ ਗੱਲ ਕਰ ਰਹੇ ਹਾਂ 9 ਦਸੰਬਰ ਨੂੰ, ਜੇ ਕਿਸੇ ਕੋਲ ਸਾਰੇ ਐਜੂਕੇਸ਼ਨਲ ਡਾਕੂਮੈਂਟਸ ਪ੍ਰੋਪਰ ਹੈ, ਕਿਸੇ ਕੋਲ ਵੈਸ ਕਰਾਈ ਹੋਈ ਇਵੈਲੂਏਸ਼ਨ ਹੋਈ ਹੈ, ਤੁਸੀਂ ਨੈਨੀ ਪ੍ਰੋਗਰਾਮ ਪੜ੍ਹਿਆ ਹੋਇਆ ਜਾਂ ਤੁਹਾਡੇ ਕੋਲ ਐਕਸਪੀਰੀਅੰਸ ਹੈ, IELTS 'ਚ 5 ਬੈਂਡ ਹੈਗੇ, ਤਾਂ ਤੁਸੀਂ ਮੈਨੂੰ ਜਲਦ ਤੋਂ ਪਹਿਲਾਂ ਕਮਿਊਨੀਕੇਟ ਮੇਰੇ ਨਾਲ ਕਰੋ। ਤੁਹਾਡੀ ਫਾਈਲ ਅਸੀਂ ਕੁਇਕਲੀ ਬਣਾ ਕੇ ਤੁਹਾਨੂੰ 1 ਜਨਵਰੀ ਵਾਸਤੇ ਤਿਆਰ ਰੱਖਾਂਗੇ ਤਾਂ ਕਿ ਤੁਸੀਂ ਆਪਣਾ ਜਿਹੜਾ ਇਹ ਪ੍ਰੋਗਰਾਮ ਦੇ ਥੱਲੇ ਤੁਸੀਂ ਆਪਣਾ ਕੇਸ ਲਗਾ ਸਕੋ। ਸਾਰੀ ਫੈਮਿਲੀ ਦਾ ਇਕੱਠੇ ਹੀ ਲੱਗੇਗਾ ਕੇਸ ਜੇ ਤੁਸੀਂ ਮੈਰਿਡ ਹੋ। ਔਰ ਜੇ 2750 ਸੀਟਾਂ ਦੇ ਵਿੱਚ ਜੇ ਇੱਕ ਫੈਮਿਲੀ 'ਚ 4 ਮੈਂਬਰ ਹੈ ਤਾਂ ਇਹ ਇੱਕ ਸੀਟ ਹੀ ਮੰਨੀ ਜਾਂਦੀ ਹੈ ਇੱਕ ਪੂਰੀ ਫੈਮਿਲੀ। ਤਾਂ 2750 ਸੀਟਾਂ ਦੇ ਵਿੱਚ ਇੱਕ ਫੈਮਿਲੀ ਜੇ ਨਿਕਲਦੀ ਹੈ ਤਾਂ 2749 ਸੀਟਾਂ ਅਜੇ ਵੀ ਬਾਕੀ ਹੈਗੀਆਂ। ਸੋ ਇਹ ਪ੍ਰੋਗਰਾਮ ਬਹੁਤ ਹੀ ਜਲਦੀ ਬੰਦ ਹੋਣ ਵਾਲਾ ਹੈ। ਜੇ ਅਸੀਂ 1 ਜਨਵਰੀ ਨੂੰ ਸ਼ੁਰੂ ਹੋਏਗਾ, ਕਿਉਂਕਿ ਹੁਣ ਇਹ ਫਾਈਲਿੰਗ ਆਨਲਾਈਨ ਹੋ ਗਈ ਹੈ, ਦਸਤੀ ਵੀ ਕਰ ਸਕਦੇ ਪਰ ਉਹ ਕਰਨਾ ਅਸੀਂ ਚਾਹਾਂਗੇ ਨਹੀਂ, ਕਿਉਂਕਿ 1 ਜਨਵਰੀ ਤੋਂ ਅਸੀਂ ਇਹਨੂੰ ਆਨਲਾਈਨ ਫਾਈਲਿੰਗ ਕਰਾਂਗੇ, ਬਹੁਤ ਕੁਇਕ ਹੋਏਗਾ। ਸੋ ਮੈਂ ਇਹ ਗੁਜ਼ਾਰਿਸ਼ ਕਰਦਾ ਸਾਰੇ ਵਿਊਅਰਸ ਨੂੰ ਕਿ ਮੈਨੂੰ ਕੰਟੈਕਟ ਕਰੋ, ਕਿਉਂਕਿ ਮੈਂ ਬਹੁਤ ਸਾਲਾਂ ਤੋਂ ਨੈਨੀ ਪ੍ਰੋਗਰਾਮ ਦੇ ਵਾਸਤੇ ਫਾਈਲਿੰਗ ਕਰ ਰਹੇ ਹਾਂ। ਜੇ ਜਿਹੜੀ ਉਹਨਾਂ ਦੀ ਚੈੱਕ ਲਿਸਟ ਹੈ ਮੇਰੇ ਹਿਸਾਬ ਨਾਲ ਸਿਰਫ 65% ਹੈਗੀ। ਮੈਂ ਕਈ ਸਾਲਾਂ ਤੋਂ ਹਰ 5 ਸਾਲ ਦੇ ਬਾਅਦ ਇਹ ਪ੍ਰੋਗਰਾਮ ਬਦਲਦਾ ਹੈ, ਨਵੇਂ ਇਹਦੇ ਡਾਕੂਮੈਂਟਸ ਚੈੱਕ ਲਿਸਟ ਆਉਂਦੀ ਹੈ। ਸੋ ਜਿਹੜੇ ਪੁਰਾਣੇ ਟਾਈਮ ਦੇ ਵਿੱਚ ਜਿਹੜੀ ਡਾਕੂਮੈਂਟ ਚੈੱਕ ਲਿਸਟ ਸੀ ਉਹਦਾ ਵੀ ਹਵਾਲਾ ਮੈਂ ਨਵੀਂ ਚੈੱਕ ਲਿਸਟ ਦੇ ਵਿੱਚ ਦਿੰਦੇ ਹੋਏ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਸਾਰਿਆਂ ਦਾ ਫਾਈਲ ਨੰਬਰ ਆਏ। ਮੇਰੇ ਅੱਜ ਤੱਕ ਜਿੰਨੇ ਵੀ ਕੇਸ ਲੱਗੇ ਹੈ, ਚਾਹੇ 2019 'ਚ ਲੱਗਿਆ ਹੋਵੇ, ਚਾਹੇ 2020 'ਚ ਲੱਗਿਆ, ਚਾਹੇ 2021 'ਚ ਲੱਗਿਆ, ਸਾਰਿਆਂ ਦੇ ਫਾਈਲ ਨੰਬਰ, ਕਿਸੇ ਦੇ ਟੈਂਪਰੇਰੀ ਫਾਈਲ ਨੰਬਰ, ਕਿਸੇ ਦੇ ਪਰਮਾਨੈਂਟ ਫਾਈਲ ਨੰਬਰਸ ਮੇਰੇ ਕੋਲ ਆਏ ਹਨ। ਕੋਈ ਵੀ ਐਸਾ ਕਲਾਇੰਟ ਨਹੀਂ ਹੈ ਕਿ ਜਿਹਦਾ ਫਾਈਲ ਨੰਬਰ ਨਾ ਆਇਆ ਹੋਵੇ। ਜੀ ਬਿਲਕੁਲ ਜੀ, ਤੁਹਾਡੀਆਂ ਸਾਰੀਆਂ ਗੱਲਾਂ ਜਿਹੜੀਆਂ ਕਲੀਅਰ ਹੋ ਗਈਆਂ। ਜੇ ਤੁਸੀਂ ਨੈਨੀ ਬੇਸ 'ਤੇ ਕੈਨੇਡਾ ਜਾਣਾ ਚਾਹੁੰਦੇ ਹੋ ਪੂਰੇ ਪਰਿਵਾਰ ਸਮੇਤ ਤਾਂ ਤੁਸੀਂ ਫੁੱਲਫਿਲ ਕਰਦੇ ਹੋ ਕੰਡੀਸ਼ਨਾਂ ਤਾਂ ਤੁਸੀਂ ਗਲੋਬਲ ਵਿਲੇਜ ਇਮੀਗ੍ਰੇਸ਼ਨ ਸੋਲਿਊਸ਼ਨ ਲਿਮਟਿਡ ਦੇ ਨਾਲ ਸੰਪਰਕ ਕਰ ਸਕਦੇ ਹੋ। ਜੇ ਤੁਸੀਂ ਪੰਜਾਬ ਬੈਠੇ ਹੋ ਤਾਂ ਤੁਸੀਂ ਪੰਜਾਬ ਦੇ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ। ਜੇ ਤੁਸੀਂ ਟੋਰਾਂਟੋ ਕੈਨੇਡਾ ਵਾਲੇ ਏਰੀਏ 'ਚ ਬੈਠੇ ਹੋ, ਚਾਹੇ ਤੁਸੀਂ ਵੈਨਕੂਵਰ ਬੈਠੇ ਹੋ, ਚਾਹੇ ਵਿਨੀਪੈਗ ਬੈਠੇ ਹੋ, ਚਾਹੇ ਦੂਸਰੇ ਪਾਸੇ ਬੈਠੇ ਹੋ, ਤਾਂ ਤੁਸੀਂ ਇਹਨਾਂ ਦੇ ਨਾਲ ਵੀ ਸੰਪਰਕ ਜਿਹੜਾ ਹੈ ਉਹ ਤੁਸੀਂ ਕਰ ਸਕਦੇ ਹੋ। ਸੋ ਬਹੁਤ ਸਾਰੀਆਂ ਜਾਣਕਾਰੀਆਂ ਅੱਜ ਅਸੀਂ ਲੈ ਕੇ ਆਏ ਸੀਗੇ। ਸੋ ਇਹ ਨੈਨੀ ਬੇਸ ਦਾ ਪ੍ਰੋਗਰਾਮ ਸੀ। ਇੱਕ ਹੋਰ ਵੀ ਪ੍ਰੋਗਰਾਮ ਹੈ ਸਟੱਡੀ ਬੇਸ ਦਾ, ਸਟੂਡੈਂਟ ਸਟੱਡੀ ਬੇਸ 'ਤੇ ਜਿਹੜੇ ਜਾਣਾ ਚਾਹੁੰਦੇ ਨੇ, ਤੁਸੀਂ ਉਹਨਾਂ ਵਾਸਤੇ ਵੀ ਕੋਈ ਪ੍ਰੋਗਰਾਮ ਲੈ ਕੇ ਆਏ ਹੋ? ਬਿਲਕੁਲ, ਜਿਹੜੇ ਤਾਂ ਸਟੂਡੈਂਟਸ ਜਿਹੜੇ ਪੰਜਾਬ 'ਚ ਜਾਂ ਇੰਡੀਆ ਜਾਂ ਬਾਹਰਲੇ ਦੇਸ਼ਾਂ ਜਿੱਥੇ ਵੀ ਕੋਈ ਕੈਨੇਡਾ ਆਉਣਾ ਚਾਹੁੰਦੇ ਆ ਪੜ੍ਹਨ ਵਾਸਤੇ, ਮੇਰਾ ਉਹਨਾਂ ਨੂੰ ਇਹ ਇੰਨਾ ਕੁ ਸੁਨੇਹਾ ਮੈਂ ਦੇਣਾ ਚਾਹੁੰਦਾ ਕਿ ਜਿਹੜੇ ਲੋਕ ਬੱਚੇ 12ਵੀਂ ਪਾਸ ਹਨ ਉਹ ਸਾਰੇ ਮੋਡਿਊਲਸ ਵਿੱਚੋਂ 6 ਬੈਂਡ ਲੈਣ। ਓਵਰਆਲ 6 ਬੈਂਡ ਹੋਣ, ਕਿਸੇ ਵੀ ਮੋਡਿਊਲ ਵਿੱਚੋਂ 6 ਬੈਂਡ ਤੋਂ ਥੱਲੇ ਨਾ ਹੋਣ। ਇਸੇ ਤਰ੍ਹਾਂ ਜੇ ਕਿਸੇ ਨੇ ਪੋਸਟ ਗ੍ਰੈਜੂਏਟ ਪ੍ਰੋਗਰਾਮ 'ਚ ਅਪਲਾਈ ਕਰਨਾ ਹੈ, ਓਵਰਆਲ 6.5 ਬੈਂਡ ਅਤੇ 9 ਬੈਂਡ ਲੈਸ ਦੈਨ 6 ਇਹ ਹੋਣੇ ਜ਼ਰੂਰੀ ਹੈ। ਕਈ ਵਾਰੀ ਤੁਹਾਡੇ ਕਿਸੇ ਇੱਕ ਮੋਡਿਊਲ 'ਚੋਂ 5.5 ਆ ਜਾਂਦੀ ਹੈ। ਮੇਰਾ ਇਹ ਕਹਿਣਾ ਹੋਏਗਾ ਕਿ ਤੁਸੀਂ ਮਿਹਨਤ ਕਰਕੇ 6 ਬੈਂਡ ਇੱਕ ਵਾਰ ਫਿਰ ਟਰਾਈ ਕਰ ਲਓ, 6 ਬੈਂਡ ਲਓ, ਕਿਉਂਕਿ 6 ਬੈਂਡ ਲੈਣ ਦੇ ਨਾਲ ਤੁਹਾਡੇ ਜਿਹੜੇ ਵੀਜ਼ਾ ਦੇ ਚਾਂਸਿਸ ਹਨ ਬਹੁਤ ਹਾਈ ਹਨ। ਅਤੇ ਮੈਂ ਆਲ ਓਵਰ ਕੈਨੇਡਾ ਦੇ ਵਿੱਚ ਮੇਰੇ ਕੋਲ ਕੋਈ 45 ਦੇ ਕਰੀਬ ਡਾਇਰੈਕਟ ਕਾਲਜਿਸ ਹਨ ਜਿਹਦੇ 'ਚ ਮੈਂ ਤੁਹਾਨੂੰ ਐਡਮਿਸ਼ਨ ਲੈ ਕੇ ਦਿੰਦਾ। ਓਨਟਾਰੀਓ ਵਿੱਚ ਕਾਲਜਿਸ ਹਨ, ਬ੍ਰਿਟਿਸ਼ ਕੋਲੰਬੀਆ ਵਿੱਚ ਹਨ ਮੇਰੇ ਕੋਲ ਕਾਲਜਿਸ, ਨੋਵਾ ਸਕੋਸ਼ੀਆ ਅਤੇ ਨਿਊ ਬਰੰਜ਼ਵਿਕ, ਸਸਕਾਚੁਅਨ, ਵਿਨੀਪੈਗ, ਮੇਰੇ ਕੋਲ ਬਹੁਤ ਸਾਰਾ ਆਲ ਓਵਰ ਕੈਨੇਡਾ ਵਿੱਚ ਮੇਰੇ ਕੋਲ ਕਈ ਕਾਲਜਿਸ ਅਤੇ ਯੂਨੀਵਰਸਿਟੀਜ਼ ਹਨ ਜਿਹਨਾਂ ਨਾਲ ਮੈਂ ਡੀਲ ਕਰਦਾ ਔਰ ਮੇਰੇ ਥਰੂ ਬਹੁਤ ਸਟੂਡੈਂਟਸ ਸਟੱਡੀ ਵੀਜ਼ਾ ਲੈ ਕੇ ਵੀ ਬਾਹਰ ਪਹੁੰਚਦੇ ਹਨ। ਇਹਦੇ ਨਾਲ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜੇ ਸਟੂਡੈਂਟਸ ਆਲਰੇਡੀ ਕੈਨੇਡਾ ਦੇ ਵਿੱਚ ਪੜ੍ਹਾਈਆਂ ਕਰ ਰਹੇ ਹਨ, ਕੋਈ ਪ੍ਰਾਈਵੇਟ ਕਾਲਜ ਹੈ, ਤੁਹਾਨੂੰ ਪਤਾ ਹੈ ਜੇ ਪ੍ਰਾਈਵੇਟ ਕਾਲਜ 'ਚ ਪੜ੍ਹ ਰਹੇ ਹੋ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲਦਾ। ਪਰ ਕੋਈ ਇਸ ਤਰ੍ਹਾਂ ਦੇ ਕਾਲਜਿਸ ਹਨ, ਤੁਸੀਂ ਕਿਸੇ ਕਮਿਊਨਿਟੀ ਕਾਲਜ 'ਚ ਪੜ੍ਹ ਤਾਂ ਰਹੇ ਹੋ ਪਰ ਤੁਸੀਂ ਮਨ ਮਾਰ ਕੇ ਪੜ੍ਹ ਰਹੇ ਹੋ ਜਾਂ ਤੁਹਾਡੇ ਬੈਕਲੌਗ ਬਹੁਤ ਹੋ ਗਏ ਜਾਂ ਤੁਹਾਡੇ ਤੋਂ ਕੋਰਸਿਸ ਕੰਪਲੀਟ ਨਹੀਂ ਹੋ ਰਹੇ, ਕੋਈ ਐਂ ਲੱਗਦਾ ਕਿ ਔਖਾ ਕੋਰਸ ਹੈ। ਅਤੇ ਮੈਂ ਇਹ ਦੱਸਣਾ ਚਾਹੁੰਦਾ ਇੱਕ ਕਾਲਜ ਮੇਰੇ ਕੋਲ ਓਨਟਾਰੀਓ ਦੇ ਵਿੱਚ ਟੋਰਾਂਟੋ ਤੋਂ ਕੋਈ 100 ਕਿਲੋਮੀਟਰ ਦੀ ਦੂਰੀ ਦੇ ਉੱਤੇ ਇੱਕ ਕਮਿਊਨਿਟੀ ਕਾਲਜ ਹੈ ਜਿੱਥੇ ਨਾ ਤਾਂ IELTS ਦੀ ਲੋੜ ਹੈ। ਜਿੰਨੇ ਜਨਵਰੀ ਦੇ ਪ੍ਰੋਗਰਾਮ ਬੰਦ ਹੋਏ ਹਨ, ਜੇ ਤੁਸੀਂ ਕਾਲਜ ਨੂੰ ਟ੍ਰਾਂਸਫਰ ਕਰਨਾ ਚਾਹੁੰਦੇ ਹੋ, ਜਿਹੜੇ ਪ੍ਰੋਗਰਾਮ ਬੰਦ ਵੀ ਹੋਏ ਜਨਵਰੀ ਦੇ, ਜਿਹੜਾ ਪ੍ਰੋਗਰਾਮ ਕਹੋਗੇ ਉਸੇ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਐਡਮਿਸ਼ਨ ਲੈ ਕੇ ਦਊਂਗਾ। IELTS ਦੀ ਕੋਈ ਲੋੜ ਨਹੀਂ ਕਿ ਜੇ ਤੁਸੀਂ ਕੈਨੇਡਾ 'ਚ ਪਹੁੰਚੇ ਹੋਏ ਸਟੂਡੈਂਟ ਹੋ, ਇੰਟਰਨੈਸ਼ਨਲ ਸਟੂਡੈਂਟ ਹੋ। ਅਤੇ ਜਿਹੜੇ ਸਟੂਡੈਂਟਸ ਪ੍ਰਾਈਵੇਟ ਕਾਲਜਿਸ ਹਨ ਵਿੱਚ ਪੜ੍ਹ ਰਹੇ ਹਨ ਉਹਨਾਂ ਵਾਸਤੇ ਬਹੁਤ ਸੁਨਹਿਰੀ ਮੌਕਾ ਹੈ ਕਿਉਂਕਿ ਤੁਸੀਂ ਹੁਣ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈ ਸਕੋਗੇ। ਅੱਜ ਦੀ ਡੇਟ ਦੇ ਵਿੱਚ ਅੱਜ 9 ਦਸੰਬਰ ਹੋਈ, ਅੱਜ ਮੈਂ 3 ਸਟੂਡੈਂਟਸ ਨੂੰ, ਹਾਲਾਂਕਿ ਪ੍ਰੋਗਰਾਮ ਸਾਰੇ ਬੰਦ ਪਏ, ਜੇ ਤੁਸੀਂ ਆਨਲਾਈਨ ਉਹਨਾਂ ਦੀ ਵੈਬਸਾਈਟ 'ਤੇ ਦੇਖੋ ਸਾਰੇ ਪ੍ਰੋਗਰਾਮ ਬੰਦ ਪਏ ਪਰ ਮੈਂ ਉਹਨਾਂ ਨੂੰ ਉਹਨਾਂ ਦੀ ਚੋਇਸ ਦੇ ਪ੍ਰੋਗਰਾਮ ਅੱਜ ਲੈ ਕੇ ਦਿੱਤੇ ਹਨ। ਹਾਲਾਂਕਿ 3 4 5 10 ਦਿਨਾਂ ਤੋਂ ਫਾਈਲ ਉਹਨਾਂ ਦੀ ਚੱਲੀ ਸੀ ਮੇਰੇ ਨਾਲ
ਔਰ ਮੈਂ ਉਹਨਾਂ ਨੂੰ ਜਿਹੜੇ ਪ੍ਰੋਗਰਾਮ ਲੈ ਕੇ ਦਿੱਤੇ। ਸੋ ਇਹ ਬਹੁਤ ਹੀ ਇੱਕ ਸੁਨਹਿਰੀ ਮੌਕਾ ਹੈ। ਜਿਹੜੇ ਸਟੂਡੈਂਟਸ ਆਲਰੇਡੀ ਕੈਨੇਡਾ ਦੇ ਕਿਸੇ ਵੀ ਕੋਨੇ ਵਿੱਚ ਪੜ੍ਹ ਰਹੇ ਹਨ, ਜਾਂ ਤਾਂ ਉਹਨਾਂ ਦਾ ਕੋਰਸ ਨਹੀਂ ਕੰਪਲੀਟ ਹੋ ਰਹੇ, ਜਾਂ ਉਹਨਾਂ ਨੂੰ ਲੱਗਦਾ ਕਿ ਵੀ ਇਹ ਮੈਂ ਇਹਨੂੰ ਕੰਪਲੀਟ ਕਰ ਨਹੀਂ ਸਕਾਂਗਾ, ਜਾਂ ਉਹ ਛੱਡ ਕੇ ਬੈਠੇ ਤਾਂ ਨੌਕਰੀਆਂ ਕਰੀ ਜਾਂਦੀਆਂ। ਤੁਹਾਨੂੰ ਪਤਾ ਵੀ ਹੋਣਾ ਚਾਹੀਦਾ ਕਿ ਜੇ ਤੁਸੀਂ ਨੌਕਰੀਆਂ ਕਰੀ ਜਾਓਗੇ ਇਸ ਤਰ੍ਹਾਂ ਤਾਂ ਉਹ ਦਿਨ ਦੂਰ ਨਹੀਂ ਕਿ ਜਦੋਂ ਤੁਹਾਨੂੰ ਬਾਹਰ ਨਿਕਲਣਾ ਪਏਗਾ ਦੇਸ਼ ਤੋਂ, ਕਿਉਂਕਿ ਜਿਹੜਾ ਤੁਸੀਂ ਕੰਮ ਕਰਨਾ ਹੈ ਸੀ ਉਹ ਤੁਸੀਂ ਕੰਮ ਕੀਤਾ ਕੋਈ ਨਹੀਂ। ਜੀ ਬਿਲਕੁਲ ਜੀ। ਸੋ ਬੜੀਆਂ ਜਾਣਕਾਰੀਆਂ ਜਿਹੜੀਆਂ ਨੇ ਤੁਹਾਡੀ ਸਾਹਿਬ ਨੇ ਤੁਹਾਡੇ ਸਨਮੁਖ ਰੱਖੀਆਂ। ਦੋਸਤੋ ਮੈਂ ਫਿਰ ਕਹਿਣਾ ਵੀ ਕੈਨੇਡਾ 1 ਨੰਬਰ ਦੇ ਵਿੱਚ ਜਾਓ। ਕੈਨੇਡਾ ਬਹੁਤ ਵਧੀਆ ਮੁਲਕ ਹੈ ਔਰ ਕੈਨੇਡਾ ਤੁਹਾਡੇ ਸੁਪਨਿਆਂ ਨੂੰ ਪੂਰਾ ਕਰਦਾ ਹੈ। ਕੈਨੇਡਾ ਦੀ ਸਰਕਾਰ ਹੱਥ ਖੋਲ੍ਹ ਕੇ ਬਾਹਾਂ ਫੈਲਾ ਕੇ ਤੁਹਾਡਾ ਵਾਰਮ ਵੈਲਕਮ ਕਰਨ ਨੂੰ ਤਿਆਰ ਹੈ। ਬਸ਼ਰਤ ਇਹ ਹੈ ਕਿ ਤੁਸੀਂ ਸਹੀ ਤਰੀਕੇ ਨਾਲ ਪੇਪਰ ਲਾਏ ਹੋਣ, ਸਹੀ ਤਰੀਕੇ ਨਾਲ ਡਾਕੂਮੈਂਟੇਸ਼ਨ ਕੀਤੀ ਹੋਵੇ ਔਰ ਤੁਹਾਡਾ ਸਹੀ ਸਲਾਹਕਾਰ ਹੋਵੇ। ਸਭ ਤੋਂ ਵੱਡੀ ਗੱਲ ਹੈ ਤੁਹਾਡਾ ਪੇਪਰ ਕੌਣ ਪੁੱਟ ਕਰਦਾ, ਤੁਹਾਨੂੰ ਸਲਾਹ ਕੌਣ ਦੇ ਰਿਹਾ। ਨਹੀਂ ਤਾਂ ਸਬਜ਼ ਬਾਗ ਦਿਖਾਉਣ ਵਾਲੇ ਮਾਰਕੀਟ ਦੇ ਵਿੱਚ ਅਣਗਿਣਤ ਲੋਕ ਫੱਟੇ ਲਾ ਕੇ ਬੈਠੇ ਨੇ ਕਿ ਅਸੀਂ ਤੁਹਾਨੂੰ ਕੈਨੇਡਾ ਭੇਜਾਂਗੇ, ਪਰ ਹੁੰਦਾ ਕੀ ਅਲਟੀਮੇਟ ਕਿ ਉਹ 20-25 ਲੱਖ ਰੁਪਈਆ ਖਾਂਦੇ ਨੇ, ਉਹ ਰਫੂ ਚੱਕਰ ਹੋ ਜਾਂਦੇ ਨੇ ਔਰ ਹਜ਼ਾਰਾਂ ਲੋਕਾਂ ਦੇ ਪਰਚੇ ਦਰਜ ਨੇ। ਪਰ ਗਲੋਬਲ ਵਿਲੇਜ ਇਮੀਗ੍ਰੇਸ਼ਨ ਸੋਲਿਊਸ਼ਨ ਲਿਮਟਿਡ ਕੰਪਨੀ ਦਾ ਇੱਕ ਮਨੋਰਥ ਹੈ ਕਿ ਤੁਹਾਨੂੰ ਸਹੀ ਤਰੀਕੇ ਦੇ ਨਾਲ ਕੈਨੇਡਾ ਭੇਜਿਆ ਜਾਵੇ। ਜੇ ਤੁਹਾਡਾ ਕੇਸ ਨਹੀਂ ਲੱਗਣ ਵਾਲਾ ਤਾਂ ਸਾਡੇ ਦਫ਼ਤਰ ਵਿੱਚੋਂ, ਇਹਨਾਂ ਦੇ ਦਫ਼ਤਰ ਵਿੱਚੋਂ ਜਿੰਨੇ ਵੀ ਸਟਾਫ ਮੈਂਬਰ ਬੈਠੇ ਨੇ ਉਹ ਤੁਹਾਨੂੰ ਸਾਫ਼ ਕਹਿ ਜਾਣਗੇ ਕਿ ਤੁਸੀਂ ਕੈਨੇਡਾ ਨਹੀਂ ਜਾ ਸਕਦੇ, ਤੁਹਾਡੀ ਡਾਕੂਮੈਂਟੇਸ਼ਨ 'ਚ ਆਹ ਕਮੀ ਹੈ। ਜੇ ਤੁਹਾਡੇ ਡਾਕੂਮੈਂਟ ਬਿਲਕੁਲ ਸਹੀ ਰਹੇ ਇਹ ਤਾਂ ਹੀ ਫਾਈਲ ਨੂੰ ਲੈਂਦੇ ਨੇ ਔਰ ਉਸ ਫਾਈਲ ਨੂੰ ਫਿਰ ਪ੍ਰੋਪਰ ਤਰੀਕੇ ਨਾਲ, ਟੈਕਨੀਕਲ ਤਰੀਕੇ ਦੇ ਨਾਲ ਕੈਨੇਡੀਅਨ ਗੌਰਮੈਂਟ ਦੇ ਕੋਲੇ ਜਾ ਕੇ ਪੁੱਟ ਕਰਦੇ ਨੇ। ਉਸ ਤੋਂ ਬਾਅਦ ਫਿਰ ਜਵਾਬ ਆਉਂਦਾ ਔਰ ਜਵਾਬ ਵੀ ਪੋਜ਼ਿਟਿਵ ਆਉਂਦਾ। ਸੋ ਇੱਕ ਵਾਰੀ ਫਿਰ TV ਸਕਰੀਨ 'ਤੇ ਇਹਨਾਂ ਦੇ ਨੰਬਰ ਜਿਹੜੇ ਨੇ ਫਲੈਸ਼ ਕੀਤੇ ਹੋਏ ਨੇ। ਤੁਸੀਂ ਨੈਨੀ ਬੇਸ 'ਤੇ ਬਾਹਰ ਜਾਣਾ ਹੈ ਜਾਂ ਤੁਸੀਂ ਸਟੱਡੀ ਬੇਸ 'ਤੇ ਬਾਹਰ ਜਾਣਾ ਹੈ ਤਾਂ ਤੁਸੀਂ ਤੁਹਾਡੀ ਹੋਰ ਕੋਈ ਵੀ ਇਨਕੁਆਇਰੀ ਹੈਗੀ ਹੈ, ਤੁਸੀਂ ਇੱਕ ਵਾਰ ਇਹਨਾਂ ਦੇ ਨੰਬਰਾਂ 'ਤੇ ਸੰਪਰਕ ਜ਼ਰੂਰ ਕਰੋ। ਨੰਬਰ TV ਸਕਰੀਨ 'ਤੇ ਅਸੀਂ ਫਲੈਸ਼ ਕੀਤੇ ਹੋਏ ਨੇ। ਤੁਸੀਂ ਜਿੰਨੀ ਮਰਜ਼ੀ ਇਨਕੁਆਇਰੀ ਕਰ ਸਕਦੇ ਹੋ। ਤੁਸੀਂ ਆ ਕੇ ਇਹਨਾਂ ਦੇ ਦਫ਼ਤਰ ਮਿਲ ਸਕਦੇ ਹੋ, ਇਹਨਾਂ ਨੂੰ ਪਰਸਨਲੀ ਵਿਜ਼ਿਟ ਕਰ ਸਕਦੇ ਹੋ। ਜੇ ਟੋਰਾਂਟੋ ਵਾਲੇ ਨੇ ਜਾਂ ਕੈਨੇਡਾ ਵਾਲੇ ਨੇ ਟੋਰਾਂਟੋ ਮਿਲ ਸਕਦੇ ਨੇ, ਪੰਜਾਬ ਵਾਲੇ ਪੰਜਾਬ 'ਚ ਮਿਲ ਸਕਦੇ ਨੇ। ਸੋ ਗਲੋਬਲ ਵਿਲੇਜ ਇਮੀਗ੍ਰੇਸ਼ਨ ਸੋਲਿਊਸ਼ਨ ਲਿਮਟਿਡ ਤੁਹਾਡੇ ਲਈ, ਕਿਉਂਕਿ ਵੀਜ਼ਾ ਲਗਾਉਣ ਦਾ ਕਦੇ ਵੀ ਵਾਅਦਾ ਨਹੀਂ ਹੁੰਦਾ, ਵੀਜ਼ਾ ਸਰਕਾਰਾਂ ਨੇ ਦੇਣਾ ਹੁੰਦਾ ਹੈ, ਵੀਜ਼ਾ ਅੰਬੈਸੀਆਂ ਨੇ ਦੇਣਾ ਹੁੰਦਾ ਹੈ, ਜਿਹੜੇ ਕਾਗਜ਼ ਪੁੱਟ ਕਰਨੇ ਹੁੰਦੇ ਨੇ ਉਹ ਇੱਕ ਇਮੀਗ੍ਰੇਸ਼ਨ ਕੰਪਨੀ ਦਾ ਕੰਮ ਹੁੰਦਾ। ਸੋ ਇਸ ਕੰਪਨੀ ਦਾ ਇੱਕੋ ਇੱਕ ਕੰਮ ਹੈ ਕਿ ਸਹੀ ਤਰੀਕੇ ਦੇ ਨਾਲ ਤੁਹਾਡੇ ਪੇਪਰ ਤੁਹਾਡੇ ਤੋਂ ਲੈ ਕੇ, ਆਪਣੇ ਡਾਕੂਮੈਂਟ ਲੈ ਕੇ ਤਰੀਕੇ ਦੇ ਨਾਲ ਉਹ ਪੁੱਟ ਕਰਨਾ ਸਰਕਾਰ ਅੱਗੇ ਔਰ ਉਹਨਾਂ ਤੋਂ ਵੀਜ਼ੇ ਦੀ ਪ੍ਰਾਪਤੀ ਕਰਨਾ। ਇੱਕ ਵਾਰੀ ਫਿਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਪ੍ਰੋਗਰਾਮ ਨੂੰ ਵੇਖ ਰਹੇ ਹੋ ਔਰ ਇਹ ਪ੍ਰੋਗਰਾਮ ਇੱਕ ਜਰਨਲ ਇਨਫੋਰਮੇਸ਼ਨ ਪ੍ਰੋਗਰਾਮ ਹੈ ਕਿ ਤੁਹਾਨੂੰ ਕੈਨੇਡੀਅਨ ਸਰਕਾਰ ਵੱਲੋਂ ਜੋ ਗਾਈਡਲਾਈਨਸ, ਜੋ ਇਨਕੁਆਇਰੀ, ਜੋ ਪ੍ਰੋਗਰਾਮ ਜਿਹੜੇ ਪਾਇਲਟ ਪ੍ਰੋਗਰਾਮ ਨੇ ਉਹਨੇ ਲਾਂਚ ਕੀਤੇ ਨੇ, ਤੁਹਾਨੂੰ ਉਹਦੇ ਬਾਰੇ ਦੱਸਿਆ ਜਾਵੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡੀ ਸਭ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਲਈ ਸਮਾਂ ਕੱਢਿਆ। ਥੈਂਕ ਯੂ ਸੋ ਮਚ ਜੀ। ਸਤਿ ਸ੍ਰੀ ਅਕਾਲ ਜੀ ਦੋਸਤੋ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਕੈਨੇਡਾ ਜਾਣ ਦਾ ਸੁਪਨਾ ਜਿਹੜਾ ਹੈ ਅੱਜ ਹਰ ਇਨਸਾਨ ਪਾਲ ਕੇ ਬੈਠਾ ਔਰ ਕੈਨੇਡਾ ਦੀ ਧਰਤੀ ਦਾ ਸੁਪਨਾ ਲਵੇ ਵੀ ਕਿਉਂ ਨਾ, ਕਿਉਂਕਿ ਕੈਨੇਡਾ ਦੀ ਧਰਤੀ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਦੀ ਹੈ। ਕੈਨੇਡਾ ਦੀ ਧਰਤੀ ਤੁਹਾਨੂੰ ਹਰ ਉਹ ਸਹੂਲਤ ਦਿੰਦੀ ਹੈ ਜਿਹੜੀ ਸਹੂਲਤ ਤੁਸੀਂ ਲੈਣਾ ਚਾਹੁੰਦੇ ਹੋ ਜਾਂ ਜਿਹੜੀ ਸਹੂਲਤ ਦੇ ਤੁਸੀਂ ਸੁਪਨੇ ਲੈਂਦੇ ਹੋ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਤੁਹਾਡੇ ਇਹਨਾਂ ਸੁਪਨਿਆਂ ਨੂੰ ਪੂਰਾ ਕਰੇ ਕੌਣ। ਸਭ ਤੋਂ ਵੱਡਾ ਸਵਾਲ ਹੈ ਕਿ ਤੁਹਾਡੇ ਇਸ ਸੁਪਨਿਆਂ ਨੂੰ ਪੂਰਾ ਕਰੇ ਕੌਣ, ਲੇਕਿਨ ਉਹ ਵੀ ਸਹੀ ਤਰੀਕੇ ਨਾਲ, ਕਿਉਂਕਿ ਗਲਤ ਤਰੀਕੇ ਦੇ ਨਾਲ ਕੈਨੇਡਾ ਨਾ ਤੁਸੀਂ ਜਾ ਸਕਦੇ ਹੋ, ਨਾ ਤੁਹਾਨੂੰ ਕੋਈ ਭੇਜ ਸਕਦਾ। ਹਾਂ, ਤੁਸੀਂ ਆਪਣਾ ਲੱਖਾਂ ਰੁਪਈਆ ਬਰਬਾਦ ਤਾਂ ਕਰ ਸਕਦੇ ਹੋ, ਪਰ ਜੇ ਤੁਸੀਂ ਸਹੀ ਤਰੀਕੇ ਦੇ ਨਾਲ, ਕਾਨੂੰਨੀ ਸਲਾਹ ਦੇ ਨਾਲ, ਕਾਨੂੰਨੀ ਤਰੀਕੇ ਦੇ ਨਾਲ ਤੇ ਜੋ ਕੈਨੇਡਾ ਦੇ ਗੌਰਮੈਂਟ ਦੀ, ਉੱਥੋਂ ਦੀ ਸਰਕਾਰ ਦੀ ਜੋ ਪਾਲਿਸੀਆਂ ਨੇ, ਅਗਰ ਤੁਸੀਂ ਉਹਨਾਂ ਨੂੰ ਅਡਾਪਟ ਕਰਦੇ ਹੋ ਤਾਂ ਤੁਸੀਂ ਨਿਰਸੰਕੋਚ ਜਿਹੜਾ ਹੈ ਕੈਨੇਡਾ ਦੀ ਧਰਤੀ 'ਤੇ ਪੈਰ ਰੱਖ ਸਕਦੇ ਹੋ, ਉੱਥੇ ਕੰਮ ਵੀ ਕਰ ਸਕਦੇ ਹੋ ਔਰ ਆਪਣੀ ਜ਼ਿੰਦਗੀ ਭਰ ਦੀਆਂ ਖੁਸ਼ੀਆਂ ਨੂੰ ਉੱਥੇ ਬਟੋਰ ਵੀ ਸਕਦੇ ਹੋ। ਉਹ ਸਿਆਣੇ ਕਹਿੰਦੇ ਨੇ ਤੁਸੀਂ ਡਾਲਰ ਵੀ ਤੋੜ ਸਕਦੇ ਹੋ ਜੇ ਤੁਸੀਂ ਹੱਡ ਭੰਨਵੀਂ ਮਿਹਨਤ ਕਰਦੇ ਹੋ। ਇੱਕ ਵਾਰੀ ਫਿਰ ਸਾਡੇ ਨਾਲ ਗਲੋਬਲ ਵਿਲੇਜ ਇਮੀਗ੍ਰੇਸ਼ਨ ਸੋਲਿਊਸ਼ਨਸ ਲਿਮਟਿਡ ਜਿਹੜੇ ਕੰਪਨੀ ਦੇ ਡਾਇਰੈਕਟਰ ਨੇ ਉਹ ਸਾਡੇ ਨਾਲ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਸ਼ੋਅ ਦੇ ਵਿੱਚ।
BBC ਟੋਰਾਂਟੋ ਦੇ ਸਾਰੇ ਲਿਸਨਰਸ ਨੂੰ ਵਿਊਅਰਸ ਨੂੰ ਹਰਮਨਜੋਤ ਸੋਢੀ ਵੱਲੋਂ ਸਤਿ ਸ਼੍ਰੀ ਅਕਾਲ, ਨਮਸਤੇ ਤੇ ਆਦਾਬ ਜੀ। ਜੀ ਸਤਿ ਸ੍ਰੀ ਅਕਾਲ ਜੀ। ਅੱਛਾ, ਜਿਹੜਾ ਇੱਕ ਪਾਇਲਟ ਪ੍ਰੋਜੈਕਟ ਨੈਨੀ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ ਜਿਹੜਾ ਪ੍ਰੋਜੈਕਟ ਆਇਆ ਹੈ, ਹਾਂਜੀ, ਸੋਢੀ ਸਾਹਿਬ ਥੋੜੀ ਆਵਾਜ਼ ਆਪਣੀ ਉੱਚੀ ਰੱਖੋ ਤਾਂ ਜੋ ਦਰਸ਼ਕਾਂ ਤੱਕ ਤੁਹਾਡੀ ਜਿਹੜੀ ਆਵਾਜ਼ ਆ ਬੜੀ ਸਾਫ਼-ਸਾਫ਼ ਕਲੀਅਰ ਕਰੀ ਪਹੁੰਚੇ। 200 ਟੀਵੀ ਸੈੱਟ ਨੂੰ ਹੁਣ ਟਿਊਨ ਕਰਕੇ ਰੱਖੋ ਔਰ ਟੀਵੀ ਸੈੱਟ ਬਿਲਕੁਲ ਚੇਂਜ ਨਾ ਕਰਿਓ, ਕਿਉਂਕਿ ਤੁਹਾਡੇ ਨਾਲ ਅਸੀਂ ਇਮੀਗ੍ਰੇਸ਼ਨ ਨਾਲ ਰਿਲੇਟਡ ਤੁਸੀਂ ਕੈਨੇਡਾ ਕਿਵੇਂ ਸੈਟਲ ਹੋ ਸਕਦੇ ਹੋ, ਨੈਨੀ ਦੇ ਤਰੀਕੇ ਦੇ ਨਾਲ, ਨੈਨੀ ਬੇਸ 'ਤੇ ਤੁਸੀਂ ਕਿਵੇਂ ਜਾ ਸਕਦੇ ਹੋ, ਕੀ ਕੁਆਲੀਫਿਕੇਸ਼ਨ ਹੈ, ਕਿਵੇਂ ਕਿਵੇਂ ਤੁਸੀਂ ਜਾ ਸਕਦੇ ਹੋ, ਤੁਹਾਡੇ ਨਾਲ ਤੁਹਾਡਾ ਹਸਬੈਂਡ, ਤੁਹਾਡੇ ਪਰਿਵਾਰਕ ਮੈਂਬਰ, ਤੁਹਾਡੇ ਬੱਚੇ ਜਾ ਸਕਦੇ ਜਾਂ ਨਹੀਂ ਜਾ ਸਕਦੇ, ਇਹਨਾਂ ਸਾਰੀ ਕਿਊਰੀਜ਼ ਦੀਆਂ ਆਪਾਂ ਗੱਲਬਾਤ ਕਰਾਂਗੇ ਸੋਢੀ ਸਾਹਿਬ ਨਾਲ। ਸੋਢੀ ਸਾਹਿਬ, ਸਭ ਤੋਂ ਪਹਿਲਾਂ ਜਿਹੜਾ ਪ੍ਰੋਜੈਕਟ ਹੈ, ਪਾਇਲਟ ਪ੍ਰੋਜੈਕਟ ਹੈ ਨੈਨੀ ਦਾ ਜਿਹੜਾ ਦੁਬਾਰੇ ਸ਼ੁਰੂ ਹੋਇਆ, ਇਹ ਬੇਸਿਕਲੀ ਹੈ ਕੀ? ਬਿਲਕੁਲ, ਜਿਹੜਾ ਨੈਨੀ ਪ੍ਰੋਗਰਾਮ ਹੈਗਾ ਇਹਦਾ ਨੈਨੀ ਨੂੰ ਅਸੀਂ ਕਹਿੰਦੇ ਹਾਂ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ। ਇਹਦੇ ਥੱਲੇ ਜਿਹਦੇ ਇੰਪਲੋਇਰਸ ਦੇ ਘਰ ਜਿਹੜੇ ਛੋਟੇ ਬੱਚੇ ਹਨ ਜਾਂ ਕੋਈ ਵੂਮਨ ਪ੍ਰੈਗਨੈਂਟ ਹੈ, ਜੇ ਬੱਚਾ ਨਹੀਂ ਪੈਦਾ ਹੋਇਆ ਪਰ ਜੇ 18 ਸਾਲ ਤੱਕ ਦੇ ਬੱਚਿਆਂ ਦੀ ਉਮਰ ਹੋਏ, ਉਹਨਾਂ ਨੂੰ ਸਾਂਭਣ ਵਾਸਤੇ ਆਲ ਓਵਰ ਦਾ ਵਰਲਡ ਤੋਂ ਜਿਹੜੀਆਂ ਨੈਨੀਜ਼ ਹਨ ਜਾਂ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਜਿਹੜੀਆਂ ਇੰਪਲੋਈਜ਼ ਹਨ, ਚਾਹੇ ਮੇਲ ਹੋ ਚਾਹੇ ਫੀਮੇਲ ਹੋਏ, ਉਹ ਕੈਨੇਡਾ ਜਾ ਸਕਦੇ। ਇਹ ਪ੍ਰੋਗਰਾਮ 18 ਜੂਨ 2019 ਨੂੰ ਸ਼ੁਰੂ ਹੋਇਆ ਸੀ ਅਤੇ ਇਹਦਾ ਸੀਟਸ ਦਾ ਕੋਟਾ ਹੈਗਾ ਕਿ ਹਰ ਸਾਲ 2750 ਸੀਟਾਂ 1 ਜਨਵਰੀ ਹਰ ਸਾਲ 1 ਜਨਵਰੀ ਨੂੰ ਸ਼ੁਰੂ ਹੁੰਦੀਆਂ ਜੀ। ਸੋ ਜਿਹੜਾ ਇਹ ਕੋਟਾ ਹੈਗਾ 2020 ਦੇ ਵਿੱਚ ਇਹ 2 ਨਵੰਬਰ 2020 ਨੂੰ ਖਤਮ ਹੋ ਗਿਆ, 2750 ਸੀਟਾਂ ਪੂਰੀਆਂ ਹੋ ਗਈਆਂ। 2021 ਦੇ ਵਿੱਚ ਇਹ ਕੋਟਾ 30 ਅਪ੍ਰੈਲ 2021 ਨੂੰ ਖਤਮ ਹੋ ਗਿਆ। ਹੁਣ ਇਹ ਕੋਟਾ ਨਵੇਂ 2750 ਸੀਟਾਂ ਦੇ ਨਾਲ 1 ਜਨਵਰੀ 2022 ਨੂੰ ਸ਼ੁਰੂ ਹੋਏਗਾ। ਸੋ ਇਹਦੇ ਵਿੱਚ ਇਹ ਕਿ ਆਪਣੇ ਕੋਲ ਬਹੁਤ ਹੀ ਥੋੜ੍ਹੇ ਦਿਨ ਰਹਿ ਗਏ ਹੁਣ ਅੱਗੇ। ਜਿਹੜੇ ਲੋਕਾਂ ਨੇ ਜਾਂ ਜਿਹੜੇ ਲੋਕ ਇਹਦੇ ਚਾਹਵਾਨ ਹੈ ਉਹ ਮੇਰੇ ਨਾਲ ਕਮਿਊਨੀਕੇਟ ਕਰ ਸਕਦੇ, ਮੈਂ ਉਹਨਾਂ ਨੂੰ ਦੱਸ ਸਕਦਾ ਆਪਾਂ ਨੂੰ ਕਿਹੜੀ ਡਾਕੂਮੈਂਟੇਸ਼ਨ ਚਾਹੀਦੀ ਹੋਏਗੀ ਆਪਣਾ ਕੇਸ ਲਗਾਉਣ ਵਾਸਤੇ 1 ਜਨਵਰੀ 2022 ਨੂੰ ਜੀ। ਅੱਛਾ, ਇਹਦੀ ਵਾਸਤੇ ਜਿਹੜੀ ਕੁਆਲੀਫਿਕੇਸ਼ਨ ਹੈ ਨੈਨੀ ਬੇਸ 'ਤੇ ਬਾਹਰ ਜਾਣ ਦੀ ਇਸ ਪਾਇਲਟ ਪ੍ਰੋਜੈਕਟ ਦੇ ਵਿੱਚ, ਸਭ ਤੋਂ ਪਹਿਲੀ ਗੱਲ ਜਦੋਂ ਆਪਾਂ ਪ੍ਰਵੇਸ਼ ਕਰਦੇ ਹਾਂ, ਸਭ ਤੋਂ ਪਹਿਲਾਂ ਜਦੋਂ ਅਪਲਾਈ ਕਰਦੇ ਹਾਂ, ਸਭ ਤੋਂ ਪਹਿਲਾ ਵੱਡਾ ਸਵਾਲ ਇਹ ਆਉਂਦਾ ਹੈ ਕਿ ਜਿਹੜਾ ਬੰਦਾ ਜਾਣਾ ਚਾਹੁੰਦਾ ਉਹਦੀ ਕੁਆਲੀਫਿਕੇਸ਼ਨ ਉਹ 10ਵੀਂ ਹੋਵੇ, 12ਵੀਂ ਹੋਵੇ ਜਾਂ ਕੋਈ ਕੋਰਸ ਕੀਤਾ ਹੋਵੇ ਨੈਨੀ ਦਾ ਜਾਂ ਕੋਈ ਡਿਪਲੋਮਾ ਡਿਗਰੀ ਹੋਵੇ, ਕੀ ਉਹਦੀ ਕੁਆਲੀਫਿਕੇਸ਼ਨ ਕੀ ਹੈ ਬੇਸਿਕਲੀ? ਇਹ ਜਿਹੜਾ ਨੈਨੀ ਪ੍ਰੋਗਰਾਮ ਦੇ ਥੱਲੇ ਨੈਨੀ ਦੇ 2 ਪ੍ਰੋਗਰਾਮ ਹੈ ਜੀ, ਨੈਨੀ ਐਂਡ ਕੇਅਰ ਗਿਵਰ। ਨੈਨੀ ਨੂੰ ਅਸੀਂ ਕਹਿੰਦੇ ਹਾਂ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ, ਜਿਹੜੇ ਬਜ਼ੁਰਗਾਂ ਨੂੰ ਸਾਂਭਣ ਵਾਲਾ ਉਹਨੂੰ ਕਹਿੰਦੇ ਹੋਮ ਸਪੋਰਟ ਵਰਕਰ ਜੀ। ਸੋ ਜਿਹੜਾ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ ਹੈ ਜਾਂ ਦੋਨੋਂ ਜਿਹੜੇ ਪ੍ਰੋਗਰਾਮ ਹੈਗੇ, ਇਹਦੇ ਵਿੱਚ ਮਿਨੀਮਮ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ 12+1 ਸਾਲ ਹੋਰ। 1 ਸਾਲ ਚਾਹੇ ਕੋਈ ਟ੍ਰੇਡ ਡਿਪਲੋਮਾ ਹੋਏ, ਕੋਈ ਵੈਰੀਫਾਈਬਲ ਤੁਹਾਡੇ ਕੋਲ ਐਜੂਕੇਸ਼ਨ ਹੋਏ, ਬੈਚਲਰਸ ਹੋਏ, ਮਾਸਟਰਸ ਹੋਏ, PhD ਹੋਏ, ਜਿਹੜੀ ਮਰਜ਼ੀ ਐਜੂਕੇਸ਼ਨ ਤੁਹਾਡੇ ਕੋਲ ਹੋਏ ਅਤੇ ਤੁਸੀਂ ਇਸ ਪ੍ਰੋਗਰਾਮ ਦੇ ਥੱਲੇ ਕੁਆਲੀਫਾਈ ਕਰ ਜਾਂਦੇ ਹੋ। ਇਹ ਤਾਂ ਹੋਈ ਐਜੂਕੇਸ਼ਨ ਜੀ। ਦੂਜਾ ਉਹਦੇ ਕੋਲ ਇੰਗਲਿਸ਼ ਦਾ ਪ੍ਰੋਫੀਸ਼ੀਐਂਸੀ ਹੋਏ, ਜਿਹਦੇ ਵਿੱਚ ਸਾਨੂੰ IELTS ਦੇ ਵਿੱਚ CLB 5 ਕਹਿੰਦੇ ਆ। CLB 5 ਦਾ ਮਤਲਬ ਹੈਗਾ ਰੀਡਿੰਗ ਵਿੱਚ ਤੁਹਾਡੇ 4 ਹੋਣ, ਲਿਸਨਿੰਗ, ਰਾਈਟਿੰਗ ਅਤੇ ਸਪੀਕਿੰਗ ਵਿੱਚ 5 ਬੈਂਡ ਹੋਣੇ ਜ਼ਰੂਰੀ, ਜਾਂ ਸੈਲਫ ਇੱਕ ਹੋਰ ਟੈਸਟ ਹੈਗਾ, ਉਹਦੇ ਵਿੱਚ ਸਾਡੇ ਸਾਰੇ ਮੋਡਲਸ ਵਿੱਚੋਂ 5-5 ਨੰਬਰ ਹੋਣੇ ਜ਼ਰੂਰੀ ਹਨ। ਇਹ 2 ਗੱਲਾਂ ਇਹ ਹੋ ਗਈਆਂ। ਤੀਜੀ ਗੱਲ ਹੈਗੀ ਜੇ ਤੁਹਾਡੇ ਕੋਲ ਜਿਹੜੀ ਐਜੂਕੇਸ਼ਨ ਹੈ, ਤੁਸੀਂ 6 ਮਹੀਨੇ ਦਾ ਨੈਨੀ ਕੋਰਸ ਕੀਤਾ ਹੋਏ। ਜੇ ਨੈਨੀ ਕੋਰਸ ਨਹੀਂ ਕੀਤਾ, ਤੁਹਾਡੇ ਕੋਲ ਘੱਟੋ ਘੱਟ 1 ਸਾਲ ਦਾ ਬੱਚੇ ਦਾ ਬਜ਼ੁਰਗਾਂ ਨੂੰ ਸਾਂਭਣ ਦਾ ਐਕਸਪੀਰੀਅੰਸ ਹੋਏ, ਔਰ ਜਿਹੜੀ ਤੁਹਾਡੀ ਡਾਕੂਮੈਂਟੇਸ਼ਨ ਹੈ ਉਹਦੀ ਇਵੈਲੂਏਸ਼ਨ ਹੋਏ। ਵੱਖ-ਵੱਖ ਬਾਡੀਜ਼ ਹਨ, ਜਿਵੇਂ ਕਿ ਵਰਲਡ ਐਜੂਕੇਸ਼ਨ ਸਰਵਿਸਿਜ਼ ਜਾਂ ਵੈਸਟ ਦੇ ਨਾਮ ਨਾਲ ਮਸ਼ਹੂਰ ਹੈਗਾ, ਉਹ ਇੱਕ ਬਾਡੀ ਹੈ ਜਿਹਦੇ ਥੱਲੇ ਤੁਹਾਡੀ ਜਿਹੜੀ ਡਾਕੂਮੈਂਟੇਸ਼ਨ ਹੈਗੀ ਇਹ ਪਤਾ ਲਗਾਉਣ ਵਾਸਤੇ ਕਿ ਤੁਸੀਂ 13 ਜਮਾਤਾਂ ਘੱਟੋ ਘੱਟ ਪਾਸ ਹੋ। ਜੇ ਤੁਸੀਂ 12 ਜਮਾਤਾਂ ਪਾਸ ਹੋ ਔਰ ਤੁਸੀਂ ਇਹ ਪ੍ਰੋਗਰਾਮ ਨੈਨੀ ਦਾ ਪੜ੍ਹੀ ਜਾਂਦੇ ਹੋ ਕਿਤੋਂ ਵੀ, ਤਾਂ ਤੁਸੀਂ ਕੁਆਲੀਫਾਈ ਨਹੀਂ ਕਰੋਗੇ, ਕਿਉਂਕਿ ਤੁਹਾਡਾ ਜਿਹੜਾ 1 ਸਾਲ ਦਾ ਲੋਕਲ ਕੋਰਸ ਕੀਤਾ ਗਿਆ ਹੈਗਾ ਉਹ ਕੁਆਲੀਫਾਈ ਨਹੀਂ ਹੁੰਦਾ। ਹਾਂ, ਜਿਹੜੇ ਲੋਕਾਂ ਨੇ 12ਵੀਂ ਪਾਸ ਕੀਤੀ ਹੋਈ ਹੈ ਔਰ ਜੇ ਉਹ ਇੱਥੇ ਜਿਵੇਂ 6 ਮਹੀਨੇ ਦਾ ਕੋਰਸ ਕਰਨ ਤਾਂ ਉਹ ਕੁਆਲੀਫਾਈ ਨਹੀਂ ਕਰਦੇ। ਪਰ ਮੇਰੇ ਕੋਲ ਕੈਨੇਡਾ ਦੇ ਵਿੱਚ ਇੱਕ ਕਾਲਜ ਹੈਗਾ ਜਿਹਦੇ ਵਿੱਚ ਤੁਸੀਂ 10 ਮਹੀਨੇ ਦਾ ਟ੍ਰੇਨਿੰਗ ਲੈਣੀ ਹੈ ਅਤੇ ਸਰਟੀਫਿਕੇਟ ਕੈਨੇਡੀਅਨ ਕਾਲਜ ਹੀ ਤੁਹਾਨੂੰ ਸਰਟੀਫਿਕੇਟ ਦਿੰਦਾ, ਜਿਹੜਾ ਕਿ PSW ਦੇ ਚਾਈਲਡ ਕੇਅਰ ਡਿਪਲੋਮਾ ਦੇ ਨਾਲ ਜਾਣਿਆ ਜਾਂਦਾ ਹੈ। ਤੁਸੀਂ ਇੰਡੀਆ 'ਚ ਹੀ ਬੈਠ ਕੇ ਉਹ ਪ੍ਰੋਗਰਾਮ ਪੜ੍ਹ ਸਕਦੇ ਹੋ ਜੇ ਤੁਸੀਂ 12ਵੀਂ ਪਾਸ ਹੋ, ਅਤੇ ਉਹ ਪ੍ਰੋਗਰਾਮ ਦੇ ਬਾਅਦ ਉਹਦੀ ਡਾਕੂਮੈਂਟੇਸ਼ਨ ਦੀ ਇਵੈਲੂਏਸ਼ਨ ਵੀ ਨਹੀਂ ਹੁੰਦੀ, ਕਿਉਂਕਿ ਉਹ ਜਿਹੜਾ ਡਾਕੂਮੈਂਟ ਹੈਗਾ ਉਹ ਜਿਹੜਾ ਪੋਸਟ ਸੈਕੰਡਰੀ ਪ੍ਰੋਗਰਾਮ ਹੈਗਾ ਉਹ ਕੈਨੇਡੀਅਨ ਕਾਲਜ ਤੋਂ ਇਸ਼ੂ ਹੁੰਦਾ, ਤਾਂ ਉਹਦੀ ਇਵੈਲੂਏਸ਼ਨ ਕਰਾਉਣ ਦੀ ਲੋੜ ਨਹੀਂ ਪੈਂਦੀ ਜੀ। ਉਹਦੀ ਜਿਹੜੀ ਕੈਨੇਡਾ ਦਾ ਜਿਹੜਾ 1 ਸਾਲ ਦਾ ਕੋਰਸ ਹੈ, ਇਹਦੀ ਫੀਸ ਕਿੰਨੀ ਕੁ ਹੋ ਜਾਂਦੀ ਹੈ ਤਕਰੀਬਨ, ਜੇ ਲਗਭਗ ਕਿਸੇ ਨੇ ਕਰਨਾ ਹੋਵੇ? ਅਪਰੋਕਸੀਮੇਟਲੀ $12,000 ਸਾਲ ਦੀ ਫੀਸ ਹੈ। $4,000 ਤੁਹਾਨੂੰ ਪਹਿਲਾਂ ਦੇਣੇ ਹੁੰਦੇ ਹੈ, ਬਾਕੀ ਜਿਹੜੇ $8,000 ਬਚ ਗਏ ਉਹ ਤੁਸੀਂ $800 ਦੀਆਂ ਆਸਾਨ ਕਿਸ਼ਤਾਂ 10 ਮਹੀਨੇ 'ਚ ਦੇਣੀਆਂ ਹੁੰਦੀਆਂ। ਉਹ ਤੁਹਾਡੇ ਦੇ ਉੱਤੇ, ਤੁਸੀਂ ਸਾਰੀ ਇਕੱਠੀਆਂ ਦੇ ਦਿਓ,
ਕਈ ਵਾਰ ਕੀ ਹੁੰਦਾ ਕਿ ਸਟੂਡੈਂਟ ਤੋਂ ਪੜ੍ਹਾਈ ਨਹੀਂ ਹੁੰਦੀ ਜਾਂ ਉਹ ਸੋਚਦਾ ਕਿ ਮੈਂ ਨਹੀਂ ਪੜ੍ਹ ਸਕਦਾ, ਤੇ ਜਿੰਨੇ ਪੈਸੇ ਦਿੱਤੇ ਗਏ ਉਹ ਦਿੱਤੇ ਗਏ, ਉਸ ਤੋਂ ਬਾਅਦ ਤੁਹਾਨੂੰ ਦੇਣ ਦੀ ਕੋਈ ਲੋੜ ਨਹੀਂ ਜੀ। ਅੱਛਾ, ਇੱਕ ਹੋਰ ਵੀ ਸਭ ਤੋਂ ਵੱਡੀ ਇੱਕ ਹੋਰ ਵੀ ਗੱਲ ਹੈਗੀ ਹੈ ਵੀ ਚਲੋ ਇਹ ਤਾਂ ਕੁਆਲੀਫਿਕੇਸ਼ਨ ਦੀ ਗੱਲ ਹੋ ਗਈ, ਚਲੋ ਬੰਦੇ ਨੇ ਮੁੰਡੇ ਨੇ ਜਾਂ ਕੁੜੀ ਨੇ, ਕਿ ਮੁੰਡੇ ਵੀ ਅਪਲਾਈ ਕਰ ਸਕਦੇ ਤੇ ਸਿਰਫ ਕੁੜੀਆਂ ਵਾਸਤੇ ਪ੍ਰੋਗਰਾਮ? ਨਹੀਂ, ਦੇਖੋ ਆਪਾਂ ਜੇ ਕਿਸੇ ਹਸਪੀਟਲ 'ਚ ਜਾਂਦੇ ਹਾਂ, ਸਾਨੂੰ ਮੇਲ ਨਰਸਿਸ ਵੀ ਨਜ਼ਰ ਆਉਂਦੀਆਂ ਤੇ ਫੀਮੇਲ ਤਾਂ ਹੁੰਦੀਆਂ ਤਾਂ ਆਪਾਂ ਇਹ ਕਹੀਏ ਕਿ ਜੇ 100 ਦੇ ਵਿੱਚੋਂ 80 ਲੋਕ ਫੀਮੇਲ ਹੈ ਤੇ 20 ਸਾਨੂੰ ਮੇਲ ਨਰਸਿਸ ਵੀ ਨਜ਼ਰ ਆਉਂਦੀਆਂ। ਸੋ ਇਹ ਜਿਹੜਾ ਪ੍ਰੋਗਰਾਮ ਹੈ ਦੋਨੋਂ ਜੈਂਡਰਸ ਵਾਸਤੇ ਇਕੁਅਲੀ ਗੁੱਡ ਹੈ, ਔਰ ਇਹਦੇ ਵਿੱਚ ਦੋਨੋਂ ਤਰ੍ਹਾਂ ਦੇ ਮੇਲ ਐਂਡ ਫੀਮੇਲ ਦੋਨੋਂ ਤਰ੍ਹਾਂ ਕੈਨੇਡਾ ਵਿੱਚ ਪਹੁੰਚੇ ਹੋਏ ਹਨ ਜੀ। ਅੱਛਾ, ਤੁਹਾਡੀ ਸਭ ਇੱਕ ਹੋਰ ਮੇਰਾ ਸਵਾਲ ਹੈ, ਮੇਰਾ ਨਹੀਂ ਹੈ, ਇਹ ਦਰਸ਼ਕਾਂ ਦਾ ਸਵਾਲ ਹੈ ਜਿਹੜੇ ਪ੍ਰੋਗਰਾਮ ਇਸ ਸਮੇਂ ਟੀਵੀ ਚੈਨਲ ਤੇ ਵੇਖ ਰਹੇ ਨੇ। ਉਹ ਕਹਿੰਦੇ ਵੀ ਜੇ ਸਪੋਜ਼ ਕਰੋ ਕੁੜੀ ਪਹਿਲਾਂ ਜਾਂਦੀ ਹੈ ਜਾਂ ਮੁੰਡਾ ਪਹਿਲਾਂ ਜਾਂਦਾ, ਜੇ ਮੰਨ ਲਓ ਸਪੋਜ਼ ਕੋਈ ਕੁੜੀ ਪਹਿਲਾਂ ਜਾਂਦੀ ਹੈ ਤਾਂ ਕੀ ਉਹਦੇ ਨਾਲ ਜਿਹੜੀ ਬਾਕੀ ਫੈਮਿਲੀ ਮੈਂਬਰ ਹੈ ਜਾਂ ਬੱਚੇ ਨੇ ਉਹਦੇ ਇੱਥੇ ਇੰਡੀਆ 'ਚ ਰਹਿੰਦੇ ਨੇ ਜਾਂ ਉਹਦਾ ਘਰ ਵਾਲਾ ਹੈ, ਕੀ ਉਹ ਵੀ ਨਾਲ ਜਾ ਸਕਦੇ ਨੇ ਕਿ ਉਹ ਬਿਲਕੁਲ ਨਹੀਂ ਜਾ ਸਕਦੇ? ਦੇਖੋ, ਜਿਹੜਾ ਇਹ ਪ੍ਰੋਗਰਾਮ 18 ਜੂਨ 2019 ਨੂੰ ਲਾਂਚ ਹੋਇਆ, ਇਸ ਪ੍ਰੋਗਰਾਮ ਦੇ ਥੱਲੇ ਮੀਆਂ ਬੀਵੀ ਬੱਚੇ ਸਮੇਤ ਇੱਕੋ ਵਾਰ ਸਾਰਿਆਂ ਦੀ ਵਰਕ ਪਰਮਿਟ ਤੇ PR ਦੀ ਫਾਈਲ ਇੱਕੋ ਵਾਰ ਹੀ ਲੱਗਦੀ ਹੈ। ਅੱਛਾ। ਔਰ ਇਹ ਚੰਗੇ ਟਾਈਮ 'ਚ ਇਹ ਕਿਹਾ ਗਿਆ ਸੀਗਾ ਕਿ 1 ਸਾਲ ਦੇ ਬਾਅਦ ਸਾਰੀ ਫੈਮਿਲੀ ਨੂੰ ਵਰਕ ਪਰਮਿਟ ਮਿਲੇਗਾ। ਉਹ ਵਰਕ ਪਰਮਿਟ ਤੇ ਕੈਨੇਡਾ ਪਹੁੰਚੇਗੀ, ਉਹ ਵਰਕ ਪਰਮਿਟ ਉਹਨੂੰ ਮਿਲੇਗਾ 36 ਮਹੀਨਿਆਂ ਦਾ ਜੀ। 2 ਸਾਲ ਉਹਨੇ ਕੰਮ ਕਰਨੇ ਹੋਣਗੇ ਔਰ ਉਹਨੂੰ 2 ਸਾਲ ਕੰਮ ਕਰਨ ਤੋਂ ਬਾਅਦ ਆਪਣੇ ਪੇ ਸਟੱਬਸ ਗਵਰਨਮੈਂਟ ਨੂੰ ਦੇ ਕੇ ਆਪਣੀ ਪਰਮਾਨੈਂਟ ਰੈਜ਼ੀਡੈਂਸੀ ਹਾਸਲ ਕਰਨੀ ਪਏਗੀ ਜਾਂ ਉਹਨੂੰ ਉਸ ਤਰ੍ਹਾਂ ਪਰਮਾਨੈਂਟ ਰੈਜ਼ੀਡੈਂਸੀ ਮਿਲੇਗੀ। ਪਰ ਹੋਇਆ ਕੀ ਹੈ ਕਿ 18 ਜੂਨ 2019 ਨੂੰ ਜਦੋਂ ਪ੍ਰੋਗਰਾਮ ਲਾਂਚ ਹੋਇਆ, ਕਰਦੇ ਕਰਾਂਦੇ ਅਕਤੂਬਰ ਤੋਂ ਫਾਈਲਾਂ ਲੱਗਣੀਆਂ ਸ਼ੁਰੂ ਹੋਈਆਂ, ਅਕਤੂਬਰ 2019 ਵਿੱਚ ਲੱਗਣੀਆਂ ਸ਼ੁਰੂ ਹੋਈਆਂ। ਫਿਰ ਤੁਹਾਨੂੰ ਪਤਾ ਕਿ ਮਾਰਚ 2020 'ਚ ਪੈਂਡੇਮਿਕ ਆ ਗਿਆ, ਕੋਵਿਡ ਆ ਗਿਆ, ਉਹਦੇ ਕਰਕੇ ਥੋੜ੍ਹੀ ਜਿਹੜੀ ਪ੍ਰੋਸੈਸਿੰਗ ਆ ਉਹ ਥੋੜ੍ਹੀ ਸਲੋ ਹੋ ਗਈ। ਔਰ ਇਹਦੇ ਵਿੱਚ ਵੈਸੇ ਤਾਂ ਅਜੇ ਤੱਕ ਕਿਸੇ ਦਾ ਵੀਜ਼ਾ ਆਇਆ ਨਹੀਂ ਹੈ, ਇਸ ਪ੍ਰੋਗਰਾਮ 'ਚ 2.5-3 ਸਾਲ ਹੋਣ ਨੂੰ ਆਏ ਹੈ। ਪਰ ਗਵਰਨਮੈਂਟ ਨੇ ਟਾਈਮ ਟੂ ਟਾਈਮ ਇਹ ਗੱਲ ਕਹੀ ਹੈ ਕਿ ਜਿਨ੍ਹਾਂ ਲੋਕਾਂ ਨੇ 2020 'ਚ ਫਾਈਲਾਂ ਲਾਈਆਂ ਉਹਨਾਂ ਨੂੰ ਕਿਹਾ ਕਿ ਅਸੀਂ ਡਾਇਰੈਕਟ ਤੁਹਾਨੂੰ ਇਮੀਗ੍ਰੇਸ਼ਨ ਦੇਵਾਂਗੇ। ਜਿਨ੍ਹਾਂ ਕੋਲ ਟੈਂਪਰੇਰੀ ਫਾਈਲ ਨੰਬਰਸ ਆਏ ਹੈ ਤਾਂ ਉਹਨਾਂ ਨੂੰ ਇਹ ਡਾਇਰੈਕਟ ਇਮੀਗ੍ਰੇਸ਼ਨ ਦੇਣਗੇ। ਉਹਦੀ ਵਰਕ ਪਰਮਿਟ ਜਿਹੜਾ 2 ਸਾਲ ਦਾ ਵਰਕ ਪਰਮਿਟ ਉਹ ਵੀ ਨਹੀਂ ਹੋਏਗਾ। ਬਸ ਇਹ ਹੈ ਕਿ ਜਦੋਂ ਟੈਂਪਰੇਰੀ ਫਾਈਲਸ ਨੂੰ ਚੁੱਕਣਗੇ, ਉਹਨੂੰ ਦੇਖਣਗੇ ਕਿ ਕੰਪਲੀਟ ਹੈਗੀ ਫਾਈਲ ਕਿ ਨਹੀਂ। ਕੰਪਲੀਟ ਤੋਂ ਮੇਰਾ ਮਤਲਬ ਹੈਗਾ ਕਿ ਕੀ ਐਪਲੀਕੇਸ਼ਨ ਫਾਰਮਸ ਪੂਰੇ ਪ੍ਰੋਪਰ ਲੱਗੇ हैं, ਕੀ ਫੀਸ ਪੂਰੀ ਪ੍ਰੋਪਰ ਹੈ, ਐਜੂਕੇਸ਼ਨ ਡਾਕੂਮੈਂट्स ठीक ठाक हैं, ਸਾਰੇ ਡਾਕੂਮੈਂਟਸ ਸਾਈਨ ਹੋਏ ਹੈ, ਜਿਹੜੀ ਐਪਲੀਕੇਸ਼ਨ ਪ੍ਰੋਪਰ ਸਾਈਨ ਹੋਈ ਹੈ। ਜੇ ਕੰਪਲੀਟ ਹੋਏਗੀ ਐਪਲੀਕੇਸ਼ਨ, ਉसी ਐਪਲੀਕੇਸ਼ਨ ਨੂੰ ਡਾਇਰੈਕਟ ਵੀਜ਼ਾ ਮਿਲੇਗਾ, ਪਰਮਾਨੈਂਟ ਰੈਜ਼ੀਡੈਂਸੀ ਮਿਲੇਗੀ। ਇਹ ਸਿਰਫ 2020 ਦੀਆਂ ਐਪਲੀਕੇਸ਼ਨਸ ਹੈ। ਜਿਹੜੇ 2019 ਹੈਗੀਆਂ ਐਪਲੀਕੇਸ਼ਨ, ਮੇਰੇ ਕੋਲ ਵੀ ਕਈ ਐਪਲੀਕੇਸ਼ਨ ਲੱਗੀਆਂ, ਉਹਦੇ ਵਿੱਚ ਹੁਣ ਕਮਿਊਨੀਕੇਸ਼ਨ ਸ਼ੁਰੂ ਕਰ ਦਿੱਤੀ ਹੈ ਗਵਰਨਮੈਂਟ ਨੇ। ਉਹਨਾਂ ਨੇ ਕੋਈ ਡਾਕੂਮੈਂਟੇਸ਼ਨ ਹੋਰ ਮੰਗ ਲਿੱਤੀ ਹੈ ਇਹ ਦੇਖਣ ਵਾਸਤੇ, ਜਿਨ੍ਹਾਂ ਨੇ ਬਜ਼ੁਰਗਾਂ ਦੇ ਵਾਸਤੇ ਲਗਾਇਆ ਸੀ ਕਿ ਬਜ਼ੁਰਗ ਅਜੇ ਵੀ ਜ਼ਿੰਦਾ ਹਨ, ਜਾਂ ਕਈ ਵਾਰੀ ਜੇ ਨਹੀਂ ਵੀ ਬਜ਼ੁਰਗ ਰਹੇ ਤੇ ਉਹਦੇ ਵਾਸਤੇ ਉਹਨਾਂ ਦੀ ਜਿਹੜੀ ਫਾਈਲ ਹੈਗੀ, ਫਾਈਲਿੰਗ ਜਿਹੜੀ ਹੈ ਦੁਬਾਰਾ ਤੋਂ ਆਪਾਂ ਜਿਹੜਾ ਇੰਪਲੋਇਰ ਹੈਗਾ ਉਹ ਬਦਲ ਕੇ ਅਜੇ ਵੀ ਫਾਈਲ ਉਹਨਾਂ ਦੀ ਕਿਊ ਦੇ ਵਿੱਚ ਹੀ ਹੈ, ਉਹਦੇ ਵਾਸਤੇ ਠੀਕ ਠਾਕ ਉਹ ਚੱਲ ਰਿਹਾ। ਤੇ ਜਿਨ੍ਹਾਂ ਨੇ 2021 ਦੇ ਵਿੱਚ ਅਪਲਾਈ ਕੀਤਾ ਉਹਨਾਂ ਦੀ ਵੀ ਪ੍ਰੋਸੈਸਿੰਗ ਹੋ ਰਹੀ ਹੈ। ਆਸ ਹੈਗੀ ਕਿ ਹੋਰ 7-8 ਮਹੀਨੇ ਤੱਕ ਰਿਜ਼ਲਟ ਆਉਣੇ ਸ਼ੁਰੂ ਹੋ ਜਾਣਗੇ। ਪ੍ਰੋਸੈਸਿੰਗ ਚੱਲ ਰਹੀ ਹੈ, ਸਲੋਲੀ ਚੱਲ ਰਹੀ ਹੈ ਪਰ ਚੱਲ ਰਹੀ ਹੈ। ਜੀ ਬਿਲਕੁਲ ਜੀ, ਹਾਂ, ਸੋਢੀ ਸਾਹਿਬ ਨਾਲ ਸਾਡੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ। ਤੇ ਦੋਸਤੋ, ਅਸੀਂ ਫੋਨ ਨੰਬਰ ਇਹਨਾਂ ਦਾ ਅਸੀਂ ਫਲੈਸ਼ ਕੀਤਾ ਹੋਇਆ ਹੈ ਗਲੋਬਲ ਵਿਲੇਜ ਵਾਲਿਆਂ ਦਾ, ਜਿਨ੍ਹਾਂ ਦਾ ਮੋਹਾਲੀ ਦੇ ਵਿੱਚ 6 ਫੇਸ ਦੇ ਵਿੱਚ ਵੀ ਦਫ਼ਤਰ ਹੈ। ਆ ਜਿਹੜੇ ਕੈਨੇਡਾ ਵਾਲੇ ਨੇ ਉਹ ਟੋਰਾਂਟੋ ਦੇ ਨੰਬਰ ਤੇ ਵੀ ਸੰਪਰਕ ਕਰ ਸਕਦੇ ਨੇ। ਉਸੇ ਨੰਬਰ ਤੇ WhatsApp ਚੱਲਦਾ ਹੈ, ਉਹ ਤੇ ਤੁਸੀਂ WhatsApp ਕਾਲ ਕਰਨੀ ਹੈ WhatsApp ਕਾਲ ਵੀ ਕਰ ਸਕਦੇ ਹੋ। ਦੂਸਰੀ ਰੈਂਡਮ ਕਾਲ ਕਰਨੀ ਹੈ, ਰੈਂਡਮ ਕਾਲ ਕਰਕੇ ਵੀ ਪੂਰੀ ਜਾਣਕਾਰੀ ਤੁਸੀਂ ਹਾਸਲ ਕਰ ਸਕਦੇ ਹੋ। ਜੇ ਤੁਸੀਂ ਆਪਣੇ ਮੁੰਡੇ ਨੂੰ ਜਾਂ ਕਿਸੇ ਕੁੜੀ ਨੂੰ ਨੈਨੀ ਬੇਸ 'ਤੇ ਜਿਹੜਾ ਕਿ ਪਾਇਲਟ ਪ੍ਰੋਜੈਕਟ ਹੁਣ ਸ਼ੁਰੂ ਹੋਣ ਜਾ ਰਿਹਾ, ਉਹ ਕੁਝ ਕੁ ਦਿਨ ਜਿਹਨੂੰ ਕਹਿ ਸਕਦੇ ਆ ਆਪਾਂ ਬਾਕੀ ਨੇ, ਵੀ ਜੇ ਤੁਸੀਂ ਹੁਣ ਨਾ ਗਏ ਤਾਂ ਸ਼ਾਇਦ ਤੁਸੀਂ ਕਦੇ ਵੀ ਨਹੀਂ ਜਾ ਸਕਦੇ। ਸੋ ਇਸ ਕਰਕੇ ਇੱਕ ਵਾਰੀ ਜ਼ਰੂਰ ਸਲਾਹ ਮਸ਼ਵਰਾ ਜ਼ਰੂਰ ਕਰੋ। ਤੁਸੀਂ ਜਿੰਨੀ ਮਰਜ਼ੀ ਜਾਣਕਾਰੀ ਹਾਸਲ ਇਹਨਾਂ ਦੇ ਦਫ਼ਤਰ ਦੇ ਵਿੱਚ ਤੁਸੀਂ ਕਰ ਸਕਦੇ ਹੋ ਫੋਨ 'ਤੇ। ਇਹਨਾਂ ਦੇ ਫੋਨ ਨੰਬਰ ਅਸੀਂ ਰੈਗੂਲਰ TV ਸਕਰੀਨ 'ਤੇ ਫਲੈਸ਼ ਜਿਹੜੇ ਹੋਏ ਨੇ ਉਹ ਕੀਤੇ ਹੋਏ ਨੇ। ਅੱਛਾ, ਇੱਕ ਹੋਰ ਵੀ ਸਭ ਤੋਂ ਵੱਡੀ ਇੱਕ ਗੱਲ ਹੈਗੀ ਹੈ, ਜਦੋਂ ਨੈਨੀ ਬੇਸ 'ਤੇ ਬੰਦਾ ਜਾਂਦਾ ਹੈ ਜਾਂ ਉੱਥੇ ਜੋਬ ਕਰਦਾ ਹੈ, ਉਸ ਤੋਂ ਬਾਅਦ ਜੋਬ ਤੋਂ ਬਾਅਦ ਤੁਸੀਂ ਗੱਲ ਕਰ ਰਹੇ ਸੀ ਵੀ ਉਹ ਕਿਤੇ ਹੋਰ ਵੀ ਜੋਬ ਕਰ ਸਕਦੇ, ਇਹੀ ਗੱਲ ਕਰ ਰਹੇ ਸੀ ਨਾ ਤੁਸੀਂ? ਨਹੀਂ, ਮੈਂ ਇਹ ਨਹੀਂ ਕਹਿ ਰਿਹਾ ਸੀ ਕਿ ਮੈਂ ਇਹ ਗੱਲ ਕਹਿ ਰਿਹਾ ਸੀ ਕਿ ਜਦੋਂ ਉਹ ਕਿਸੇ ਦੇ ਘਰ ਜਾ ਕੇ ਉਹਨੇ ਨੌਕਰੀ ਕਰਨੀ ਸ਼ੁਰੂ ਕੀਤੀ, ਆਪਣੇ ਉਹਦੇ ਬੱਚੇ ਸਾਂਭ ਰਹੇ ਜਾਂ ਬਜ਼ੁਰਗ ਸਾਂਭ ਰਹੇ ਹੈ, ਜੇ ਲੱਗਦਾ ਕਿ ਜੇ ਤੁਹਾਨੂੰ ਸਿਰਫ 40 ਘੰਟੇ ਕੰਮ ਕਰਨਾ ਹੈ, ਤੁਹਾਨੂੰ ਲੱਗਦਾ ਕਿ ਉਹ 40 ਦੀ ਬਜਾਏ 50 ਘੰਟੇ ਕੰਮ ਕਰਾ ਰਿਹਾ ਤੇ ਕੰਮ ਪੇਮੈਂਟ ਤੁਹਾਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਿਹਾ, ਤੁਸੀਂ ਆਪਣਾ ਇੰਪਲੋਇਰ ਬਦਲ ਵੀ ਸਕਦੇ ਹੋ। ਓਕੇ, ਉਹ ਰਿਸਟ੍ਰਿਕਟਿਡ ਓਪਨ ਵਰਕ ਪਰਮਿਟ ਮਿਲਦਾ ਹੈ। ਜਿਹੜੀ ਇਹ ਪ੍ਰਿੰਸੀਪਲ ਐਪਲੀਕੈਂਟ ਹੈ, ਜਿਹਨੇ ਕਿ ਨਰਸਿੰਗ, ਜਿਹਨੇ ਕਿ ਬੱਚੇ ਜਾਂ ਬਜ਼ੁਰਗ ਸਾਹਮਣੇ ਹੈ, ਉਹਨੂੰ ਇਹ ਪ੍ਰਿੰਸੀਪਲ ਐਪਲੀਕੈਂਟ ਅਸੀਂ ਕਹਿ ਰਹੇ ਹਾਂ ਕਿ ਉਹ ਆਪਣਾ ਜਿਹੜੀ ਜੋਬ ਹੈ ਉਹ ਬਦਲ ਵੀ ਸਕਦੀ ਹੈ ਜੇ ਉਹਨੂੰ ਲੱਗੇ ਵੀ ਉਹਨੂੰ ਮਿਸਯੂਜ਼ ਹੋ ਰਿਹਾ ਜਾਂ ਉਹਦੋਂ ਜ਼ਿਆਦਾ ਕੰਮ ਲਿਆ ਜਾ ਰਿਹਾ, ਪੇਮੈਂਟ ਉਹਨੂੰ ਘੱਟ ਕੀਤੀ ਜਾ ਰਹੀ ਹੈ। ਤੇ ਉਹਦੇ ਨਾਲ ਜਿਹੜਾ ਉਹਦਾ ਨਾਲ ਉਹਦੇ ਸਪਾਊਸ ਗਿਆ ਹੁੰਦਾ ਹੈ,
ਉਹਨੂੰ ਮਿਲਦਾ ਓਪਨ ਵਰਕ ਪਰਮਿਟ ਤੇ ਉਹ ਜਿੱਥੇ ਮਰਜ਼ੀ ਕੰਮ ਕਰ ਸਕਦਾ। ਜਿਹੜੇ ਬੱਚੇ ਹੈਗੇ ਉਹਨਾਂ ਦੀ ਵੱਖ-ਵੱਖ ਉਮਰ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਕਿਸੇ ਨੂੰ ਸਟੱਡੀ ਪਰਮਿਟ ਮਿਲਦਾ, ਕਿਸੇ ਨੂੰ ਕਿਹੜਾ ਵਿਜ਼ਟਰ ਤੇ ਜਾ ਰਿਹਾ, ਕਿਸੇ ਬੱਚੇ ਨੂੰ ਵੀ ਓਪਨ ਵਰਕ ਪਰਮਿਟ ਮਿਲ ਸਕਦਾ ਜੀ। ਅੱਛਾ, ਇਹ ਕਿੰਨਾ ਸਮਾਂ ਕਿੰਨਾ ਲੱਗਦਾ ਜੇ ਸਪੋਜ਼ ਕਰੋ ਤੁਹਾਡੀ ਕੰਪਨੀ ਦੇ ਥਰੂ ਕੋਈ ਬੰਦਾ ਅਪਲਾਈ ਕਰਦਾ ਨੈਨੀ ਬੇਸ 'ਤੇ ਕੈਨੇਡਾ ਜਾਣ ਲਈ, ਤਾਂ ਇਹਦਾ ਸਮਾਂ ਕਿੰਨਾ ਹੈ, ਪੀਰੀਅਡ ਕਿੰਨਾ ਲੱਗਦਾ? ਦੇਖੋ ਵੈਸੇ ਤਾਂ ਮਤਲਬ ਮੇਰੇ ਥਰੂ ਜਾਏ ਜਾਂ ਕਿਸੇ ਦੇ ਹੋਰ ਥਰੂ ਵੀ ਜਾਏ, ਉਹਦੇ 'ਚ ਇਸ ਤਰ੍ਹਾਂ ਹੈ ਕਿ ਜੋ ਟਾਈਮ ਲੱਗਣਾ ਉਹ ਤਾਂ ਲੱਗਣਾ ਹੈ। ਗਵਰਨਮੈਂਟ ਪਹਿਲਾਂ ਕਹਿੰਦੀ ਸੀ ਕਿ ਵੀ 1 ਸਾਲ ਦੇ ਵਿੱਚ ਨਿਪਟਾਰਾ ਹੋ ਜਾਏਗਾ। ਕਿਉਂ? ਪੈਂਡੇਮਿਕ ਆਉਣ ਦੇ ਕਰਕੇ ਪਿਛਲੇ 3 ਸਾਲ ਤੋਂ ਜਾਂ 2.5-3 ਸਾਲ ਤੋਂ ਕਿਸੇ ਦਾ ਵੀ ਵੀਜ਼ਾ ਵਰਕ ਪਰਮਿਟ ਅਜੇ ਨਹੀਂ ਲੱਗਿਆ। ਪਰ ਇਹ ਪ੍ਰੋਗਰਾਮ ਹੀ ਇੰਨਾ ਚੰਗਾ ਹੈ ਕਿ ਸਿਰਫ 5 ਬੈਂਡ ਆਲਸ ਦੇ ਵਿੱਚ ਜਿਹੜੀ ਤੁਹਾਡੀ ਐਜੂਕੇਸ਼ਨ ਹੈ ਸਾਰਾ 12+1 ਅਤੇ ਜਿਹੜਾ ਤੁਹਾਡੀ ਐਕਸਪੀਰੀਅੰਸ ਹੈ ਤੁਹਾਡੇ ਕੋਲ ਜੇ ਹੋਏ ਚੰਗੀ ਗੱਲ ਹੈ, ਸਾਲ ਦਾ ਹੋਏ ਤਾਂ ਬਹੁਤ ਹੀ ਚੰਗਾ ਹੈ। 6 ਮਹੀਨੇ ਦੀ ਤੁਹਾਡੀ ਐਜੂਕੇਸ਼ਨ ਲੈ ਕੇ ਤੁਸੀਂ ਕੈਨੇਡਾ ਵਿੱਚ ਨੈਨੀ ਬੇਸ 'ਤੇ ਜਾ ਕੇ ਜਾਂ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ ਜਾਂ ਹੋਮ ਸਪੋਰਟ ਵਰਕਰ ਦੇ ਥੱਲੇ ਜਾ ਕੇ 2 ਸਾਲ ਉੱਥੇ ਕੰਮ ਕਰਕੇ ਆਪਣੀ ਪਰਮਾਨੈਂਟ ਰੈਜ਼ੀਡੈਂਸੀ ਬੜੀ ਆਸਾਨੀ ਨਾਲ ਲੈ ਸਕਦੇ ਹੋ। ਜੀ ਬਿਲਕੁਲ ਜੀ, ਬਿਲਕੁਲ। ਦੇਖੋ ਤੁਹਾਡੀਆਂ ਸਾਰੀਆਂ ਗੱਲਾਂ ਆਸਾਨ ਅਸੀਂ ਕਰਤੀਆਂ, ਸਾਰੀ ਜਾਣਕਾਰੀ ਤੁਹਾਨੂੰ ਦੇਤੀ, ਲੇਕਿਨ ਬਹੁਤ ਸਾਰੀਆਂ ਜਾਣਕਾਰੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਜਿਹੜੀਆਂ ਫੋਨ 'ਤੇ ਤੁਸੀਂ ਲੈ ਸਕਦੇ ਹੋ। ਅਗਰ ਤੁਹਾਡੇ ਮਨ ਦੇ ਵਿੱਚ ਕੋਈ ਪ੍ਰਸ਼ਨ ਹੈ, ਤੁਹਾਡੇ ਮਨ ਦੇ ਵਿੱਚ ਕੋਈ ਵੀ ਸ਼ੰਕਾ ਹੈਗੀ ਹੈ, ਤਾਂ ਤੁਸੀਂ ਸੋਢੀ ਸਾਹਿਬ ਨਾਲ ਫੋਨ 'ਤੇ ਰਾਬਤਾ ਕਾਇਮ ਕਰ ਸਕਦੇ ਹੋ। ਜੇ ਤੁਸੀਂ ਪੰਜਾਬ 'ਚ ਬੈਠੇ ਹੋ ਤਾਂ ਪੰਜਾਬ ਦੇ ਨੰਬਰ ਵੀ ਫਲੈਸ਼ ਕੀਤੇ ਹੋਏ ਨੇ। ਫੇਸ 6 ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਦਫ਼ਤਰ ਹੈ ਔਰ ਪੰਜਾਬ ਸਰਕਾਰ ਤੋਂ ਬਕਾਇਦਾ ਤੌਰ 'ਤੇ ਮਾਨਤਾ ਪ੍ਰਾਪਤ ਇਹਨਾਂ ਦੀ ਏਜੰਸੀ ਹੈ। ਕੋਈ ਡਰ ਖਤਰੇ ਵਾਲੀ ਗੱਲ ਨਹੀਂ ਹੈਗੀ। ਸੋ ਇਸੇ ਕਰਕੇ ਤੁਸੀਂ ਸਹੀ ਨੰਬਰ 'ਤੇ ਸਹੀ ਟਾਈਮ 'ਤੇ ਇਹਨਾਂ ਨਾਲ ਸੰਪਰਕ ਕਰੋ ਔਰ ਕੋਸ਼ਿਸ਼ ਕਰੋ ਕਿ 1 ਨੰਬਰ ਦੇ ਵਿੱਚ ਕੈਨੇਡਾ ਜਾਣ ਦੀ ਕੋਸ਼ਿਸ਼ ਕਰੋ। 2 ਨੰਬਰ ਦੇ ਸੁਪਨੇ ਨਾ ਲਿਆ ਕਰੋ, ਕਿਉਂਕਿ 2 ਨੰਬਰ ਦੇ ਵਿੱਚ ਸਿਰਫ ਤੁਸੀਂ ਜੇਲ੍ਹ ਜਾ ਸਕਦੇ ਹੋ, ਕੈਨੇਡਾ ਨਹੀਂ ਜਾ ਸਕਦੇ। ਅੱਛਾ, ਤੁਸੀਂ ਇਸ ਪ੍ਰੋਜੈਕਟ ਬਾਰੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ? ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਲੋਕ ਵਿਜ਼ਟਰ ਵੀਜ਼ਾ ਦੇ ਉੱਤੇ ਕੈਨੇਡਾ ਆਏ ਹੋਏ ਹਨ ਜਾਂ ਜਿਨ੍ਹਾਂ ਨੇ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਜਾਂ ਹੋਮ ਸਪੋਰਟ ਵਰਕਰ ਦੇ ਵਿੱਚ ਇੰਡੀਆ ਬੈਠ ਕੇ ਆਪਣੀਆਂ ਫਾਈਲਾਂ ਲਾਈਆਂ, ਕਿਉਂਕਿ ਥੋੜ੍ਹੀ ਜਿਹੀ ਫਰਸਟ੍ਰੇਸ਼ਨ ਤਾਂ ਜ਼ਰੂਰ ਹੈ, ਕਿਉਂਕਿ ਜਦੋਂ ਇਹ ਪ੍ਰੋਗਰਾਮ ਸ਼ੁਰੂ ਹੋਇਆ ਸੀ ਇਹ ਕਿਹਾ ਗਿਆ ਸੀ 1 ਸਾਲ ਦੇ ਵਿੱਚ ਨਿਪਟਾਰਾ ਹੋਏਗਾ। ਜਿਵੇਂ ਮੈਂ ਬਾਰ-ਬਾਰ ਦੱਸ ਰਿਹਾ ਕਿ ਪੈਂਡੇਮਿਕ ਕਰਕੇ ਸਾਰੇ ਕੁਝ ਡਿਲੇ ਹੋ ਗਿਆ, ਵੀਜ਼ਾ ਅਫਸਰ ਵੀ ਪੂਰੇ ਫੁੱਲ ਫਲੈਜ ਨਹੀਂ ਆ ਕੇ ਉਹਨਾਂ ਨੇ ਐਪਲੀਕੇਸ਼ਨਸ ਦੇਖੀਆਂ, ਸਾਰੇ ਪ੍ਰੋਗਰਾਮ ਦੇ ਉੱਤੇ ਅਸਰ ਪਿਆ। ਸੋ ਜੇ ਤੁਹਾਡੇ ਕੋਲ ਵਿਜ਼ਟਰ ਵੀਜ਼ਾ ਫੜਿਆ ਹੋਇਆ, ਚਾਹੇ ਤੁਸੀਂ ਇੰਡੀਆ ਵਿੱਚ ਹੀ ਵੀ ਰਹਿ ਰਹੇ ਹੋ, ਤੁਹਾਡੇ ਕੋਲ ਵਿਜ਼ਟਰ ਵੀਜ਼ਾ ਹੈ ਕੈਨੇਡਾ ਪਹੁੰਚਣ ਦਾ, ਜੇ ਤੁਸੀਂ ਥੋੜ੍ਹੇ ਸਮੇਂ ਵਿੱਚ ਕੈਨੇਡਾ ਪਹੁੰਚ ਜਾਂਦੇ ਹੋ ਤੇ ਇੱਕ ਪ੍ਰੋਗਰਾਮ ਦੇ ਥੱਲੇ ਮੈਂ ਤੁਹਾਨੂੰ ਜਿਹੜਾ ਤੁਹਾਡਾ ਵਰਕ ਪਰਮਿਟ ਹੈ ਨੈਨੀ ਦਾ ਜਾਂ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਹੋਮ ਸਪੋਰਟ ਵਰਕਰ, ਇਹਦੇ ਅਧੀਨ ਤੁਹਾਨੂੰ ਮੈਂ ਬਹੁਤ ਹੀ ਥੋੜ੍ਹੇ ਸਮੇਂ ਦੇ ਵਿੱਚ ਵਰਕ ਪਰਮਿਟ ਕੈਨੇਡਾ ਪਹੁੰਚਣ ਦੇ ਬਾਅਦ ਲੈ ਕੇ ਦੇ ਸਕਦਾ, ਤਾਂ ਕਿ ਤੁਹਾਨੂੰ ਇੰਡੀਆ 'ਚ ਬੈਠ ਕੇ ਜਾਂ ਹੋਰ ਦੇਸ਼ਾਂ 'ਚ ਬੈਠ ਕੇ ਇੰਤਜ਼ਾਰ ਕਰਨ ਦੀ ਲੋੜ ਨਹੀਂ ਕਿ ਕਦੋਂ ਸਾਡਾ ਵੀਜ਼ਾ ਆਏਗਾ ਅਤੇ ਕਦੋਂ ਅਸੀਂ ਕੈਨੇਡਾ ਪਹੁੰਚਾਂਗੇ। ਸੋ ਐਟਲੀਸਟ ਇੱਕ ਜਿਹੜੀ ਪ੍ਰਿੰਸੀਪਲ ਐਪਲੀਕੈਂਟ ਹੈ ਜਾਂ ਦੋਨਾਂ ਕੋਲ ਜੇ ਵੀਜ਼ਾ ਫੜਿਆ ਅਤੇ ਇੱਕ ਨੂੰ ਮੈਂ ਨੈਨੀ ਬੇਸ ਦੇ ਉੱਤੇ ਹੀ ਉਹਨੂੰ ਵਰਕ ਪਰਮਿਟ ਲੈ ਦਾਂਗਾ ਬਹੁਤ ਹੀ ਥੋੜ੍ਹੇ ਸਮੇਂ 'ਚ, 3.5 ਮਹੀਨੇ 'ਚ ਮੈਂ ਵਰਕ ਪਰਮਿਟ ਲੈ ਦਾਂਗਾ। ਜਿਹੜਾ ਉਹਦਾ ਸਪਾਊਸ ਹੈ ਉਹਦੇ ਵਾਸਤੇ ਵੀ ਮੇਰੇ ਕੋਲ ਪ੍ਰੋਸੀਜਰ ਹੈ ਕਿ ਉਹਦੇ ਸਪਾਊਸ ਨੂੰ ਮੈਂ ਓਪਨ ਵਰਕ ਪਰਮਿਟ ਲੈ ਕੇ ਦੇ ਸਕਦਾ। ਸੋ ਇਹ ਮੈਂ ਉਹਨਾਂ ਲੋਕਾਂ ਵਾਸਤੇ ਕਹਿ ਰਿਹਾ ਜੋ ਆਲਰੇਡੀ ਜੇ ਤਾਂ ਚਾਹੇ ਉਹ ਵਿਜ਼ਟਰ ਵੀਜ਼ਾ 'ਤੇ ਕੈਨੇਡਾ ਪਹੁੰਚੇ ਹੋਏ ਹੋਣ ਜਾਂ ਉਹਨਾਂ ਕੋਲ ਇੰਡੀਆ ਜਾਂ ਬਾਹਰਲੇ ਦੇਸ਼ਾਂ 'ਚ ਵਿਜ਼ਟਰ ਵੀਜ਼ਾ ਹੈ ਪਰ ਆਪਣੇ ਦੇਸ਼ਾਂ 'ਚ ਬੈਠੇ ਹੁਣ ਤੁਹਾਨੂੰ ਪਤਾ ਕਿ ਹੁਣ ਤਾਂ ਵਿਜ਼ਟਰ ਵੀਜ਼ਾ ਖੁੱਲ੍ਹ ਗਿਆ, ਤੁਸੀਂ ਹੁਣ ਕੈਨੇਡਾ ਜਾ ਸਕ ਰਹੇ ਹੋ ਅਤੇ ਤੁਸੀਂ ਇਹ ਉਪਰਾਲਾ ਕਰਦੇ ਹੋਏ ਜਲਦ ਤੋਂ ਜਲਦ ਕੈਨੇਡਾ ਪਹੁੰਚੋ। ਪਹੁੰਚਣ ਤੋਂ ਪਹਿਲਾਂ ਮੈਨੂੰ ਜ਼ਰੂਰ ਕਮਿਊਨੀਕੇਟ ਕਰ ਲਓ ਮੇਰੇ ਨਾਲ, ਮੈਂ ਇਹ ਦੇਖ ਲਾਂਗਾ ਕਿ ਤੁਸੀਂ ਕੁਆਲੀਫਾਈ ਕਰ ਰਹੇ ਹੋ ਕਿ ਨਹੀਂ ਕਰ ਰਹੇ। ਸੋ ਇਹਦੇ ਬਾਰੇ ਮੈਂ ਜਿਹੜੀ ਤੁਹਾਨੂੰ ਇਨਫੋਰਮੇਸ਼ਨ ਦੇਣਾ ਚਾਹੁੰਦਾ। ਨਾਲ ਇਹ ਵੀ ਦੱਸਣਾ ਚਾਹੁੰਦਾ 1 ਜਨਵਰੀ 2022 ਨੂੰ 2750 ਸੀਟਾਂ ਦੇ ਨਾਲ ਬੱਚਿਆਂ ਨੂੰ ਸਾਂਭਣ ਵਾਲਾ ਜਿਹੜਾ ਪ੍ਰੋਗਰਾਮ ਹੈ ਦੁਆਰਾ ਖੁੱਲ੍ਹ ਰਿਹਾ। ਸੋ ਜੇ ਕਿਸੇ ਕੋਲ ਇਸ ਮੂਮੈਂਟ ਜਦੋਂ ਅਸੀਂ ਗੱਲ ਕਰ ਰਹੇ ਹਾਂ 9 ਦਸੰਬਰ ਨੂੰ, ਜੇ ਕਿਸੇ ਕੋਲ ਸਾਰੇ ਐਜੂਕੇਸ਼ਨਲ ਡਾਕੂਮੈਂਟਸ ਪ੍ਰੋਪਰ ਹੈ, ਕਿਸੇ ਕੋਲ ਵੈਸ ਕਰਾਈ ਹੋਈ ਇਵੈਲੂਏਸ਼ਨ ਹੋਈ ਹੈ, ਤੁਸੀਂ ਨੈਨੀ ਪ੍ਰੋਗਰਾਮ ਪੜ੍ਹਿਆ ਹੋਇਆ ਜਾਂ ਤੁਹਾਡੇ ਕੋਲ ਐਕਸਪੀਰੀਅੰਸ ਹੈ, ਆਇਲਟਸ 'ਚ 5 ਬੈਂਡ ਹੈਗੇ, ਤਾਂ ਤੁਸੀਂ ਮੈਨੂੰ ਜਲਦ ਤੋਂ ਪਹਿਲਾਂ ਕਮਿਊਨੀਕੇਟ ਮੇਰੇ ਨਾਲ ਕਰੋ। ਤੁਹਾਡੀ ਫਾਈਲ ਅਸੀਂ ਕੁਇਕਲੀ ਬਣਾ ਕੇ ਤੁਹਾਨੂੰ 1 ਜਨਵਰੀ ਵਾਸਤੇ ਤਿਆਰ ਰੱਖਾਂਗੇ ਤਾਂ ਕਿ ਤੁਸੀਂ ਆਪਣਾ ਜਿਹੜਾ ਇਹ ਪ੍ਰੋਗਰਾਮ ਦੇ ਥੱਲੇ ਤੁਸੀਂ ਆਪਣਾ ਕੇਸ ਲਗਾ ਸਕੋ। ਸਾਰੀ ਫੈਮਿਲੀ ਦਾ ਇਕੱਠੇ ਹੀ ਲੱਗੇਗਾ ਕੇਸ ਜੇ ਤੁਸੀਂ ਮੈਰਿਡ ਹੋ। ਔਰ ਜੇ 2750 ਸੀਟਾਂ ਦੇ ਵਿੱਚ ਜੇ ਇੱਕ ਫੈਮਿਲੀ 'ਚ 4 ਮੈਂਬਰ ਹੈ ਤਾਂ ਇਹ ਇੱਕ ਸੀਟ ਹੀ ਮੰਨੀ ਜਾਂਦੀ ਹੈ ਇੱਕ ਪੂਰੀ ਫੈਮਿਲੀ ਤੋਂ। 2750 ਸੀਟਾਂ ਦੇ ਵਿੱਚ ਇੱਕ ਫੈਮਿਲੀ ਜੇ ਨਿਕਲਦੀ ਹੈ ਤਾਂ 2749 ਸੀਟਾਂ ਅਜੇ ਵੀ ਬਾਕੀ ਹੈਗੀਆਂ। ਸੋ ਇਹ ਪ੍ਰੋਗਰਾਮ ਬਹੁਤ ਹੀ ਜਲਦੀ ਬੰਦ ਹੋਣ ਵਾਲਾ ਹੈ ਜੇ ਅਸੀਂ 1 ਜਨਵਰੀ ਨੂੰ ਸ਼ੁਰੂ ਹੋਏਗਾ, ਕਿਉਂਕਿ ਹੁਣ ਇਹ ਫਾਈਲਿੰਗ ਆਨਲਾਈਨ ਹੋ ਗਈ ਹੈ। ਦਸਤੀ ਵੀ ਕਰ ਸਕਦੇ ਪਰ ਉਹ ਕਰਨਾ ਅਸੀਂ ਚਾਹਾਂਗੇ ਨਹੀਂ, ਕਿਉਂਕਿ 1 ਜਨਵਰੀ ਤੋਂ ਅਸੀਂ ਇਹਨੂੰ ਆਨਲਾਈਨ ਫਾਈਲਿੰਗ ਕਰਾਂਗੇ, ਬਹੁਤ ਕੁਇਕ ਹੋਏਗਾ। ਸੋ ਮੈਂ ਇਹ ਗੁਜ਼ਾਰਿਸ਼ ਕਰਦਾ ਸਾਰੇ ਵਿਊਅਰਸ ਨੂੰ ਕਿ ਮੈਨੂੰ ਕੰਟੈਕਟ ਕਰੋ, ਕਿਉਂਕਿ ਮੈਂ ਬਹੁਤ ਸਾਲਾਂ ਤੋਂ ਨੈਨੀ ਪ੍ਰੋਗਰਾਮ ਦੇ ਵਾਸਤੇ ਫਾਈਲਿੰਗ ਕਰ ਰਹੇ ਹਾਂ। ਜਿਹੜੀ ਉਹਨਾਂ ਦੀ ਚੈੱਕ ਲਿਸਟ ਹੈ ਮੇਰੇ ਹਿਸਾਬ ਨਾਲ ਸਿਰਫ 65% ਹੈਗੀ,
ਮੈਂ ਕਈ ਸਾਲਾਂ ਤੋਂ ਹਰ 5 ਸਾਲ ਦੇ ਬਾਅਦ ਇਹ ਪ੍ਰੋਗਰਾਮ ਬਦਲਦਾ ਹੈ, ਨਵੇਂ ਇਹਦੇ ਡਾਕੂਮੈਂਟਸ ਚੈੱਕਲਿਸਟ ਆਉਂਦੀ ਹੈ। ਸੋ ਜਿਹੜੇ ਪੁਰਾਣੇ ਟਾਈਮ ਦੇ ਵਿੱਚ ਜਿਹੜੀ ਡਾਕੂਮੈਂਟ ਚੈੱਕਲਿਸਟ ਸੀ ਉਹਦਾ ਵੀ ਹਵਾਲਾ ਮੈਂ ਨਵੀਂ ਚੈੱਕਲਿਸਟ ਦੇ ਵਿੱਚ ਦਿੰਦੇ ਹੋਏ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਸਾਰਿਆਂ ਦਾ ਫਾਈਲ ਨੰਬਰ ਆਏ। ਮੇਰੇ ਅੱਜ ਤੱਕ ਜਿੰਨੇ ਵੀ ਕੇਸ ਲੱਗੇ ਹੈ, ਚਾਹੇ 2019 ਚ ਲੱਗਿਆ ਹੋਵੇ, ਚਾਹੇ 2020 ਚ ਲੱਗਿਆ, ਚਾਹੇ 2021 ਚ ਲੱਗਿਆ, ਸਾਰਿਆਂ ਦੇ ਫਾਈਲ ਨੰਬਰ, ਕਿਸੇ ਦੇ ਟੈਂਪਰੇਰੀ ਫਾਈਲ ਨੰਬਰ, ਕਿਸੇ ਦੇ ਪਰਮਨੈਂਟ ਫਾਈਲ ਨੰਬਰਸ ਮੇਰੇ ਕੋਲ ਆਏ ਹਨ। ਕੋਈ ਵੀ ਐਸਾ ਕਲਾਇੰਟ ਨਹੀਂ ਹੈ ਕਿ ਜਿਹਦਾ ਫਾਈਲ ਨੰਬਰ ਨਾ ਆਇਆ ਹੋਵੇ। ਜੀ ਬਿਲਕੁਲ ਜੀ, ਤੁਹਾਡੀਆਂ ਸਾਰੀਆਂ ਗੱਲਾਂ ਜਿਹੜੀਆਂ ਕਲੀਅਰ ਹੋ ਗਈਆਂ। ਜੇ ਤੁਸੀਂ ਨੈਣੀ ਬੇਸ 'ਤੇ ਕੈਨੇਡਾ ਜਾਣਾ ਚਾਹੁੰਦੇ ਹੋ ਪੂਰੇ ਪਰਿਵਾਰ ਸਮੇਤ, ਤਾਂ ਤੁਸੀਂ ਫੁੱਲਫਿਲ ਕਰਦੇ ਹੋ ਕੰਡੀਸ਼ਨਾਂ, ਤਾਂ ਤੁਸੀਂ ਗਲੋਬਲ ਵਿਲੇਜ ਇਮੀਗ੍ਰੇਸ਼ਨ ਸੋਲਿਊਸ਼ਨ ਲਿਮਟਿਡ ਦੇ ਨਾਲ ਸੰਪਰਕ ਕਰ ਸਕਦੇ ਹੋ। ਜੇ ਤੁਸੀਂ ਪੰਜਾਬ ਬੈਠੇ ਹੋ ਤਾਂ ਤੁਸੀਂ ਪੰਜਾਬ ਦੇ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ। ਜੇ ਤੁਸੀਂ ਟੋਰਾਂਟੋ ਕੈਨੇਡਾ ਵਾਲੇ ਏਰੀਏ 'ਚ ਬੈਠੇ ਹੋ, ਚਾਹੇ ਤੁਸੀਂ ਵੈਨਕੂਵਰ ਬੈਠੇ ਹੋ, ਚਾਹੇ ਵਿਨੀਪੈਗ ਬੈਠੇ ਹੋ, ਚਾਹੇ ਦੂਸਰੇ ਪਾਸੇ ਬੈਠੇ ਹੋ, ਤਾਂ ਤੁਸੀਂ ਇਹਨਾਂ ਦੇ ਨਾਲ ਵੀ ਸੰਪਰਕ ਜਿਹੜਾ ਹੈ ਉਹ ਤੁਸੀਂ ਕਰ ਸਕਦੇ ਹੋ। ਸੋ ਬਹੁਤ ਸਾਰੀਆਂ ਜਾਣਕਾਰੀਆਂ ਅੱਜ ਅਸੀਂ ਲੈ ਕੇ ਆਏ ਸੀਗੇ। ਸੋ ਇਹ ਨੈਣੀ ਬੇਸ ਦਾ ਪ੍ਰੋਗਰਾਮ ਸੀ। ਇੱਕ ਹੋਰ ਵੀ ਪ੍ਰੋਗਰਾਮ ਹੈ ਸਟੱਡੀ ਬੇਸ ਦਾ, ਸਟੂਡੈਂਟ ਸਟੱਡੀ ਬੇਸ 'ਤੇ ਜਿਹੜੇ ਜਾਣਾ ਚਾਹੁੰਦੇ ਨੇ, ਤੁਸੀਂ ਉਹਨਾਂ ਵਾਸਤੇ ਵੀ ਕੋਈ ਪ੍ਰੋਗਰਾਮ ਲੈ ਕੇ ਆਏ ਹੋ? ਬਿਲਕੁਲ, ਜਿਹੜੇ ਤਾਂ ਸਟੂਡੈਂਟਸ ਜਿਹੜੇ ਪੰਜਾਬ 'ਚ ਜਾਂ ਇੰਡੀਆ ਜਾਂ ਬਾਹਰਲੇ ਦੇਸ਼ਾਂ ਜਿੱਥੇ ਵੀ ਕੋਈ ਕੈਨੇਡਾ ਆਉਣਾ ਚਾਹੁੰਦੇ ਆ ਪੜ੍ਹਨ ਵਾਸਤੇ, ਮੇਰਾ ਉਹਨਾਂ ਨੂੰ ਇਹ ਇੰਨਾ ਕੁ ਸੁਨੇਹਾ ਮੈਂ ਦੇਣਾ ਚਾਹੁੰਦਾ ਕਿ ਜਿਹੜੇ ਲੋਕ ਬੱਚੇ 12ਵੀਂ ਪਾਸ ਹਨ ਉਹ ਸਾਰੇ ਮੋਡਿਊਲਸ ਵਿੱਚੋਂ 6 ਬੈਂਡ ਲੈਣ। ਓਵਰਆਲ 6 ਬੈਂਡ ਹੋਣ, ਕਿਸੇ ਵੀ ਮੋਡਿਊਲ ਵਿੱਚੋਂ 6 ਬੈਂਡ ਤੋਂ ਥੱਲੇ ਨਾ ਹੋਣ। ਇਸੇ ਤਰ੍ਹਾਂ ਜੇ ਕਿਸੇ ਨੇ ਪੋਸਟ ਗ੍ਰੈਜੂਏਟ ਪ੍ਰੋਗਰਾਮ 'ਚ ਅਪਲਾਈ ਕਰਨਾ ਹੈ, ਓਵਰਆਲ 6.5 ਬੈਂਡ ਅਤੇ ਨੋ ਬੈਂਡ ਲੈਸ ਦੈਨ 6 ਇਹ ਹੋਣੇ ਜ਼ਰੂਰੀ ਹੈ। ਕਈ ਵਾਰੀ ਤੁਹਾਡੇ ਕਿਸੇ ਇੱਕ ਮੋਡਿਊਲ 'ਚੋਂ 5.5 ਆ ਜਾਂਦੀ ਹੈ। ਮੇਰਾ ਇਹ ਕਹਿਣਾ ਹੋਏਗਾ ਕਿ ਤੁਸੀਂ ਮਿਹਨਤ ਕਰਕੇ 6 ਬੈਂਡ ਇੱਕ ਵਾਰ ਫਿਰ ਟਰਾਈ ਕਰ ਲਓ, 6 ਬੈਂਡ ਲਓ, ਕਿਉਂਕਿ 6 ਬੈਂਡ ਲੈਣ ਦੇ ਨਾਲ ਤੁਹਾਡੇ ਜਿਹੜੇ ਵੀਜ਼ਾ ਦੇ ਚਾਂਸਿਸ ਹਨ ਬਹੁਤ ਹਾਈ ਹਨ। ਅਤੇ ਮੈਂ ਆਲ ਓਵਰ ਕੈਨੇਡਾ ਦੇ ਵਿੱਚ ਮੇਰੇ ਕੋਲ ਕੋਈ 45 ਦੇ ਕਰੀਬ ਡਾਇਰੈਕਟ ਕਾਲਜਸ ਹਨ ਜਿਹਦੇ ਵਿੱਚ ਮੈਂ ਤੁਹਾਨੂੰ ਐਡਮਿਸ਼ਨ ਲੈ ਕੇ ਦਿੰਦਾ। ਓਨਟਾਰੀਓ ਵਿੱਚ ਕਾਲਜਸ ਹਨ, ਬ੍ਰਿਟਿਸ਼ ਕੋਲੰਬੀਆ ਵਿੱਚ ਹਨ ਮੇਰੇ ਕੋਲ ਕਾਲਜਸ, ਨੋਵਾ ਸਕੋਸ਼ੀਆ ਅਤੇ ਨਿਊ ਬਰੰਜ਼ਵਿਕ, ਸਸਕਾਚੁਅਨ, ਵਿਨੀਪੈਗ, ਮੇਰੇ ਕੋਲ ਬਹੁਤ ਸਾਰਾ ਆਲ ਓਵਰ ਕੈਨੇਡਾ ਵਿੱਚ ਮੇਰੇ ਕੋਲ ਕਈ ਕਾਲਜਸ ਅਤੇ ਯੂਨੀਵਰਸਿਟੀਜ਼ ਹਨ ਜਿਹਨਾਂ ਨਾਲ ਮੈਂ ਡੀਲ ਕਰਦਾ, ਔਰ ਮੇਰੇ ਥਰੂ ਬਹੁਤ ਸਟੂਡੈਂਟਸ ਸਟੱਡੀ ਵੀਜ਼ਾ ਲੈ ਕੇ ਵੀ ਬਾਹਰ ਪਹੁੰਚਦੇ ਹਨ। ਇਹਦੇ ਨਾਲ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜੇ ਸਟੂਡੈਂਟਸ ਆਲਰੇਡੀ ਕੈਨੇਡਾ ਦੇ ਵਿੱਚ ਪੜ੍ਹਾਈਆਂ ਕਰ ਰਹੇ ਹਨ, ਕੋਈ ਪ੍ਰਾਈਵੇਟ ਕਾਲਜ ਹੈ, ਤੁਹਾਨੂੰ ਪਤਾ ਹੈ ਜੇ ਪ੍ਰਾਈਵੇਟ ਕਾਲਜ ਪੜ੍ਹ ਰਹੇ ਹੋ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲਦਾ, ਪਰ ਕੋਈ ਇਸ ਤਰ੍ਹਾਂ ਦੇ ਕਾਲਜਸ ਹਨ ਤੁਸੀਂ ਕਿਸੇ ਕਮਿਊਨਿਟੀ ਕਾਲਜ ਪੜ੍ਹ ਤਾਂ ਰਹੇ ਹੋ ਪਰ ਤੁਸੀਂ ਮਨ ਮਾਰ ਕੇ ਪੜ੍ਹ ਰਹੇ ਹੋ, ਜਾਂ ਤੁਹਾਡੇ ਬੈਕਲੌਗ ਬਹੁਤ ਹੋ ਗਏ, ਜਾਂ ਤੁਹਾਡੇ ਤੋਂ ਕੋਰਸਿਸ ਕੰਪਲੀਟ ਨਹੀਂ ਹੋ ਰਹੇ, ਕੋਈ ਐਂ ਲੱਗਦਾ ਕਿ ਔਖਾ ਕੋਰਸ ਹੈ। ਅਤੇ ਮੈਂ ਇਹ ਦੱਸਣਾ ਚਾਹੁੰਦਾ ਇੱਕ ਕਾਲਜ ਮੇਰੇ ਕੋਲ ਓਨਟਾਰੀਓ ਦੇ ਵਿੱਚ ਟੋਰਾਂਟੋ ਤੋਂ ਕੋਈ 100 ਕਿਲੋਮੀਟਰ ਦੀ ਦੂਰੀ ਦੇ ਉੱਤੇ ਇੱਕ ਕਮਿਊਨਿਟੀ ਕਾਲਜ ਹੈ ਜਿੱਥੇ ਨਾ ਤਾਂ ਆਇਲਟਸ ਦੀ ਲੋੜ ਹੈ। ਜਿੰਨੇ ਜਨਵਰੀ ਦੇ ਪ੍ਰੋਗਰਾਮ ਬੰਦ ਹੋਏ ਹਨ, ਜੇ ਤੁਸੀਂ ਕਾਲਜ ਨੂੰ ਟ੍ਰਾਂਸਫਰ ਕਰਨਾ ਚਾਹੁੰਦੇ ਹੋ, ਜਿਹੜੇ ਪ੍ਰੋਗਰਾਮ ਬੰਦ ਵੀ ਹੋਏ ਜਨਵਰੀ ਦੇ, ਜਿਹੜਾ ਪ੍ਰੋਗਰਾਮ ਕਹੋਗੇ ਉਸੇ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਐਡਮਿਸ਼ਨ ਲੈ ਕੇ ਦਊਂਗਾ। ਆਇਲਟਸ ਦੀ ਕੋਈ ਲੋੜ ਨਹੀਂ ਕਿ ਜੇ ਤੁਸੀਂ ਕੈਨੇਡਾ 'ਚ ਪਹੁੰਚੇ ਹੋਏ ਸਟੂਡੈਂਟ ਹੋ, ਇੰਟਰਨੈਸ਼ਨਲ ਸਟੂਡੈਂਟ ਹੋ। ਅਤੇ ਜਿਹੜੇ ਸਟੂਡੈਂਟਸ ਪ੍ਰਾਈਵੇਟ ਕਾਲਜਸ ਹਨ ਵਿੱਚ ਪੜ੍ਹ ਰਹੇ ਹਨ ਉਹਨਾਂ ਵਾਸਤੇ ਬਹੁਤ ਸੁਨਹਿਰੀ ਮੌਕਾ ਹੈ, ਕਿਉਂਕਿ ਤੁਸੀਂ ਹੁਣ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈ ਸਕੋਗੇ। ਅੱਜ ਦੀ ਡੇਟ ਦੇ ਵਿੱਚ, ਅੱਜ 9 ਦਸੰਬਰ ਹੋਈ, ਅੱਜ ਮੈਂ 3 ਸਟੂਡੈਂਟਸ ਨੂੰ, ਹਾਲਾਂਕਿ ਪ੍ਰੋਗਰਾਮ ਸਾਰੇ ਬੰਦ ਪਏ, ਜੇ ਤੁਸੀਂ ਆਨਲਾਈਨ ਉਹਨਾਂ ਦੀ ਵੈਬਸਾਈਟ 'ਤੇ ਦੇਖੋ ਸਾਰੇ ਪ੍ਰੋਗਰਾਮ ਬੰਦ ਪਏ, ਪਰ ਮੈਂ ਉਹਨਾਂ ਦੀ ਚੋਇਸ ਦੇ ਪ੍ਰੋਗਰਾਮ ਅੱਜ ਲੈ ਕੇ ਦਿੱਤੇ ਹਨ। ਹਾਲਾਂਕਿ 3 4 5 10 ਦਿਨਾਂ ਤੋਂ ਫਾਈਲ ਉਹਨਾਂ ਦੀ ਚੱਲੀ ਸੀ ਮੇਰੇ ਨਾਲ, ਔਰ ਮੈਂ ਉਹਨਾਂ ਨੂੰ ਜਿਹੜੇ ਪ੍ਰੋਗਰਾਮ ਲੈ ਕੇ ਦਿੱਤੇ। ਸੋ ਇਹ ਬਹੁਤ ਹੀ ਇੱਕ ਸੁਨਹਿਰੀ ਮੌਕਾ ਹੈ। ਜਿਹੜੇ ਸਟੂਡੈਂਟਸ ਆਲਰੇਡੀ ਕੈਨੇਡਾ ਦੇ ਕਿਸੇ ਵੀ ਕੋਨੇ ਵਿੱਚ ਪੜ੍ਹ ਰਹੇ ਹਨ, ਜਾਂ ਤਾਂ ਉਹਨਾਂ ਦਾ ਕੋਰਸ ਨਹੀਂ ਕੰਪਲੀਟ ਹੋ ਰਹੇ, ਜਾਂ ਉਹਨਾਂ ਨੂੰ ਲੱਗਦਾ ਕਿ ਵੀ ਮੈਂ ਇਹਨੂੰ ਕੰਪਲੀਟ ਕਰ ਨਹੀਂ ਸਕਾਂਗਾ, ਜਾਂ ਉਹ ਛੱਡ ਕੇ ਬੈਠੇ ਤਾਂ ਨੌਕਰੀਆਂ ਕਰੀ ਜਾਂਦੀਆਂ। ਤੁਹਾਨੂੰ ਪਤਾ ਵੀ ਹੋਣਾ ਚਾਹੀਦਾ ਕਿ ਜੇ ਤੁਸੀਂ ਨੌਕਰੀਆਂ ਕਰੀ ਜਾਓਗੇ ਇਸ ਤਰ੍ਹਾਂ, ਤਾਂ ਉਹ ਦਿਨ ਦੂਰ ਨਹੀਂ ਕਿ ਜਦੋਂ ਤੁਹਾਨੂੰ ਬਾਹਰ ਨਿਕਲਣਾ ਪਏਗਾ ਦੇਸ਼ ਤੋਂ, ਕਿਉਂਕਿ ਜਿਹੜਾ ਤੁਸੀਂ ਕੰਮ ਕਰਨਾ ਹੈ ਸੀ ਉਹ ਤੁਸੀਂ ਕੰਮ ਕੀਤਾ ਕੋਈ ਨਹੀਂ। ਜੀ ਬਿਲਕੁਲ ਜੀ। ਸੋ ਬੜੀਆਂ ਜਾਣਕਾਰੀਆਂ ਜਿਹੜੀਆਂ ਨੇ ਤੁਹਾਡੀ ਸਾਹਿਬ ਨੇ ਤੁਹਾਡੇ ਸਨਮੁਖ ਰੱਖੀਆਂ। ਦੋਸਤੋ ਮੈਂ ਫਿਰ ਕਹਿਣਾ ਵੀ ਕੈਨੇਡਾ 1 ਨੰਬਰ ਦੇ ਵਿੱਚ ਜਾਓ। ਕੈਨੇਡਾ ਬਹੁਤ ਵਧੀਆ ਮੁਲਕ ਹੈ, ਔਰ ਕੈਨੇਡਾ ਤੁਹਾਡੇ ਸੁਪਨਿਆਂ ਨੂੰ ਪੂਰਾ ਕਰਦਾ ਹੈ। ਕੈਨੇਡਾ ਦੀ ਸਰਕਾਰ ਹੱਥ ਖੋਲ੍ਹ ਕੇ ਬਾਹਾਂ ਫੈਲਾ ਕੇ ਤੁਹਾਡਾ ਵਾਰਮ ਵੈਲਕਮ ਕਰਨ ਨੂੰ ਤਿਆਰ ਹੈ, ਬਸ਼ਰਤੇ ਇਹ ਹੈ ਕਿ ਤੁਸੀਂ ਸਹੀ ਤਰੀਕੇ ਨਾਲ ਪੇਪਰ ਲਾਏ ਹੋਣ, ਸਹੀ ਤਰੀਕੇ ਨਾਲ ਡਾਕੂਮੈਂਟੇਸ਼ਨ ਕੀਤੀ ਹੋਵੇ, ਔਰ ਤੁਹਾਡਾ ਸਹੀ ਸਲਾਹਕਾਰ ਹੋਵੇ। ਸਭ ਤੋਂ ਵੱਡੀ ਗੱਲ ਹੈ ਤੁਹਾਡਾ ਪੇਪਰ ਕੌਣ ਪੁੱਟ ਕਰਦਾ, ਤੁਹਾਨੂੰ ਸਲਾਹ ਕੌਣ ਦੇ ਰਿਹਾ। ਨਹੀਂ ਤਾਂ ਸਬਜ਼ ਬਾਗ ਦਿਖਾਉਣ ਵਾਲੇ ਮਾਰਕੀਟ ਦੇ ਵਿੱਚ ਅਣਗਿਣਤ ਲੋਕ ਫੱਟੇ ਲਾ ਕੇ ਬੈਠੇ ਨੇ ਕਿ ਅਸੀਂ ਤੁਹਾਨੂੰ ਕੈਨੇਡਾ ਭੇਜਾਂਗੇ, ਪਰ ਹੁੰਦਾ ਕੀ ਅਲਟੀਮੇਟ ਕਿ ਉਹ 20-25 ਲੱਖ ਰੁਪਈਆ ਖਾਂਦੇ ਨੇ, ਉਹ ਰਫੂ ਚੱਕਰ ਹੋ ਜਾਂਦੇ ਨੇ, ਔਰ ਹਜ਼ਾਰਾਂ ਲੋਕਾਂ ਦੇ ਪਰਚੇ ਦਰਜ ਨੇ। ਪਰ ਗਲੋਬਲ ਵਿਲੇਜ ਇਮੀਗ੍ਰੇਸ਼ਨ ਸੋਲਿਊਸ਼ਨ ਲਿਮਟਿਡ ਕੰਪਨੀ ਦਾ ਇੱਕ ਮਨੋਰਥ ਹੈ ਕਿ ਤੁਹਾਨੂੰ ਸਹੀ ਤਰੀਕੇ ਦੇ ਨਾਲ ਕੈਨੇਡਾ ਭੇਜਿਆ ਜਾਵੇ। ਜੇ ਤੁਹਾਡਾ ਕੇਸ ਨਹੀਂ ਲੱਗਣ ਵਾਲਾ ਤਾਂ ਸਾਡੇ ਦਫ਼ਤਰ ਵਿੱਚੋਂ, ਇਹਨਾਂ ਦੇ ਦਫ਼ਤਰ ਵਿੱਚੋਂ ਜਿੰਨੇ ਵੀ ਸਟਾਫ ਮੈਂਬਰ ਬੈਠੇ ਨੇ ਉਹ ਤੁਹਾਨੂੰ ਸਾਫ਼ ਕਹਿ ਦੇਣਗੇ ਕਿ ਤੁਸੀਂ ਕੈਨੇਡਾ ਨਹੀਂ ਜਾ ਸਕਦੇ, ਤੁਹਾਡੀ ਡਾਕੂਮੈਂਟੇਸ਼ਨ 'ਚ ਆਹ ਕਮੀ ਹੈ।
ਜੇ ਤੁਹਾਡੇ ਡਾਕੂਮੈਂਟ ਬਿਲਕੁਲ ਸਹੀ ਨੇ ਇਹ ਤਾਂ ਹੀ ਫਾਈਲ ਨੂੰ ਲੈਂਦੇ ਨੇ ਔਰ ਉਸ ਫਾਈਲ ਨੂੰ ਫਿਰ ਪ੍ਰੋਪਰ ਤਰੀਕੇ ਨਾਲ ਟੈਕਨੀਕਲ ਤਰੀਕੇ ਦੇ ਨਾਲ ਕੈਨੇਡੀਅਨ ਗੌਰਮੈਂਟ ਦੇ ਕੋਲੇ ਜਾ ਕੇ ਪੁੱਟ ਕਰਦੇ ਨੇ। ਉਸ ਤੋਂ ਬਾਅਦ ਫਿਰ ਜਵਾਬ ਆਉਂਦਾ ਔਰ ਜਵਾਬ ਵੀ ਪੋਜ਼ਿਟਿਵ ਆਉਂਦਾ। ਸੋ ਇੱਕ ਵਾਰੀ ਫਿਰ ਟੀਵੀ ਸਕਰੀਨ ਤੇ ਇਹਨਾਂ ਦੇ ਨੰਬਰ ਜਿਹੜੇ ਨੇ ਫਲੈਸ਼ ਕੀਤੇ ਹੋਏ ਨੇ। ਤੁਸੀਂ ਨੈਨੀ ਬੇਸ 'ਤੇ ਬਾਹਰ ਜਾਣਾ ਹੈ ਜਾਂ ਤੁਸੀਂ ਸਟੱਡੀ ਬੇਸ 'ਤੇ ਬਾਹਰ ਜਾਣਾ ਹੈ ਤਾਂ ਤੁਸੀਂ ਤੁਹਾਡੀ ਹੋਰ ਕੋਈ ਵੀ ਇਨਕੁਆਇਰੀ ਹੈਗੀ ਹੈ ਤੁਸੀਂ ਇੱਕ ਵਾਰ ਇਹਨਾਂ ਦੇ ਨੰਬਰਾਂ 'ਤੇ ਸੰਪਰਕ ਜ਼ਰੂਰ ਕਰੋ। ਨੰਬਰ ਟੀਵੀ ਸਕਰੀਨ 'ਤੇ ਅਸੀਂ ਫਲੈਸ਼ ਕੀਤੇ ਹੋਏ ਨੇ। ਤੁਸੀਂ ਜਿੰਨੀ ਮਰਜ਼ੀ ਇਨਕੁਆਇਰੀ ਕਰ ਸਕਦੇ ਹੋ। ਤੁਸੀਂ ਆ ਕੇ ਇਹਨਾਂ ਦੇ ਦਫ਼ਤਰ ਮਿਲ ਸਕਦੇ ਹੋ, ਇਹਨਾਂ ਨੂੰ ਪਰਸਨਲੀ ਵਿਜ਼ਿਟ ਕਰ ਸਕਦੇ ਹੋ। ਜੇ ਟੋਰਾਂਟੋ ਵਾਲੇ ਨੇ ਜਾਂ ਕੈਨੇਡਾ ਵਾਲੇ ਨੇ ਟੋਰਾਂਟੋ ਮਿਲ ਸਕਦੇ ਨੇ, ਪੰਜਾਬ ਵਾਲੇ ਪੰਜਾਬ 'ਚ ਮਿਲ ਸਕਦੇ ਨੇ। ਸੋ ਗਲੋਬਲ ਵਿਲੇਜ ਇਮੀਗ੍ਰੇਸ਼ਨ ਸੋਲਿਊਸ਼ਨ ਲਿਮਟਿਡ ਤੁਹਾਡੇ ਲਈ, ਕਿਉਂਕਿ ਵੀਜ਼ਾ ਲਗਾਉਣ ਦਾ ਕਦੇ ਵੀ ਵਾਅਦਾ ਨਹੀਂ ਹੁੰਦਾ। ਵੀਜ਼ਾ ਸਰਕਾਰਾਂ ਨੇ ਦੇਣਾ ਹੁੰਦਾ ਹੈ, ਵੀਜ਼ਾ ਅੰਬੈਸੀਆਂ ਨੇ ਦੇਣਾ ਹੁੰਦਾ ਹੈ। ਜਿਹੜੇ ਕਾਗਜ਼ ਪੁੱਟ ਕਰਨੇ ਹੁੰਦੇ ਨੇ ਉਹ ਇੱਕ ਇਮੀਗ੍ਰੇਸ਼ਨ ਕੰਪਨੀ ਦਾ ਕੰਮ ਹੁੰਦਾ ਹੈ। ਸੋ ਇਸ ਕੰਪਨੀ ਦਾ ਇੱਕੋ ਇੱਕ ਕੰਮ ਹੈ ਕਿ ਸਹੀ ਤਰੀਕੇ ਦੇ ਨਾਲ ਤੁਹਾਡੇ ਪੇਪਰ ਤੁਹਾਡੇ ਤੋਂ ਲੈ ਕੇ ਆਪਣੇ ਡਾਕੂਮੈਂਟ ਲੈ ਕੇ ਤਰੀਕੇ ਦੇ ਨਾਲ ਉਹ ਪੁੱਟ ਕਰਨਾ ਸਰਕਾਰ ਅੱਗੇ ਔਰ ਉਹਨਾਂ ਤੋਂ ਵੀਜ਼ੇ ਦੀ ਪ੍ਰਾਪਤੀ ਕਰਨਾ। ਇੱਕ ਵਾਰੀ ਫਿਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਸਾਡੇ ਪ੍ਰੋਗਰਾਮ ਨੂੰ ਵੇਖ ਰਹੇ ਹੋ ਔਰ ਇਹ ਪ੍ਰੋਗਰਾਮ ਇੱਕ ਜਰਨਲ ਇਨਫੋਰਮੇਸ਼ਨ ਪ੍ਰੋਗਰਾਮ ਹੈ ਕਿ ਤੁਹਾਨੂੰ ਕੈਨੇਡੀਅਨ ਸਰਕਾਰ ਵੱਲੋਂ ਜੋ ਗਾਈਡਲਾਈਨਸ, ਜੋ ਇਨਕੁਆਇਰੀਜ਼, ਜੋ ਪ੍ਰੋਗਰਾਮ ਜਿਹੜੇ ਪਾਇਲਟ ਪ੍ਰੋਗਰਾਮ ਨੇ ਉਹਨੇ ਲਾਂਚ ਕੀਤੇ ਨੇ ਤੁਹਾਨੂੰ ਉਹਦੇ ਬਾਰੇ ਦੱਸਿਆ ਜਾਵੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡੀ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਲਈ ਸਮਾਂ ਕੱਢਿਆ। ਥੈਂਕ ਯੂ ਸੋ ਮਚ ਜੀ। ਜੀ ਸਤਿ ਸ੍ਰੀ ਅਕਾਲ ਜੀ ਦੋਸਤੋ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਕੈਨੇਡਾ ਜਾਣ ਦਾ ਸੁਪਨਾ ਜਿਹੜਾ ਹੈ ਅੱਜ ਹਰ ਇਨਸਾਨ ਪਾਲ ਕੇ ਬੈਠਾ ਔਰ ਕੈਨੇਡਾ ਦੀ ਧਰਤੀ ਦਾ ਸੁਪਨਾ ਲਵੇ ਵੀ ਕਿਉਂ ਨਾ, ਕਿਉਂਕਿ ਕੈਨੇਡਾ ਦੀ ਧਰਤੀ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਦੀ ਹੈ। ਕੈਨੇਡਾ ਦੀ ਧਰਤੀ ਤੁਹਾਨੂੰ ਹਰ ਉਹ ਸਹੂਲਤ ਦਿੰਦੀ ਹੈ ਜਿਹੜੀ ਸਹੂਲਤ ਤੁਸੀਂ ਲੈਣਾ ਚਾਹੁੰਦੇ ਹੋ ਜਾਂ ਜਿਹੜੀ ਸਹੂਲਤ ਦੇ ਤੁਸੀਂ ਸੁਪਨੇ ਲੈਂਦੇ ਹੋ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਤੁਹਾਡੇ ਇਹਨਾਂ ਸੁਪਨਿਆਂ ਨੂੰ ਪੂਰਾ ਕਰੇ ਕੌਣ। ਸਭ ਤੋਂ ਵੱਡਾ ਸਵਾਲ ਹੈ ਕਿ ਤੁਹਾਡੇ ਇਸ ਸੁਪਨਿਆਂ ਨੂੰ ਪੂਰਾ ਕਰੇ ਕੌਣ, ਲੇਕਿਨ ਉਹ ਵੀ ਸਹੀ ਤਰੀਕੇ ਨਾਲ, ਕਿਉਂਕਿ ਗਲਤ ਤਰੀਕੇ ਦੇ ਨਾਲ ਕੈਨੇਡਾ ਨਾ ਤੁਸੀਂ ਜਾ ਸਕਦੇ ਹੋ ਨਾ ਤੁਹਾਨੂੰ ਕੋਈ ਭੇਜ ਸਕਦਾ। ਹਾਂ, ਤੁਸੀਂ ਆਪਣਾ ਲੱਖਾਂ ਰੁਪਈਆ ਬਰਬਾਦ ਤਾਂ ਕਰ ਸਕਦੇ ਹੋ, ਪਰ ਜੇ ਤੁਸੀਂ ਸਹੀ ਤਰੀਕੇ ਦੇ ਨਾਲ ਕਾਨੂੰਨੀ ਸਲਾਹ ਦੇ ਨਾਲ, ਕਾਨੂੰਨੀ ਤਰੀਕੇ ਦੇ ਨਾਲ ਤੇ ਜੋ ਕੈਨੇਡਾ ਦੇ ਗੌਰਮੈਂਟ ਦੀ, ਉੱਥੋਂ ਦੀ ਸਰਕਾਰ ਦੀ ਜੋ ਪਾਲਿਸੀਆਂ ਨੇ, ਅਗਰ ਤੁਸੀਂ ਉਹਨਾਂ ਨੂੰ ਅਡਾਪਟ ਕਰਦੇ ਹੋ ਤਾਂ ਤੁਸੀਂ ਨਿਰਸੰਕੋਚ ਜਿਹੜਾ ਹੈ ਕੈਨੇਡਾ ਦੀ ਧਰਤੀ 'ਤੇ ਪੈਰ ਰੱਖ ਸਕਦੇ ਹੋ, ਉੱਥੇ ਕੰਮ ਵੀ ਕਰ ਸਕਦੇ ਹੋ ਔਰ ਆਪਣੀ ਜ਼ਿੰਦਗੀ ਭਰ ਦੀਆਂ ਖੁਸ਼ੀਆਂ ਨੂੰ ਉੱਥੇ ਬਟੋਰ ਵੀ ਸਕਦੇ ਹੋ। ਉਹ ਸਿਆਣੇ ਕਹਿੰਦੇ ਨੇ ਤੁਸੀਂ ਡਾਲਰ ਵੀ ਤੋੜ ਸਕਦੇ ਹੋ ਜੇ ਤੁਸੀਂ ਹੱਡ ਭੰਨਵੀਂ ਮਿਹਨਤ ਕਰਦੇ ਹੋ। ਇੱਕ ਵਾਰੀ ਫਿਰ ਸਾਡੇ ਨਾਲ ਗਲੋਬਲ ਵਿਲੇਜ ਇਮੀਗ੍ਰੇਸ਼ਨ ਸੋਲਿਊਸ਼ਨਸ ਲਿਮਟਿਡ ਜਿਹੜੇ ਕੰਪਨੀ ਦੇ ਡਾਇਰੈਕਟਰ ਨੇ ਉਹ ਸਾਡੇ ਨਾਲ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਸੋਢੀ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਸ਼ੋਅ ਦੇ ਵਿੱਚ। BBC ਟੋਰਾਂਟੋ ਦੇ ਸਾਰੇ ਲਿਸਨਰਸ ਨੂੰ, ਵਿਊਅਰਸ ਨੂੰ ਹਰਮਨਜੋਤ ਸੋਢੀ ਵੱਲੋਂ ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਅੱਛਾ, ਜਿਹੜਾ ਇੱਕ ਪਾਇਲਟ ਪ੍ਰੋਜੈਕਟ ਨੈਨੀ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ ਜਿਹੜਾ ਪ੍ਰੋਜੈਕਟ ਆਇਆ ਹੈ, ਸੋਢੀ ਸਾਹਿਬ ਥੋੜੀ ਆਵਾਜ਼ ਆਪਣੀ ਉੱਚੀ ਰੱਖੋ ਤਾਂ ਜੋ ਦਰਸ਼ਕਾਂ ਤੱਕ ਤੁਹਾਡੀ ਜਿਹੜੀ ਆਵਾਜ਼ ਆ ਬੜੀ ਸਾਫ਼-ਸਾਫ਼ ਕਲੀਅਰ ਕਰੀ ਪਹੁੰਚੇ। 200 ਟੀਵੀ ਸੈੱਟ ਨੂੰ ਹੁਣ ਟਿਊਨ ਕਰਕੇ ਰੱਖੋ ਔਰ ਟੀਵੀ ਸੈੱਟ ਬਿਲਕੁਲ ਚੇਂਜ ਨਾ ਕਰਿਓ, ਕਿਉਂਕਿ ਤੁਹਾਡੇ ਨਾਲ ਅਸੀਂ ਇਮੀਗ੍ਰੇਸ਼ਨ ਨਾਲ ਰਿਲੇਟਡ ਤੁਸੀਂ ਕੈਨੇਡਾ ਕਿਵੇਂ ਸੈਟਲ ਹੋ ਸਕਦੇ ਹੋ, ਨੈਨੀ ਦੇ ਤਰੀਕੇ ਦੇ ਨਾਲ, ਨੈਨੀ ਬੇਸ 'ਤੇ ਤੁਸੀਂ ਕਿਵੇਂ ਜਾ ਸਕਦੇ ਹੋ, ਕੀ ਕੁਆਲੀਫਿਕੇਸ਼ਨ ਹੈ, ਕਿਵੇਂ ਤੁਸੀਂ ਜਾ ਸਕਦੇ ਹੋ, ਤੁਹਾਡੇ ਨਾਲ ਤੁਹਾਡਾ ਹਸਬੈਂਡ, ਤੁਹਾਡੇ ਪਰਿਵਾਰਕ ਮੈਂਬਰ, ਤੁਹਾਡੇ ਬੱਚੇ ਜਾ ਸਕਦੇ ਜਾਂ ਨਹੀਂ ਜਾ ਸਕਦੇ, ਇਹਨਾਂ ਸਾਰੀ ਕਿਊਰੀਜ਼ ਦੀਆਂ ਆਪਾਂ ਗੱਲਬਾਤ ਕਰਾਂਗੇ ਸੋਢੀ ਸਾਹਿਬ ਨਾਲ। ਸੋਢੀ ਸਾਹਿਬ ਸਭ ਤੋਂ ਪਹਿਲਾਂ ਜਿਹੜਾ ਪ੍ਰੋਜੈਕਟ ਹੈ, ਪਾਇਲਟ ਪ੍ਰੋਜੈਕਟ ਹੈ ਨੈਨੀ ਦਾ ਜਿਹੜਾ ਦੁਬਾਰੇ ਸ਼ੁਰੂ ਹੋਇਆ, ਇਹ ਬੇਸਿਕਲੀ ਹੈ ਕੀ? ਬਿਲਕੁਲ, ਜਿਹੜਾ ਨੈਨੀ ਪ੍ਰੋਗਰਾਮ ਹੈਗਾ ਇਹਦਾ, ਨੈਨੀ ਨੂੰ ਅਸੀਂ ਕਹਿੰਦੇ ਹਾਂ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ। ਇਹਦੇ ਥੱਲੇ ਜਿਹਦੇ ਇੰਪਲੋਇਰਸ ਦੇ ਘਰ ਜਿਹੜੇ ਛੋਟੇ ਬੱਚੇ ਹਨ ਜਾਂ ਕੋਈ ਵੂਮਨ ਪ੍ਰੈਗਨੈਂਟ ਹੈ, ਅਜੇ ਬੱਚਾ ਨਹੀਂ ਪੈਦਾ ਹੋਇਆ, ਪਰ ਜੇ 18 ਸਾਲ ਤੱਕ ਦੇ ਬੱਚਿਆਂ ਦੀ ਉਮਰ ਹੋਏ, ਉਹਨਾਂ ਨੂੰ ਸਾਂਭਣ ਵਾਸਤੇ ਆਲ ਓਵਰ ਦ ਵਰਲਡ ਤੋਂ ਜਿਹੜੀਆਂ ਨੈਨੀਜ਼ ਹਨ ਜਾਂ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਜਿਹੜੀਆਂ ਇੰਪਲੋਈਜ਼ ਹਨ, ਚਾਹੇ ਮੇਲ ਹੋ ਚਾਹੇ ਫੀਮੇਲ ਹੋਏ, ਉਹ ਕੈਨੇਡਾ ਜਾ ਸਕਦੇ। ਇਹ ਪ੍ਰੋਗਰਾਮ 18 ਜੂਨ 2019 ਨੂੰ ਸ਼ੁਰੂ ਹੋਇਆ ਸੀ ਅਤੇ ਇਹਦਾ ਸੀਟਸ ਦਾ ਕੋਟਾ ਹੈਗਾ ਕਿ ਹਰ ਸਾਲ 2750 ਸੀਟਾਂ 1 ਜਨਵਰੀ ਹਰ ਸਾਲ 1 ਜਨਵਰੀ ਨੂੰ ਸ਼ੁਰੂ ਹੁੰਦੀਆਂ ਜੀ। ਸੋ ਜਿਹੜਾ ਇਹ ਕੋਟਾ ਹੈਗਾ 2020 ਦੇ ਵਿੱਚ ਇਹ 2 ਨਵੰਬਰ 2020 ਨੂੰ ਖਤਮ ਹੋ ਗਿਆ, 2750 ਸੀਟਾਂ ਪੂਰੀਆਂ ਹੋ ਗਈਆਂ। 2021 ਦੇ ਵਿੱਚ ਇਹ ਕੋਟਾ 30 ਅਪ੍ਰੈਲ 2021 ਨੂੰ ਖਤਮ ਹੋ ਗਿਆ। ਹੁਣ ਇਹ ਕੋਟਾ ਨਵੇਂ 2750 ਸੀਟਾਂ ਦੇ ਨਾਲ 1 ਜਨਵਰੀ 2022 ਨੂੰ ਸ਼ੁਰੂ ਹੋਏਗਾ। ਸੋ ਇਹਦੇ ਵਿੱਚ ਇਹ ਕਿ ਆਪਣੇ ਕੋਲ ਬਹੁਤ ਹੀ ਥੋੜ੍ਹੇ ਦਿਨ ਰਹਿ ਗਏ ਹੁਣ ਅੱਗੇ,
ਜਿਹੜੇ ਲੋਕਾਂ ਨੇ ਜਾਂ ਜਿਹੜੇ ਲੋਕ ਇਹਦੇ ਚਾਹਵਾਨ ਹੈ ਉਹ ਮੇਰੇ ਨਾਲ ਕਮਿਊਨੀਕੇਟ ਕਰ ਸਕਦੇ, ਮੈਂ ਉਹਨੂੰ ਦੱਸ ਸਕਦਾ ਆਪਾਂ ਨੂੰ ਕਿਹੜੀ ਡਾਕੂਮੈਂਟੇਸ਼ਨ ਚਾਹੀਦੀ ਹੋਏਗੀ ਆਪਣਾ ਕੇਸ ਲਗਾਉਣ ਵਾਸਤੇ 1 ਜਨਵਰੀ 2022 ਨੂੰ। ਜੀ ਅੱਛਾ, ਇਹਦੇ ਵਾਸਤੇ ਜਿਹੜੀ ਕੁਆਲੀਫਿਕੇਸ਼ਨ ਹੈ ਨੈਨੀ ਬੇਸ ਤੇ ਬਾਹਰ ਜਾਣ ਦੀ ਇਸ ਪਾਇਲਟ ਪ੍ਰੋਜੈਕਟ ਦੇ ਵਿੱਚ, ਸਭ ਤੋਂ ਪਹਿਲੀ ਗੱਲ ਜਦੋਂ ਆਪਾਂ ਪ੍ਰਵੇਸ਼ ਕਰਦੇ ਹਾਂ, ਸਭ ਤੋਂ ਪਹਿਲਾਂ ਜਦੋਂ ਅਪਲਾਈ ਕਰਦੇ ਹਾਂ, ਸਭ ਤੋਂ ਪਹਿਲਾ ਵੱਡਾ ਸਵਾਲ ਇਹ ਆਉਂਦਾ ਹੈ ਕਿ ਜਿਹੜਾ ਬੰਦਾ ਜਾਣਾ ਚਾਹੁੰਦਾ ਉਹਦੀ ਕੁਆਲੀਫਿਕੇਸ਼ਨ ਉਹ 10ਵੀਂ ਹੋਵੇ, 12ਵੀਂ ਹੋਵੇ, ਜਾਂ ਕੋਈ ਕੋਰਸ ਕੀਤਾ ਹੋਵੇ ਨੈਨੀ ਦਾ, ਜਾਂ ਕੋਈ ਡਿਪਲੋਮਾ ਡਿਗਰੀ ਹੋਵੇ, ਕੀ ਉਹਦੀ ਕੁਆਲੀਫਿਕੇਸ਼ਨ ਕੀ ਹੈ ਬੇਸਿਕਲੀ? ਇਹ ਜਿਹੜਾ ਨੈਨੀ ਪ੍ਰੋਗਰਾਮ ਦੇ ਥੱਲੇ ਨੈਨੀ ਦੇ 2 ਪ੍ਰੋਗਰਾਮ ਹੈ ਜੀ, ਨੈਨੀ ਐਂਡ ਕੇਅਰ ਗਿਵਰ। ਨੈਨੀ ਨੂੰ ਅਸੀਂ ਕਹਿੰਦੇ ਹਾਂ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ, ਜਿਹੜੇ ਬਜ਼ੁਰਗਾਂ ਨੂੰ ਸਾਂਭਣ ਵਾਲਾ ਉਹਨੂੰ ਕਹਿੰਦੇ ਹੋਮ ਸਪੋਰਟ ਵਰਕਰ। ਜੀ, ਸੋ ਜਿਹੜਾ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ ਹੈ ਜਾਂ ਦੋਨੋਂ ਜਿਹੜੇ ਇਹ ਪ੍ਰੋਗਰਾਮ ਹੈਗੇ, ਇਹਦੇ ਵਿੱਚ ਮਿਨੀਮਮ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ 12+1 ਸਾਲ ਹੋਰ। 1 ਸਾਲ ਚਾਹੇ ਕੋਈ ਟ੍ਰੇਡ ਡਿਪਲੋਮਾ ਹੋਏ, ਕੋਈ ਵੈਰੀਫਾਈਬਲ ਤੁਹਾਡੇ ਕੋਲ ਐਜੂਕੇਸ਼ਨ ਹੋਏ, ਬੈਚਲਰਸ ਹੋਏ, ਮਾਸਟਰਸ ਹੋਏ, PhD ਹੋਏ, ਜਿਹੜੀ ਮਰਜ਼ੀ ਐਜੂਕੇਸ਼ਨ ਤੁਹਾਡੇ ਕੋਲ ਹੋਏ ਤੇ ਤੁਸੀਂ ਇਸ ਪ੍ਰੋਗਰਾਮ ਦੇ ਥੱਲੇ ਕੁਆਲੀਫਾਈ ਕਰ ਜਾਂਦੇ ਹੋ। ਇਹ ਤਾਂ ਹੋਈ ਐਜੂਕੇਸ਼ਨ। ਜੀ, ਦੂਜਾ ਉਹਦੇ ਕੋਲ ਇੰਗਲਿਸ਼ ਦਾ ਪ੍ਰੋਫੀਸ਼ੀਐਂਸੀ ਹੋਏ, ਜਿਹਦੇ ਵਿੱਚ ਸਾਨੂੰ IELTS ਦੇ ਵਿੱਚ CLB 5 ਕਹਿੰਦੇ ਆ। CLB 5 ਦਾ ਮਤਲਬ ਹੈਗਾ ਰੀਡਿੰਗ ਵਿੱਚ ਤੁਹਾਡੇ 4 ਹੋਣ, ਲਿਸਨਿੰਗ, ਰਾਈਟਿੰਗ ਤੇ ਸਪੀਕਿੰਗ ਵਿੱਚ 5 ਬੈਂਡ ਹੋਣੇ ਜ਼ਰੂਰੀ। ਜਾਂ ਸੈਲਫ ਹਿਪ ਇੱਕ ਹੋਰ ਟੈਸਟ ਹੈਗਾ, ਉਹਦੇ ਵਿੱਚ ਸਾਡੇ ਸਾਰੇ ਮੋਡਲਸ ਵਿੱਚੋਂ 5-5 ਨੰਬਰ ਹੋਣੇ ਜ਼ਰੂਰੀ ਹਨ। ਇਹ 2 ਗੱਲਾਂ ਇਹ ਹੋ ਗਈਆਂ। ਤੀਜੀ ਗੱਲ ਹੈਗੀ ਤੁਹਾਡੇ ਕੋਲ ਜਿਹੜੀ ਐਜੂਕੇਸ਼ਨ ਹੈ, ਤੁਸੀਂ 6 ਮਹੀਨੇ ਦਾ ਨੈਨੀ ਕੋਰਸ ਕੀਤਾ ਹੋਏ। ਜੇ ਨੈਨੀ ਕੋਰਸ ਨਹੀਂ ਕੀਤਾ, ਤੁਹਾਡੇ ਕੋਲ ਘੱਟੋ ਘੱਟ 1 ਸਾਲ ਦਾ ਬੱਚੇ ਦਾ ਬਜ਼ੁਰਗਾਂ ਨੂੰ ਸਾਂਭਣ ਦਾ ਐਕਸਪੀਰੀਅੰਸ ਹੋਏ। ਔਰ ਜਿਹੜੀ ਤੁਹਾਡੀ ਡਾਕੂਮੈਂਟੇਸ਼ਨ ਹੈ ਉਹਦੀ ਇਵੈਲੂਏਸ਼ਨ ਹੋਏ। ਵੱਖ-ਵੱਖ ਬਾਡੀਜ਼ ਹਨ, ਜਿਵੇਂ ਕਿ ਵਰਲਡ ਐਜੂਕੇਸ਼ਨ ਸਰਵਿਸਿਜ਼ ਜਾਂ ਵੈਸਟ ਦੇ ਨਾਮ ਨਾਲ ਮਸ਼ਹੂਰ ਹੈਗਾ। ਉਹ ਇੱਕ ਬਾਡੀ ਹੈ ਜਿਹਦੇ ਥੱਲੇ ਤੁਹਾਡੀ ਜਿਹੜੀ ਡਾਕੂਮੈਂਟੇਸ਼ਨ ਹੈਗੀ ਇਹ ਪਤਾ ਲਗਾਉਣ ਵਾਸਤੇ ਕਿ ਤੁਸੀਂ 13 ਜਮਾਤਾਂ ਘੱਟੋ ਘੱਟ ਪਾਸ ਹੋ। ਜੇ ਤੁਸੀਂ 12 ਜਮਾਤਾਂ ਪਾਸ ਹੋ ਔਰ ਤੁਸੀਂ ਇਹ ਪ੍ਰੋਗਰਾਮ ਨੈਨੀ ਦਾ ਪੜ੍ਹੀ ਜਾਂਦੇ ਹੋ ਕਿਤੋਂ ਵੀ, ਤੇ ਤੁਸੀਂ ਕੁਆਲੀਫਾਈ ਨਹੀਂ ਕਰੋਗੇ, ਕਿਉਂਕਿ ਤੁਹਾਡਾ ਜਿਹੜਾ 1 ਸਾਲ ਦਾ ਲੋਕਲ ਕੋਰਸ ਕੀਤਾ ਗਿਆ ਹੈਗਾ ਉਹ ਕੁਆਲੀਫਾਈ ਨਹੀਂ ਹੁੰਦਾ। ਹਾਂ, ਜਿਹੜੇ ਲੋਕਾਂ ਨੇ 12ਵੀਂ ਪਾਸ ਕੀਤੀ ਹੋਈ ਹੈ ਔਰ ਜੇ ਉਹ ਇੱਥੇ ਜਿਵੇਂ 6 ਮਹੀਨੇ ਦਾ ਕੋਰਸ ਕਰਨ ਤਾਂ ਉਹ ਕੁਆਲੀਫਾਈ ਨਹੀਂ ਕਰਦੇ। ਪਰ ਮੇਰੇ ਕੋਲ ਕੈਨੇਡਾ ਦੇ ਵਿੱਚ ਇੱਕ ਕਾਲਜ ਹੈਗਾ ਜਿਹਦੇ ਵਿੱਚ ਤੁਸੀਂ 10 ਮਹੀਨੇ ਦਾ ਟ੍ਰੇਨਿੰਗ ਲੈਣੀ ਹੈ ਤੇ ਸਰਟੀਫਿਕੇਟ ਕੈਨੇਡੀਅਨ ਕਾਲਜ ਹੀ ਤੁਹਾਨੂੰ ਸਰਟੀਫਿਕੇਟ ਦਿੰਦਾ, ਜਿਹੜਾ ਕਿ PSW ਦੇ ਚਾਈਲਡ ਕੇਅਰ ਡਿਪਲੋਮਾ ਦੇ ਨਾਲ ਜਾਣਿਆ ਜਾਂਦਾ ਹੈ। ਤੁਸੀਂ ਇੰਡੀਆ 'ਚ ਹੀ ਬੈਠ ਕੇ ਉਹ ਪ੍ਰੋਗਰਾਮ ਪੜ੍ਹ ਸਕਦੇ ਹੋ। ਜੇ ਤੁਸੀਂ 12ਵੀਂ ਪਾਸ ਹੋ ਤੇ ਉਹ ਪ੍ਰੋਗਰਾਮ ਦੇ ਬਾਅਦ ਉਹਦੀ ਡਾਕੂਮੈਂਟੇਸ਼ਨ ਦੀ ਇਵੈਲੂਏਸ਼ਨ ਵੀ ਨਹੀਂ ਹੁੰਦੀ, ਕਿਉਂਕਿ ਉਹ ਜਿਹੜਾ ਡਾਕੂਮੈਂਟ ਹੈਗਾ ਉਹ ਜਿਹੜਾ ਪੋਸਟ ਸੈਕੰਡਰੀ ਪ੍ਰੋਗਰਾਮ ਹੈਗਾ ਉਹ ਕੈਨੇਡੀਅਨ ਕਾਲਜ ਤੋਂ ਇਸ਼ੂ ਹੁੰਦਾ, ਤਾਂ ਉਹਦੀ ਇਵੈਲੂਏਸ਼ਨ ਕਰਾਉਣ ਦੀ ਲੋੜ ਨਹੀਂ ਪੈਂਦੀ। ਜੀ, ਉਹਦੀ ਜਿਹੜੀ ਕੈਨੇਡਾ ਦਾ ਜਿਹੜਾ 1 ਸਾਲ ਦਾ ਕੋਰਸ ਹੈ ਇਹਦੀ ਫੀਸ ਕਿੰਨੀ ਕੁ ਹੋ ਜਾਂਦੀ ਹੈ ਤਕਰੀਬਨ, ਜੇ ਲਗਭਗ ਕਿਸੇ ਨੇ ਕਰਨਾ ਹੋਵੇ? ਅਪਰੋਕਸੀਮੇਟਲੀ $12,000 ਸਾਲ ਦੀ ਫੀਸ ਹੈ। $4,000 ਤੁਹਾਨੂੰ ਪਹਿਲਾਂ ਦੇਣੇ ਹੁੰਦੇ ਹੈ। ਬਾਕੀ ਜਿਹੜੇ $8,000 ਬਚ ਗਏ ਉਹ ਤੁਸੀਂ $800 ਦੀਆਂ ਆਸਾਨ ਕਿਸ਼ਤਾਂ 10 ਮਹੀਨੇ 'ਚ ਦੇਣੀਆਂ ਹੁੰਦੀਆਂ। ਉਹ ਤੁਹਾਡੇ ਦੇ ਉੱਤੇ, ਤੁਸੀਂ ਸਾਰੀ ਇਕੱਠੀਆਂ ਦੇ ਦਿਓ। ਕਈ ਵਾਰ ਕੀ ਹੁੰਦਾ ਕਿ ਸਟੂਡੈਂਟ ਤੋਂ ਪੜ੍ਹਾਈ ਨਹੀਂ ਹੁੰਦੀ ਜਾਂ ਉਹ ਸੋਚਦਾ ਕਿ ਮੈਂ ਨਹੀਂ ਪੜ੍ਹ ਸਕਦਾ, ਤੇ ਜਿੰਨੇ ਪੈਸੇ ਦਿੱਤੇ ਗਏ ਉਹ ਦਿੱਤੇ ਗਏ, ਉਸ ਤੋਂ ਬਾਅਦ ਤੁਹਾਨੂੰ ਦੇਣ ਦੀ ਕੋਈ ਲੋੜ ਨਹੀਂ। ਜੀ ਅੱਛਾ, ਇੱਕ ਹੋਰ ਵੀ ਸਭ ਤੋਂ ਵੱਡੀ ਇੱਕ ਹੋਰ ਵੀ ਗੱਲ ਹੈਗੀ ਹੈ ਵੀ ਚਲੋ ਇਹ ਤਾਂ ਕੁਆਲੀਫਿਕੇਸ਼ਨ ਦੀ ਗੱਲ ਹੋ ਗਈ, ਚਲੋ ਬੰਦੇ ਨੇ ਮੁੰਡੇ ਨੇ ਜਾਂ ਕੁੜੀ ਨੇ, ਕਿ ਮੁੰਡੇ ਵੀ ਅਪਲਾਈ ਕਰ ਸਕਦੇ ਤੇ ਸਿਰਫ ਕੁੜੀਆਂ ਵਾਸਤੇ ਪ੍ਰੋਗਰਾਮ? ਨਹੀਂ, ਦੇਖੋ ਆਪਾਂ ਜੇ ਕਿਸੇ ਹਸਪੀਟਲ 'ਚ ਜਾਂਦੇ ਹਾਂ ਸਾਨੂੰ ਮੇਲ ਨਰਸਿਸ ਵੀ ਨਜ਼ਰ ਆਉਂਦੀਆਂ ਤੇ ਫੀਮੇਲ ਤਾਂ ਹੁੰਦੀਆਂ ਤਾਂ ਆਪਾਂ ਇਹ ਕਹੀਏ ਕਿ ਜੇ 100 ਦੇ ਵਿੱਚੋਂ 80 ਲੋਕ ਫੀਮੇਲ ਹੈ ਤੇ 20 ਸਾਨੂੰ ਮੇਲ ਨਰਸਿਸ ਵੀ ਨਜ਼ਰ ਆਉਂਦੀਆਂ। ਸੋ ਇਹ ਜਿਹੜਾ ਪ੍ਰੋਗਰਾਮ ਹੈ ਦੋਨੋਂ ਜੈਂਡਰਸ ਵਾਸਤੇ ਇਕੁਅਲੀ ਗੁੱਡ ਹੈ ਔਰ ਇਹਦੇ ਵਿੱਚ ਦੋਨੋਂ ਤਰ੍ਹਾਂ ਦੇ ਮੇਲ ਐਂਡ ਫੀਮੇਲ ਦੋਨੋਂ ਤਰ੍ਹਾਂ ਕੈਨੇਡਾ ਵਿੱਚ ਪਹੁੰਚੇ ਹੋਏ ਹਨ। ਜੀ ਅੱਛਾ, ਤੁਹਾਡੀ ਸਭ ਇੱਕ ਹੋਰ ਮੇਰਾ ਸਵਾਲ ਹੈ, ਮੇਰਾ ਨਹੀਂ ਹੈ, ਇਹ ਦਰਸ਼ਕਾਂ ਦਾ ਸਵਾਲ ਹੈ ਜਿਹੜੇ ਪ੍ਰੋਗਰਾਮ ਇਸ ਸਮੇਂ TV ਚੈਨਲ ਤੇ ਵੇਖ ਰਹੇ ਨੇ। ਉਹ ਕਹਿੰਦੇ ਵੀ ਜੇ ਸਪੋਜ਼ ਕਰੋ ਕੁੜੀ ਪਹਿਲਾਂ ਜਾਂਦੀ ਹੈ ਜਾਂ ਮੁੰਡਾ ਪਹਿਲਾਂ ਜਾਂਦਾ, ਜੇ ਮੰਨ ਲਓ ਸਪੋਜ਼ ਕੋਈ ਕੁੜੀ ਪਹਿਲਾਂ ਜਾਂਦੀ ਹੈ ਤਾਂ ਕੀ ਉਹਦੇ ਨਾਲ ਜਿਹੜੀ ਬਾਕੀ ਫੈਮਿਲੀ ਮੈਂਬਰ ਹੈ ਜਾਂ ਬੱਚੇ ਨੇ ਉਹਦੇ ਇੱਥੇ ਇੰਡੀਆ 'ਚ ਰਹਿੰਦੇ ਨੇ ਜਾਂ ਉਹਦਾ ਘਰ ਵਾਲਾ ਹੈ, ਕੀ ਉਹ ਵੀ ਨਾਲ ਜਾ ਸਕਦੇ ਨੇ ਕਿ ਉਹ ਬਿਲਕੁਲ ਨਹੀਂ ਜਾ ਸਕਦੇ? ਦੇਖੋ, ਜਿਹੜਾ ਇਹ ਪ੍ਰੋਗਰਾਮ 18 ਜੂਨ 2019 ਨੂੰ ਲਾਂਚ ਹੋਇਆ, ਇਸ ਪ੍ਰੋਗਰਾਮ ਦੇ ਥੱਲੇ ਮੀਆਂ ਬੀਵੀ ਬੱਚੇ ਸਮੇਤ ਇੱਕੋ ਵਾਰ ਸਾਰਿਆਂ ਦੀ ਵਰਕ ਪਰਮਿਟ ਤੇ PR ਦੀ ਫਾਈਲ ਇੱਕੋ ਵਾਰ ਹੀ ਲੱਗਦੀ ਹੈ। ਅੱਛਾ। ਔਰ ਇਹ ਚੰਗੇ ਟਾਈਮ 'ਚ ਇਹ ਕਿਹਾ ਗਿਆ ਸੀਗਾ ਕਿ 1 ਸਾਲ ਦੇ ਬਾਅਦ ਸਾਰੀ ਫੈਮਿਲੀ ਨੂੰ ਵਰਕ ਪਰਮਿਟ ਮਿਲੇਗਾ। ਉਹ ਵਰਕ ਪਰਮਿਟ ਤੇ ਕੈਨੇਡਾ ਪਹੁੰਚੇਗੀ। ਉਹ ਵਰਕ ਪਰਮਿਟ ਉਹਨੂੰ ਮਿਲੇਗਾ 36 ਮਹੀਨਿਆਂ ਦਾ। ਜੀ। 2 ਸਾਲ ਉਹਨੇ ਕੰਮ ਕਰਨੇ ਹੋਣਗੇ ਔਰ ਉਹਨੂੰ 2 ਸਾਲ ਕੰਮ ਕਰਨ ਤੋਂ ਬਾਅਦ ਆਪਣੇ ਪੇ ਸਟੱਬਸ ਗਵਰਨਮੈਂਟ ਨੂੰ ਦੇ ਕੇ ਆਪਣੀ ਪਰਮਾਨੈਂਟ ਰੈਜ਼ੀਡੈਂਸੀ ਹਾਸਲ ਕਰਨੀ ਪਏਗੀ ਜਾਂ ਉਹਨੂੰ ਉਸ ਤਰ੍ਹਾਂ ਪਰਮਾਨੈਂਟ ਰੈਜ਼ੀਡੈਂਸੀ ਮਿਲੇਗੀ। ਪਰ ਹੋਇਆ ਕੀ ਹੈ ਕਿ 18 ਜੂਨ 2019 ਨੂੰ ਜਦੋਂ ਪ੍ਰੋਗਰਾਮ ਲਾਂਚ ਹੋਇਆ, ਕਰਦੇ ਕਰਾਂਦੇ ਅਕਤੂਬਰ ਤੋਂ ਫਾਈਲਾਂ ਲੱਗਣੀਆਂ ਸ਼ੁਰੂ ਹੋਈਆਂ। ਅਕਤੂਬਰ 2019 ਵਿੱਚ ਲੱਗਣੀਆਂ ਸ਼ੁਰੂ ਹੋਈਆਂ। ਫਿਰ ਤੁਹਾਨੂੰ ਪਤਾ ਕਿ ਮਾਰਚ 2020 'ਚ ਪੈਂਡੇਮਿਕ ਆ ਗਿਆ, ਕੋਵਿਡ ਆ ਗਿਆ, ਉਹਦੇ ਕਰਕੇ ਥੋੜ੍ਹੀ ਜਿਹੜੀ ਪ੍ਰੋਸੈਸਿੰਗ ਆ ਉਹ ਥੋੜ੍ਹੀ ਸਲੋ ਹੋ ਗਈ। ਔਰ ਇਹਦੇ ਵਿੱਚ ਵੈਸੇ ਤਾਂ ਅਜੇ ਤੱਕ ਕਿਸੇ ਦਾ ਵੀਜ਼ਾ ਆਇਆ ਨਹੀਂ ਹੈ।
ਇਸ ਪ੍ਰੋਗਰਾਮ 'ਚ 2.5-3 ਸਾਲ ਹੋਣ ਨੂੰ ਆਏ ਹੈ, ਪਰ ਗਵਰਨਮੈਂਟ ਨੇ ਟਾਈਮ ਟੂ ਟਾਈਮ ਇਹ ਗੱਲ ਕਹੀ ਹੈ ਕਿ ਜਿਨ੍ਹਾਂ ਲੋਕਾਂ ਨੇ 2020 'ਚ ਫਾਈਲਾਂ ਲਾਈਆਂ ਉਹਨਾਂ ਨੂੰ ਕਿਹਾ ਕਿ ਅਸੀਂ ਡਾਇਰੈਕਟ ਤੁਹਾਨੂੰ ਇਮੀਗ੍ਰੇਸ਼ਨ ਦੇਵਾਂਗੇ। ਜਿਨ੍ਹਾਂ ਕੋਲ ਟੈਂਪਰੇਰੀ ਫਾਈਲ ਨੰਬਰਸ ਆਏ ਹੈ ਤਾਂ ਉਹਨਾਂ ਨੂੰ ਇਹ ਡਾਇਰੈਕਟ ਇਮੀਗ੍ਰੇਸ਼ਨ ਦੇਣਗੇ। ਉਹਦੀ ਵਰਕ ਪਰਮਿਟ ਜਿਹੜਾ 2 ਸਾਲ ਦਾ ਵਰਕ ਪਰਮਿਟ ਉਹ ਵੀ ਨਹੀਂ ਹੋਏਗਾ। ਬਸ ਇਹ ਹੈ ਕਿ ਜਦੋਂ ਟੈਂਪਰੇਰੀ ਫਾਈਲਸ ਨੂੰ ਚੁੱਕਣਗੇ ਉਹਨੂੰ ਦੇਖਣਗੇ ਕਿ ਕੰਪਲੀਟ ਹੈਗੀ ਫਾਈਲ ਕਿ ਨਹੀਂ। ਕੰਪਲੀਟ ਤੋਂ ਮੇਰਾ ਮਤਲਬ ਹੈਗਾ ਕਿ ਕੀ ਐਪਲੀਕੇਸ਼ਨ ਫਾਰਮਸ ਪੂਰੇ ਪ੍ਰੋਪਰ ਲੱਗੇ हैं, ਕੀ ਫੀਸ ਪੂਰੀ ਪ੍ਰੋਪਰ ਹੈ, ਐਜੂਕੇਸ਼ਨ ਡਾਕੂਮੈਂट्स ठीक ठाक हैं, सारे डॉक्यूमेंट साइन हुए हैं, जी एप्लीकेशन प्रॉपर साइन हुई है। जे कंप्लीट होएगी एप्लीकेशन, उसी एप्लीकेशन ਨੂੰ डायरैक्ट वीज़ा मिलेगा, परमानेंट रेजिडेंसी मिलेगी। ये सिर्फ 2020 ਦੀਆਂ ਐਪਲੀਕੇਸ਼ਨਸ ਹੈ। ਜਿਹੜੇ 2019 ਹੈਗੀਆਂ ਐਪਲੀਕੇਸ਼ਨ ਮੇਰੇ ਕੋਲ ਵੀ ਕਈ ਐਪਲੀਕੇਸ਼ਨ ਲੱਗੀਆਂ, ਉਹਦੇ ਵਿੱਚ ਹੁਣ ਕਮਿਊਨੀਕੇਸ਼ਨ ਸ਼ੁਰੂ ਕਰ ਦਿੱਤੀ ਹੈ ਗਵਰਨਮੈਂਟ ਨੇ। ਉਹਨਾਂ ਨੇ ਕੋਈ ਡਾਕੂਮੈਂਟੇਸ਼ਨ ਹੋਰ ਮੰਗ ਲਿੱਤੀ ਹੈ ਇਹ ਦੇਖਣ ਵਾਸਤੇ ਜਿਨ੍ਹਾਂ ਨੇ ਬਜ਼ੁਰਗਾਂ ਦੇ ਵਾਸਤੇ ਲਗਾਇਆ ਸੀ ਕਿ ਬਜ਼ੁਰਗ ਅਜੇ ਵੀ ਜ਼ਿੰਦਾ ਹਨ, ਜਾਂ ਕਈ ਵਾਰੀ ਜੇ ਨਹੀਂ ਵੀ ਬਜ਼ੁਰਗ ਰਹੇ ਤੇ ਉਹਦੇ ਵਾਸਤੇ ਉਹਨਾਂ ਦੀ ਜਿਹੜੀ ਫਾਈਲ ਹੈਗੀ, ਫਾਈਲਿੰਗ ਜਿਹੜੀ ਹੈ ਦੁਬਾਰਾ ਤੋਂ ਆਪਾਂ ਜਿਹੜਾ ਇੰਪਲੋਇਰ ਹੈਗਾ ਉਹ ਬਦਲ ਕੇ ਅਜੇ ਵੀ ਫਾਈਲ ਉਹਨਾਂ ਦੀ ਕਿਊ ਦੇ ਵਿੱਚ ਹੀ ਹੈ, ਉਹਦੇ ਵਾਸਤੇ ਠੀਕ ਠਾਕ ਉਹ ਚੱਲ ਰਿਹਾ। ਤੇ ਜਿਨ੍ਹਾਂ ਨੇ 2021 ਦੇ ਵਿੱਚ ਅਪਲਾਈ ਕੀਤਾ ਉਹਨਾਂ ਦੀ ਵੀ ਪ੍ਰੋਸੈਸਿੰਗ ਹੋ ਰਹੀ ਹੈ। ਆਸ ਹੈਗੀ ਕਿ ਹੋਰ 7-8 ਮਹੀਨੇ ਤੱਕ ਰਿਜ਼ਲਟ ਆਉਣੇ ਸ਼ੁਰੂ ਹੋ ਜਾਣਗੇ। ਪ੍ਰੋਸੈਸਿੰਗ ਚੱਲ ਰਹੀ ਹੈ, ਸਲੋਲੀ ਚੱਲ ਰਹੀ ਹੈ ਪਰ ਚੱਲ ਰਹੀ ਹੈ। ਜੀ ਬਿਲਕੁਲ ਜੀ, ਹਾਂ ਸੋਢੀ ਸਾਹਿਬ ਨਾਲ ਸਾਡੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ। ਤੇ ਦੋਸਤੋ ਅਸੀਂ ਫ਼ੋਨ ਨੰਬਰ ਇਹਨਾਂ ਦਾ ਅਸੀਂ ਫਲੈਸ਼ ਕੀਤਾ ਹੋਇਆ ਹੈ ਗਲੋਬਲ ਵਿਲੇਜ ਵਾਲਿਆਂ ਦਾ, ਜਿਨ੍ਹਾਂ ਦਾ ਮੋਹਾਲੀ ਦੇ ਵਿੱਚ 6 ਫੇਸ ਦੇ ਵਿੱਚ ਵੀ ਦਫ਼ਤਰ ਹੈ। ਔਰ ਜਿਹੜੇ ਕੈਨੇਡਾ ਵਾਲੇ ਨੇ ਉਹ ਟੋਰਾਂਟੋ ਦੇ ਨੰਬਰ 'ਤੇ ਵੀ ਸੰਪਰਕ ਕਰ ਸਕਦੇ ਨੇ। ਉਸੇ ਨੰਬਰ 'ਤੇ WhatsApp ਚੱਲਦਾ ਹੈ, ਔਰ ਤੁਸੀਂ WhatsApp ਕਾਲ ਕਰਨੀ ਹੈ WhatsApp ਕਾਲ ਵੀ ਕਰ ਸਕਦੇ ਹੋ। ਦੂਸਰੀ ਰੈਂਡਮ ਕਾਲ ਕਰਨੀ ਹੈ, ਰੈਂਡਮ ਕਾਲ ਕਰਕੇ ਵੀ ਪੂਰੀ ਜਾਣਕਾਰੀ ਤੁਸੀਂ ਹਾਸਲ ਕਰ ਸਕਦੇ ਹੋ। ਜੇ ਤੁਸੀਂ ਆਪਣੇ ਮੁੰਡੇ ਨੂੰ ਜਾਂ ਕਿਸੇ ਕੁੜੀ ਨੂੰ ਨੈਨੀ ਬੇਸ 'ਤੇ ਜਿਹੜਾ ਕਿ ਪਾਇਲਟ ਪ੍ਰੋਜੈਕਟ ਹੁਣ ਸ਼ੁਰੂ ਹੋਣ ਜਾ ਰਿਹਾ ਔਰ ਕੁਝ ਕੁ ਦਿਨ ਜਿਹਨੂੰ ਕਹਿ ਸਕਦੇ ਹਾਂ ਆਪਾਂ ਬਾਕੀ ਨੇ, ਵੀ ਜੇ ਤੁਸੀਂ ਹੁਣ ਨਾ ਗਏ ਤਾਂ ਸ਼ਾਇਦ ਤੁਸੀਂ ਕਦੇ ਵੀ ਨਹੀਂ ਜਾ ਸਕਦੇ। ਸੋ ਇਸ ਕਰਕੇ ਇੱਕ ਵਾਰੀ ਜ਼ਰੂਰ ਸਲਾਹ ਮਸ਼ਵਰਾ ਜ਼ਰੂਰ ਕਰੋ। ਤੁਸੀਂ ਜਿੰਨੀ ਮਰਜ਼ੀ ਜਾਣਕਾਰੀ ਹਾਸਲ ਇਹਨਾਂ ਦੇ ਦਫ਼ਤਰ ਦੇ ਵਿੱਚ ਤੁਸੀਂ ਕਰ ਸਕਦੇ ਹੋ ਫ਼ੋਨ 'ਤੇ। ਇਹਨਾਂ ਦੇ ਫ਼ੋਨ ਨੰਬਰ ਅਸੀਂ ਰੈਗੂਲਰ TV ਸਕਰੀਨ 'ਤੇ ਫਲੈਸ਼ ਜਿਹੜੇ ਹੋਏ ਨੇ ਉਹ ਕੀਤੇ ਹੋਏ ਨੇ। ਅੱਛਾ, ਇੱਕ ਹੋਰ ਵੀ ਸਭ ਤੋਂ ਵੱਡੀ ਇੱਕ ਗੱਲ ਹੈਗੀ ਹੈ, ਜਦੋਂ ਨੈਨੀ ਬੇਸ 'ਤੇ ਬੰਦਾ ਜਾਂਦਾ ਹੈ ਜਾਂ ਉੱਥੇ ਜੋਬ ਕਰਦਾ ਹੈ, ਉਸ ਵਾਰ ਜੋਬ ਤੋਂ ਬਾਅਦ ਤੁਸੀਂ ਗੱਲ ਕਰ ਰਹੇ ਸੀ ਵੀ ਉਹ ਕਿਤੇ ਹੋਰ ਵੀ ਜੋਬ ਕਰ ਸਕਦੇ, ਇਹੀ ਗੱਲ ਕਰ ਰਹੇ ਸੀ ਨਾ ਤੁਸੀਂ? ਨਹੀਂ, ਮੈਂ ਇਹ ਨਹੀਂ ਕਹਿ ਰਿਹਾ ਸੀ ਕਿ ਮੈਂ ਇਹ ਗੱਲ ਕਹਿ ਰਿਹਾ ਸੀ ਕਿ ਜਦੋਂ ਉਹ ਕਿਸੇ ਦੇ ਘਰ ਜਾ ਕੇ ਉਹਨੇ ਨੌਕਰੀ ਕਰਨੀ ਸ਼ੁਰੂ ਕੀਤੀ, ਆਪਣੇ ਉਹਦੇ ਬੱਚੇ ਸਾਂਭ ਰਹੇ ਜਾਂ ਬਜ਼ੁਰਗ ਸਾਂਭ ਰਹੇ ਹੈ, ਜੇ ਲੱਗਦਾ ਕਿ ਜੇ ਤੁਹਾਨੂੰ ਸਿਰਫ 40 ਘੰਟੇ ਕੰਮ ਕਰਨਾ ਹੈ, ਤੁਹਾਨੂੰ ਲੱਗਦਾ ਕਿ ਉਹ 40 ਦੀ ਬਜਾਏ 50 ਘੰਟੇ ਕੰਮ ਕਰਾ ਰਿਹਾ ਤੇ ਕੰਮ ਪੇਮੈਂਟ ਤੁਹਾਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਿਹਾ, ਤੁਸੀਂ ਆਪਣਾ ਇੰਪਲੋਇਰ ਬਦਲ ਵੀ ਸਕਦੇ ਹੋ। ਓਕੇ, ਉਹ ਰਿਸਟ੍ਰਿਕਟਿਡ ਓਪਨ ਵਰਕ ਪਰਮਿਟ ਮਿਲਦਾ ਹੈ। ਜਿਹੜੀ ਇਹ ਪ੍ਰਿੰਸੀਪਲ ਐਪਲੀਕੈਂਟ ਹੈ ਜਿਹਨੇ ਕਿ ਨਰਸਿੰਗ, ਜਿਹਨੇ ਕਿ ਬੱਚੇ ਜਾਂ ਬਜ਼ੁਰਗ ਸਾਹਮਣੇ ਹੈ, ਉਹਨੂੰ ਇਹ ਪ੍ਰਿੰਸੀਪਲ ਐਪਲੀਕੈਂਟ ਅਸੀਂ ਕਹਿ ਰਹੇ ਹਾਂ ਕਿ ਉਹ ਆਪਣਾ ਜਿਹੜੀ ਜੋਬ ਹੈ ਉਹ ਬਦਲ ਵੀ ਸਕਦੀ ਹੈ ਜੇ ਉਹਨੂੰ ਲੱਗੇ ਵੀ ਉਹਨੂੰ ਮਿਸਯੂਜ਼ ਹੋ ਰਿਹਾ ਜਾਂ ਉਹਦਾ ਜ਼ਿਆਦਾ ਕੰਮ ਲਿਆ ਜਾ ਰਿਹਾ, ਪੇਮੈਂਟ ਉਹਨੂੰ ਘੱਟ ਕੀਤੀ ਜਾ ਰਹੀ ਹੈ। ਤੇ ਉਹਦੇ ਨਾਲ ਜਿਹੜਾ ਉਹਦਾ ਨਾਲ ਉਹਦੇ ਸਪਾਊਸ ਗਿਆ ਹੁੰਦਾ ਹੈ ਉਹਨੂੰ ਮਿਲਦਾ ਓਪਨ ਵਰਕ ਪਰਮਿਟ, ਤੇ ਉਹ ਜਿੱਥੇ ਮਰਜ਼ੀ ਕੰਮ ਕਰ ਸਕਦਾ। ਜਿਹੜੇ ਬੱਚੇ ਹੈਗੇ ਉਹਨਾਂ ਦੀ ਵੱਖ-ਵੱਖ ਉਮਰ ਦੇ ਹਿਸਾਬ ਦੇ ਨਾਲ ਉਹਨਾਂ ਨੂੰ, ਕਿਸੇ ਨੂੰ ਸਟੱਡੀ ਪਰਮਿਟ ਮਿਲਦਾ, ਕਿਸੇ ਨੂੰ ਕਿਹੜਾ ਵਿਜ਼ਟਰ 'ਤੇ ਜਾ ਰਿਹਾ, ਕਿਸੇ ਬੱਚੇ ਨੂੰ ਵੀ ਓਪਨ ਵਰਕ ਪਰਮਿਟ ਮਿਲ ਸਕਦਾ ਜੀ। ਅੱਛਾ, ਕਿੰਨਾ ਸਮਾਂ ਕਿੰਨਾ ਲੱਗਦਾ ਜੇ ਸਪੋਜ਼ ਕਰੋ ਤੁਹਾਡੀ ਕੰਪਨੀ ਦੇ ਥਰੂ ਕੋਈ ਬੰਦਾ ਅਪਲਾਈ ਕਰਦਾ ਨੈਨੀ ਬੇਸ 'ਤੇ ਕੈਨੇਡਾ ਜਾਣ ਲਈ, ਤਾਂ ਇਹਦਾ ਸਮਾਂ ਕਿੰਨਾ ਹੈ, ਪੀਰੀਅਡ ਕਿੰਨਾ ਲੱਗਦਾ? ਦੇਖੋ, ਵੈਸੇ ਤਾਂ ਮਤਲਬ ਮੇਰੇ ਥਰੂ ਜਾਏ ਜਾਂ ਕਿਸੇ ਦੇ ਹੋਰ ਥਰੂ ਵੀ ਜਾਏ, ਉਹਦੇ 'ਚ ਇਸ ਤਰ੍ਹਾਂ ਹੈ ਕਿ ਜੋ ਟਾਈਮ ਲੱਗਣਾ ਉਹ ਤਾਂ ਲੱਗਣਾ ਹੈ। ਗਵਰਨਮੈਂਟ ਪਹਿਲਾਂ ਕਹਿੰਦੀ ਸੀ ਕਿ ਵੀ 1 ਸਾਲ ਦੇ ਵਿੱਚ ਨਿਪਟਾਰਾ ਹੋ ਜਾਏਗਾ। ਕਿਉਂ? ਪੈਂਡੇਮਿਕ ਆਉਣ ਦੇ ਕਰਕੇ ਪਿਛਲੇ 3 ਸਾਲ ਤੋਂ ਜਾਂ 2.5-3 ਸਾਲ ਤੋਂ ਕਿਸੇ ਦਾ ਵੀ ਵੀਜ਼ਾ ਵਰਕ ਪਰਮਿਟ ਅਜੇ ਨਹੀਂ ਲੱਗਿਆ। ਪਰ ਇਹ ਪ੍ਰੋਗਰਾਮ ਹੀ ਇੰਨਾ ਚੰਗਾ ਹੈ ਕਿ ਸਿਰਫ 5 ਬੈਂਡ ਆਲਰਸ ਦੇ ਵਿੱਚ ਜਿਹੜੀ ਤੁਹਾਡੀ ਐਜੂਕੇਸ਼ਨ ਹੈ ਸਾਰਾ 12+1, ਅਤੇ ਜਿਹੜਾ ਤੁਹਾਡੀ ਐਕਸਪੀਰੀਅੰਸ ਹੈ ਤੁਹਾਡੇ ਕੋਲ ਜੇ ਹੋਏ ਚੰਗੀ ਗੱਲ ਹੈ, ਸਾਲ ਦਾ ਹੋਏ ਤਾਂ ਬਹੁਤ ਹੀ ਚੰਗਾ ਹੈ। 6 ਮਹੀਨੇ ਦੀ ਤੁਹਾਡੀ ਐਜੂਕੇਸ਼ਨ ਲੈ ਕੇ ਤੁਸੀਂ ਕੈਨੇਡਾ ਵਿੱਚ ਨੈਨੀ ਬੇਸ 'ਤੇ ਜਾ ਕੇ ਜਾਂ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ ਜਾਂ ਹੋਮ ਸਪੋਰਟ ਵਰਕਰ ਦੇ ਥੱਲੇ ਜਾ ਕੇ 2 ਸਾਲ ਉੱਥੇ ਕੰਮ ਕਰਕੇ ਆਪਣੀ ਪਰਮਾਨੈਂਟ ਰੈਜ਼ੀਡੈਂਸੀ ਬੜੀ ਆਸਾਨੀ ਨਾਲ ਲੈ ਸਕਦੇ ਹੋ। ਜੀ ਬਿਲਕੁਲ ਜੀ, ਬਿਲਕੁਲ। ਦੇਖੋ, ਤੁਹਾਡੀਆਂ ਸਾਰੀਆਂ ਗੱਲਾਂ ਆਸਾਨ ਅਸੀਂ ਕਰਤੀਆਂ, ਸਾਰੀ ਜਾਣਕਾਰੀ ਤੁਹਾਨੂੰ ਦੇਤੀ, ਲੇਕਿਨ ਬਹੁਤ ਸਾਰੀਆਂ ਜਾਣਕਾਰੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਜਿਹੜੀਆਂ ਫ਼ੋਨ 'ਤੇ ਤੁਸੀਂ ਲੈ ਸਕਦੇ ਹੋ। ਅਗਰ ਤੁਹਾਡੇ ਮਨ ਦੇ ਵਿੱਚ ਕੋਈ ਪ੍ਰਸ਼ਨ ਹੈ, ਤੁਹਾਡੇ ਮਨ ਦੇ ਵਿੱਚ ਕੋਈ ਵੀ ਸ਼ੰਕਾ ਹੈਗੀ ਹੈ, ਤਾਂ ਤੁਸੀਂ ਸੋਢੀ ਸਾਹਿਬ ਨਾਲ ਫ਼ੋਨ 'ਤੇ ਰਾਬਤਾ ਕਾਇਮ ਕਰ ਸਕਦੇ ਹੋ। ਜੇ ਤੁਸੀਂ ਪੰਜਾਬ 'ਚ ਬੈਠੇ ਹੋ ਤਾਂ ਪੰਜਾਬ ਦੇ ਨੰਬਰ ਵੀ ਫਲੈਸ਼ ਕੀਤੇ ਹੋਏ ਨੇ। ਫੇਸ 6 ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਦਫ਼ਤਰ ਹੈ ਔਰ ਪੰਜਾਬ ਸਰਕਾਰ ਤੋਂ ਬਕਾਇਦਾ ਤੌਰ 'ਤੇ ਮਾਨਤਾ ਪ੍ਰਾਪਤ ਇਹਨਾਂ ਦੀ ਏਜੰਸੀ ਹੈ। ਕੋਈ ਡਰ ਖਤਰੇ ਵਾਲੀ ਗੱਲ ਨਹੀਂ ਹੈਗੀ। ਸੋ ਇਸੇ ਕਰਕੇ ਤੁਸੀਂ ਸਹੀ ਨੰਬਰ 'ਤੇ ਸਹੀ ਟਾਈਮ 'ਤੇ ਇਹਨਾਂ ਨਾਲ ਸੰਪਰਕ ਕਰੋ ਔਰ ਕੋਸ਼ਿਸ਼ ਕਰੋ ਕਿ 1 ਨੰਬਰ ਦੇ ਵਿੱਚ ਕੈਨੇਡਾ ਜਾਣ ਦੀ ਕੋਸ਼ਿਸ਼ ਕਰੋ। 2 ਨੰਬਰ ਦੇ ਸੁਪਨੇ ਨਾ ਲਿਆ ਕਰੋ, ਕਿਉਂਕਿ 2 ਨੰਬਰ ਦੇ ਵਿੱਚ ਸਿਰਫ ਤੁਸੀਂ ਜੇਲ੍ਹ ਜਾ ਸਕਦੇ ਹੋ, ਕੈਨੇਡਾ ਨਹੀਂ ਜਾ ਸਕਦੇ। ਅੱਜ ਤੁਸੀਂ ਇਸ ਪ੍ਰੋਜੈਕਟ ਬਾਰੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ? ਮੈਂ ਇਹ ਦੱਸਣਾ
ਦੱਸਣਾ ਚਾਹੁੰਦਾ ਕਿ ਜਿਹੜੇ ਲੋਕ ਵਿਜ਼ਟਰ ਵੀਜ਼ਾ ਦੇ ਉੱਤੇ ਕੈਨੇਡਾ ਆਏ ਹੋਏ ਹਨ ਜਾਂ ਜਿਨ੍ਹਾਂ ਨੇ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਜਾਂ ਹੋਮ ਸਪੋਰਟ ਵਰਕਰ ਦੇ ਵਿੱਚ ਇੰਡੀਆ ਬੈਠ ਕੇ ਆਪਣੀਆਂ ਫਾਈਲਾਂ ਲਾਈਆਂ, ਕਿਉਂਕਿ ਥੋੜ੍ਹੀ ਜਿਹੀ ਫਰਸਟ੍ਰੇਸ਼ਨ ਤਾਂ ਜ਼ਰੂਰ ਹੈ, ਕਿਉਂਕਿ ਜਦੋਂ ਇਹ ਪ੍ਰੋਗਰਾਮ ਸ਼ੁਰੂ ਹੋਇਆ ਸੀ ਇਹ ਕਿਹਾ ਗਿਆ ਸੀ 1 ਸਾਲ ਦੇ ਵਿੱਚ ਨਿਪਟਾਰਾ ਹੋਏਗਾ। ਜਿਵੇਂ ਮੈਂ ਬਾਰ-ਬਾਰ ਦੱਸ ਰਿਹਾ ਕਿ ਪੈਂਡੇਮਿਕ ਕਰਕੇ ਸਾਰੇ ਕੁਝ ਡਿਲੇ ਹੋ ਗਿਆ, ਵੀਜ਼ਾ ਅਫਸਰ ਵੀ ਪੂਰੇ ਫੁੱਲ ਫਲੈਜ ਨਹੀਂ ਆ ਕੇ ਉਹਨਾਂ ਨੇ ਐਪਲੀਕੇਸ਼ਨਸ ਦੇਖੀਆਂ, ਸਾਰੇ ਪ੍ਰੋਗਰਾਮ ਦੇ ਉੱਤੇ ਅਸਰ ਪਿਆ। ਸੋ ਜੇ ਤੁਹਾਡੇ ਕੋਲ ਵਿਜ਼ਟਰ ਵੀਜ਼ਾ ਫੜਿਆ ਹੋਇਆ, ਚਾਹੇ ਤੁਸੀਂ ਇੰਡੀਆ ਵਿੱਚ ਹੀ ਵੀ ਰਹਿ ਰਹੇ ਹੋ, ਤੁਹਾਡੇ ਕੋਲ ਵਿਜ਼ਟਰ ਵੀਜ਼ਾ ਹੈ ਕੈਨੇਡਾ ਪਹੁੰਚਣ ਦਾ, ਜੇ ਤੁਸੀਂ ਥੋੜ੍ਹੇ ਸਮੇਂ ਵਿੱਚ ਕੈਨੇਡਾ ਪਹੁੰਚ ਜਾਂਦੇ ਹੋ ਤੇ ਇੱਕ ਪ੍ਰੋਗਰਾਮ ਦੇ ਥੱਲੇ ਮੈਂ ਤੁਹਾਨੂੰ ਜਿਹੜਾ ਤੁਹਾਡਾ ਵਰਕ ਪਰਮਿਟ ਹੈ ਨੈਨੀ ਦਾ ਜਾਂ ਹੋਮ ਚਾਈਲਡ ਕੇਅਰ ਪ੍ਰੋਵਾਈਡਰ, ਹੋਮ ਸਪੋਰਟ ਵਰਕਰ, ਇਹਦੇ ਅਧੀਨ ਤੁਹਾਨੂੰ ਮੈਂ ਬਹੁਤ ਹੀ ਥੋੜ੍ਹੇ ਸਮੇਂ ਦੇ ਵਿੱਚ ਵਰਕ ਪਰਮਿਟ ਕੈਨੇਡਾ ਪਹੁੰਚਣ ਦੇ ਬਾਅਦ ਲੈ ਕੇ ਦੇ ਸਕਦਾ, ਤਾਂ ਕਿ ਤੁਹਾਨੂੰ ਇੰਡੀਆ 'ਚ ਬੈਠ ਕੇ ਜਾਂ ਹੋਰ ਦੇਸ਼ਾਂ 'ਚ ਬੈਠ ਕੇ ਇੰਤਜ਼ਾਰ ਕਰਨ ਦੀ ਲੋੜ ਨਹੀਂ ਕਿ ਕਦੋਂ ਸਾਡਾ ਵੀਜ਼ਾ ਆਏਗਾ ਤੇ ਕਦੋਂ ਅਸੀਂ ਕੈਨੇਡਾ ਪਹੁੰਚਾਂਗੇ। ਸੋ ਐਟਲੀਸਟ ਇੱਕ ਜਿਹੜੀ ਪ੍ਰਿੰਸੀਪਲ ਐਪਲੀਕੈਂਟ ਹੈ ਜਾਂ ਦੋਨਾਂ ਕੋਲ ਜੇ ਵੀਜ਼ਾ ਫੜਿਆ ਤੇ ਇੱਕ ਨੂੰ ਮੈਂ ਨੈਨੀ ਬੇਸ ਦੇ ਉੱਤੇ ਹੀ ਉਹਨੂੰ ਵਰਕ ਪਰਮਿਟ ਲੈ ਦਾਂਗਾ ਬਹੁਤ ਹੀ ਥੋੜ੍ਹੇ ਸਮੇਂ 'ਚ, 3-3.5 ਮਹੀਨੇ 'ਚ ਮੈਂ ਵਰਕ ਪਰਮਿਟ ਲੈ ਦਾਂਗਾ। ਜਿਹੜਾ ਉਹਦਾ ਸਪਾਊਸ ਹੈ ਉਹਦੇ ਵਾਸਤੇ ਵੀ ਮੇਰੇ ਕੋਲ ਪ੍ਰੋਸੀਜਰ ਹੈ ਕਿ ਉਹਦੇ ਸਪਾਊਸ ਨੂੰ ਮੈਂ ਓਪਨ ਵਰਕ ਪਰਮਿਟ ਲੈ ਕੇ ਦੇ ਸਕਦਾ। ਸੋ ਇਹ ਮੈਂ ਉਹਨਾਂ ਲੋਕਾਂ ਵਾਸਤੇ ਕਹਿ ਰਿਹਾ ਜੋ ਆਲਰੇਡੀ ਜੇ ਤਾਂ ਚਾਹੇ ਉਹ ਵਿਜ਼ਟਰ ਵੀਜ਼ਾ 'ਤੇ ਕੈਨੇਡਾ ਪਹੁੰਚੇ ਹੋਏ ਹੋਣ ਜਾਂ ਉਹਨਾਂ ਕੋਲ ਇੰਡੀਆ ਜਾਂ ਬਾਹਰਲੇ ਦੇਸ਼ਾਂ 'ਚ ਵਿਜ਼ਟਰ ਵੀਜ਼ਾ ਹੈ ਪਰ ਆਪਣੇ ਦੇਸ਼ਾਂ 'ਚ ਬੈਠੇ ਹੁਣ ਤੁਹਾਨੂੰ ਪਤਾ ਕਿ ਹੁਣ ਤਾਂ ਵਿਜ਼ਟਰ ਵੀਜ਼ਾ ਖੁੱਲ੍ਹ ਗਿਆ, ਤੁਸੀਂ ਹੁਣ ਕੈਨੇਡਾ ਜਾ ਸਕ ਰਹੇ ਹੋ ਅਤੇ ਤੁਸੀਂ ਇਹ ਉਪਰਾਲਾ ਕਰਦੇ ਹੋਏ ਜਲਦ ਤੋਂ ਜਲਦ ਕੈਨੇਡਾ ਪਹੁੰਚੋ। ਪਹੁੰਚਣ ਤੋਂ ਪਹਿਲਾਂ ਮੈਨੂੰ ਜ਼ਰੂਰ ਕਮਿਊਨੀਕੇਟ ਕਰ ਲਓ ਮੇਰੇ ਨਾਲ, ਮੈਂ ਇਹ ਦੇਖ ਲਾਂਗਾ ਕਿ ਤੁਸੀਂ ਕੁਆਲੀਫਾਈ ਕਰ ਰਹੇ ਹੋ ਕਿ ਨਹੀਂ ਕਰ ਰਹੇ। ਸੋ ਇਹਦੇ ਬਾਰੇ ਮੈਂ ਜਿਹੜੀ ਤੁਹਾਨੂੰ ਇਨਫੋਰਮੇਸ਼ਨ ਦੇਣਾ ਚਾਹੁੰਦਾ। ਨਾਲ ਇਹ ਵੀ ਦੱਸਣਾ ਚਾਹੁੰਦਾ 1 ਜਨਵਰੀ 2022 ਨੂੰ 2750 ਸੀਟਾਂ ਦੇ ਨਾਲ ਬੱਚਿਆਂ ਨੂੰ ਸਾਂਭਣ ਵਾਲਾ ਜਿਹੜਾ ਪ੍ਰੋਗਰਾਮ ਹੈ ਦੁਆਰਾ ਖੁੱਲ੍ਹ ਰਿਹਾ। ਸੋ ਜੇ ਕਿਸੇ ਕੋਲ ਇਸ ਮੂਮੈਂਟ ਜਦੋਂ ਅਸੀਂ ਗੱਲ ਕਰ ਰਹੇ ਹਾਂ 9 ਦਸੰਬਰ ਨੂੰ, ਜੇ ਕਿਸੇ ਕੋਲ ਸਾਰੇ ਐਜੂਕੇਸ਼ਨਲ ਡਾਕੂਮੈਂਟਸ ਪ੍ਰੋਪਰ ਹੈ, ਕਿਸੇ ਕੋਲ ਵੈਸ ਕਰਾਈ ਹੋਈ ਇਵੈਲੂਏਸ਼ਨ ਹੋਈ ਹੈ, ਤੁਸੀਂ ਨੈਨੀ ਪ੍ਰੋਗਰਾਮ ਪੜ੍ਹਿਆ ਹੋਇਆ ਜਾਂ ਤੁਹਾਡੇ ਕੋਲ ਐਕਸਪੀਰੀਅੰਸ ਹੈ, ਆਇਲਟਸ 'ਚ 5 ਬੈਂਡ ਹੈਗੇ, ਤਾਂ ਤੁਸੀਂ ਮੈਨੂੰ ਜਲਦ ਤੋਂ ਪਹਿਲਾਂ ਕਮਿਊਨੀਕੇਟ ਮੇਰੇ ਨਾਲ ਕਰੋ। ਤੁਹਾਡੀ ਫਾਈਲ ਅਸੀਂ ਕੁਇਕਲੀ ਬਣਾ ਕੇ ਤੁਹਾਨੂੰ 1 ਜਨਵਰੀ ਵਾਸਤੇ ਤਿਆਰ ਰੱਖਾਂਗੇ ਤਾਂ ਕਿ ਤੁਸੀਂ ਆਪਣਾ ਜਿਹੜਾ ਇਹ ਪ੍ਰੋਗਰਾਮ ਦੇ ਥੱਲੇ ਤੁਸੀਂ ਆਪਣਾ ਕੇਸ ਲਗਾ ਸਕੋ। ਸਾਰੀ ਫੈਮਿਲੀ ਦਾ ਇਕੱਠੇ ਹੀ ਲੱਗੇਗਾ ਕੇਸ ਜੇ ਤੁਸੀਂ ਮੈਰਿਡ ਹੋ। ਔਰ ਜੇ 2750 ਸੀਟਾਂ ਦੇ ਵਿੱਚ ਜੇ ਇੱਕ ਫੈਮਿਲੀ 'ਚ 4 ਮੈਂਬਰ ਹੈ ਤਾਂ ਇਹ ਇੱਕ ਸੀਟ ਹੀ ਮੰਨੀ ਜਾਂਦੀ ਹੈ ਇੱਕ ਪੂਰੀ ਫੈਮਿਲੀ। ਤਾਂ 2750 ਸੀਟਾਂ ਦੇ ਵਿੱਚ ਇੱਕ ਫੈਮਿਲੀ ਜੇ ਨਿਕਲਦੀ ਹੈ ਤਾਂ 2749 ਸੀਟਾਂ ਅਜੇ ਵੀ ਬਾਕੀ ਹੈਗੀਆਂ। ਸੋ ਇਹ ਪ੍ਰੋਗਰਾਮ ਬਹੁਤ ਹੀ ਜਲਦੀ ਬੰਦ ਹੋਣ ਵਾਲਾ ਹੈ। ਜੇ ਅਸੀਂ 1 ਜਨਵਰੀ ਨੂੰ ਸ਼ੁਰੂ ਹੋਏਗਾ, ਕਿਉਂਕਿ ਹੁਣ ਇਹ ਫਾਈਲਿੰਗ ਆਨਲਾਈਨ ਹੋ ਗਈ ਹੈ, ਦਸਤੀ ਵੀ ਕਰ ਸਕਦੇ ਪਰ ਉਹ ਕਰਨਾ ਅਸੀਂ ਚਾਹਾਂਗੇ ਨਹੀਂ, ਕਿਉਂਕਿ 1 ਜਨਵਰੀ ਤੋਂ ਅਸੀਂ ਇਹਨੂੰ ਆਨਲਾਈਨ ਫਾਈਲਿੰਗ ਕਰਾਂਗੇ, ਬਹੁਤ ਕੁਇਕ ਹੋਏਗਾ। ਸੋ ਮੈਂ ਇਹ ਗੁਜ਼ਾਰਿਸ਼ ਕਰਦਾ ਸਾਰੇ ਵਿਊਅਰਸ ਨੂੰ ਕਿ ਮੈਨੂੰ ਕੰਟੈਕਟ ਕਰੋ, ਕਿਉਂਕਿ ਮੈਂ ਬਹੁਤ ਸਾਲਾਂ ਤੋਂ ਨੈਨੀ ਪ੍ਰੋਗਰਾਮ ਦੇ ਵਾਸਤੇ ਫਾਈਲਿੰਗ ਕਰ ਰਹੇ ਹਾਂ। ਜੇ ਜਿਹੜੀ ਉਹਨਾਂ ਦੀ ਚੈੱਕਲਿਸਟ ਹੈ ਮੇਰੇ ਹਿਸਾਬ ਨਾਲ ਸਿਰਫ 65% ਹੈਗੀ। ਮੈਂ ਕਈ ਸਾਲਾਂ ਤੋਂ ਹਰ 5 ਸਾਲ ਦੇ ਬਾਅਦ ਇਹ ਪ੍ਰੋਗਰਾਮ ਬਦਲਦਾ ਹੈ, ਨਵੇਂ ਇਹਦੇ ਡਾਕੂਮੈਂਟਸ ਚੈੱਕਲਿਸਟ ਆਉਂਦੀ ਹੈ। ਸੋ ਜਿਹੜੇ ਪੁਰਾਣੇ ਟਾਈਮ ਦੇ ਵਿੱਚ ਜਿਹੜੀ ਡਾਕੂਮੈਂਟ ਚੈੱਕਲਿਸਟ ਸੀ ਉਹਦਾ ਵੀ ਹਵਾਲਾ ਮੈਂ ਨਵੀਂ ਚੈੱਕਲਿਸਟ ਦੇ ਵਿੱਚ ਦਿੰਦੇ ਹੋਏ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਸਾਰਿਆਂ ਦਾ ਫਾਈਲ ਨੰਬਰ ਆਏ। ਮੇਰੇ ਅੱਜ ਤੱਕ ਜਿੰਨੇ ਵੀ ਕੇਸ ਲੱਗੇ ਹੈ, ਚਾਹੇ 2019 'ਚ ਲੱਗਿਆ ਹੋਵੇ, ਚਾਹੇ 2020 'ਚ ਲੱਗਿਆ, ਚਾਹੇ 2021 'ਚ ਲੱਗਿਆ, ਸਾਰਿਆਂ ਦੇ ਫਾਈਲ ਨੰਬਰ, ਕਿਸੇ ਦੇ ਟੈਂਪਰੇਰੀ ਫਾਈਲ ਨੰਬਰ, ਕਿਸੇ ਦੇ ਪਰਮਾਨੈਂਟ ਫਾਈਲ ਨੰਬਰਸ ਮੇਰੇ ਕੋਲ ਆਏ ਹਨ। ਕੋਈ ਵੀ ਐਸਾ ਕਲਾਇੰਟ ਨਹੀਂ ਹੈ ਕਿ ਜਿਹਦਾ ਫਾਈਲ ਨੰਬਰ ਨਾ ਆਇਆ ਹੋਵੇ। ਜੀ ਬਿਲਕੁਲ ਜੀ, ਤੁਹਾਡੀਆਂ ਸਾਰੀਆਂ ਗੱਲਾਂ ਜਿਹੜੀਆਂ ਕਲੀਅਰ ਹੋ ਗਈਆਂ। ਜੇ ਤੁਸੀਂ ਨੈਨੀ ਬੇਸ 'ਤੇ ਕੈਨੇਡਾ ਜਾਣਾ ਚਾਹੁੰਦੇ ਹੋ ਪੂਰੇ ਪਰਿਵਾਰ ਸਮੇਤ ਤਾਂ ਤੁਸੀਂ ਫੁੱਲਫਿਲ ਕਰਦੇ ਹੋ ਕੰਡੀਸ਼ਨਾਂ ਤਾਂ ਤੁਸੀਂ ਗਲੋਬਲ ਵਿਲੇਜ ਇਮੀਗ੍ਰੇਸ਼ਨ ਸੋਲਿਊਸ਼ਨ ਲਿਮਟਿਡ ਦੇ ਨਾਲ ਸੰਪਰਕ ਕਰ ਸਕਦੇ ਹੋ। ਜੇ ਤੁਸੀਂ ਪੰਜਾਬ ਬੈਠੇ ਹੋ ਤਾਂ ਤੁਸੀਂ ਪੰਜਾਬ ਦੇ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ। ਜੇ ਤੁਸੀਂ ਟੋਰਾਂਟੋ ਕੈਨੇਡਾ ਵਾਲੇ ਏਰੀਏ 'ਚ ਬੈਠੇ ਹੋ, ਚਾਹੇ ਤੁਸੀਂ ਵੈਨਕੂਵਰ ਬੈਠੇ ਹੋ, ਚਾਹੇ ਵਿਨੀਪੈਗ ਬੈਠੇ ਹੋ, ਚਾਹੇ ਦੂਸਰੇ ਪਾਸੇ ਬੈਠੇ ਹੋ, ਤਾਂ ਤੁਸੀਂ ਇਹਨਾਂ ਦੇ ਨਾਲ ਵੀ ਸੰਪਰਕ ਜਿਹੜਾ ਹੈ ਉਹ ਤੁਸੀਂ ਕਰ ਸਕਦੇ ਹੋ। ਸੋ ਬਹੁਤ ਸਾਰੀਆਂ ਜਾਣਕਾਰੀਆਂ ਅੱਜ ਅਸੀਂ ਲੈ ਕੇ ਆਏ ਸੀਗੇ। ਸੋ ਇਹ ਨੈਨੀ ਬੇਸ ਦਾ ਪ੍ਰੋਗਰਾਮ ਸੀ। ਇੱਕ ਹੋਰ ਵੀ ਪ੍ਰੋਗਰਾਮ ਹੈ ਸਟੱਡੀ ਬੇਸ ਦਾ, ਸਟੂਡੈਂਟ ਸਟੱਡੀ ਬੇਸ 'ਤੇ ਜਿਹੜੇ ਜਾਣਾ ਚਾਹੁੰਦੇ ਨੇ, ਤੁਸੀਂ ਉਹਨਾਂ ਵਾਸਤੇ ਵੀ ਕੋਈ ਪ੍ਰੋਗਰਾਮ ਲੈ ਕੇ ਆਏ ਹੋ? ਬਿਲਕੁਲ, ਜਿਹੜੇ ਤਾਂ ਸਟੂਡੈਂਟਸ ਜਿਹੜੇ ਪੰਜਾਬ 'ਚ ਜਾਂ ਇੰਡੀਆ ਜਾਂ ਬਾਹਰਲੇ ਦੇਸ਼ਾਂ ਜਿੱਥੇ ਵੀ ਕੋਈ ਕੈਨੇਡਾ ਆਉਣਾ ਚਾਹੁੰਦੇ ਆ ਪੜ੍ਹਨ ਵਾਸਤੇ, ਮੇਰਾ ਉਹਨਾਂ ਨੂੰ ਇਹ ਇੰਨਾ ਕੁ ਸੁਨੇਹਾ ਮੈਂ ਦੇਣਾ ਚਾਹੁੰਦਾ ਕਿ ਜਿਹੜੇ ਲੋਕ ਬੱਚੇ 12ਵੀਂ ਪਾਸ ਹਨ ਉਹ ਸਾਰੇ ਮੋਡਿਊਲਸ ਵਿੱਚੋਂ 6 ਬੈਂਡ ਲੈਣ। ਓਵਰਆਲ 6 ਬੈਂਡ ਹੋਣ, ਕਿਸੇ ਵੀ ਮੋਡਿਊਲ ਵਿੱਚੋਂ 6 ਬੈਂਡ ਤੋਂ ਥੱਲੇ ਨਾ ਹੋਣ। ਇਸੇ ਤਰ੍ਹਾਂ ਜੇ ਕਿਸੇ ਨੇ ਪੋਸਟ ਗ੍ਰੈਜੂਏਟ ਪ੍ਰੋਗਰਾਮ 'ਚ ਅਪਲਾਈ ਕਰਨਾ ਹੈ, ਓਵਰਆਲ 6.5 ਬੈਂਡ ਅਤੇ ਨੋ ਬੈਂਡ ਲੈਸ ਦੈਨ 6 ਇਹ ਹੋਣੇ ਜ਼ਰੂਰੀ ਹੈ। ਕਈ ਵਾਰੀ ਤੁਹਾਡੇ ਕਿਸੇ ਇੱਕ ਮੋਡਿਊਲ 'ਚੋਂ 5.5 ਆ ਜਾਂਦੀ ਹੈ। ਮੇਰਾ ਇਹ ਕਹਿਣਾ ਹੋਏਗਾ ਕਿ ਤੁਸੀਂ ਮਿਹਨਤ ਕਰਕੇ 6 ਬੈਂਡ ਇੱਕ ਵਾਰ ਫਿਰ ਟਰਾਈ ਕਰ ਲਓ, 6 ਬੈਂਡ ਲਓ, ਕਿਉਂਕਿ 6 ਬੈਂਡ ਲੈਣ ਦੇ ਨਾਲ ਤੁਹਾਡੇ ਜਿਹੜੇ ਵੀਜ਼ਾ ਦੇ ਚਾਂਸਿਸ ਹਨ ਬਹੁਤ ਹਾਈ ਹਨ। ਅਤੇ ਮੈਂ ਆਲ ਓਵਰ ਕੈਨੇਡਾ ਦੇ ਵਿੱਚ ਮੇਰੇ ਕੋਲ ਕੋਈ 45 ਦੇ ਕਰੀਬ ਡਾਇਰੈਕਟ ਕਾਲਜਸ ਹਨ ਜਿਹਦੇ 'ਚ ਮੈਂ ਤੁਹਾਨੂੰ ਐਡਮਿਸ਼ਨ ਲੈ ਕੇ ਦਿੰਦਾ। ਓਨਟਾਰੀਓ ਵਿੱਚ ਕਾਲਜਸ ਹਨ, ਬ੍ਰਿਟਿਸ਼ ਕੋਲੰਬੀਆ ਵਿੱਚ ਹਨ ਮੇਰੇ ਕੋਲ ਕਾਲਜਸ, ਨੋਵਾ ਸਕੋਸ਼ੀਆ,
ਤੇ ਨਿਊ ਬ੍ਰੰਸਵਿਕ, ਸਸਕਾਚੁਅਨ, ਵਿਨੀਪੈਗ, ਮੇਰੇ ਕੋਲ ਬਹੁਤ ਸਾਰਾ ਆਲ ਓਵਰ ਕੈਨੇਡਾ ਵਿੱਚ ਮੇਰੇ ਕੋਲ ਕਈ ਕਾਲਜਿਸ ਤੇ ਯੂਨੀਵਰਸਿਟੀਜ਼ ਹਨ ਜਿਨ੍ਹਾਂ ਨਾਲ ਮੈਂ ਡੀਲ ਕਰਦਾ, ਔਰ ਮੇਰੇ ਥਰੂ ਬਹੁਤ ਸਟੂਡੈਂਟਸ ਸਟੱਡੀ ਵੀਜ਼ਾ ਲੈ ਕੇ ਵੀ ਬਾਹਰ ਪਹੁੰਚਦੇ ਹਨ। ਇਹਦੇ ਨਾਲ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜੇ ਸਟੂਡੈਂਟਸ ਆਲਰੇਡੀ ਕੈਨੇਡਾ ਦੇ ਵਿੱਚ ਪੜ੍ਹਾਈਆਂ ਕਰ ਰਹੇ ਹਨ, ਕੋਈ ਪ੍ਰਾਈਵੇਟ ਕਾਲਜ ਹੈ, ਤੁਹਾਨੂੰ ਪਤਾ ਹੈ ਜੇ ਪ੍ਰਾਈਵੇਟ ਕਾਲਜ ਪੜ੍ਹ ਰਹੇ ਹੋ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲਦਾ, ਪਰ ਕੋਈ ਇਸ ਤਰ੍ਹਾਂ ਦੇ ਕਾਲਜਿਸ ਹਨ, ਤੁਸੀਂ ਕਿਸੇ ਕਮਿਊਨਿਟੀ ਕਾਲਜ ਪੜ੍ਹ ਤਾਂ ਰਹੇ ਹੋ ਪਰ ਤੁਸੀਂ ਮਨ ਮਾਰ ਕੇ ਪੜ੍ਹ ਰਹੇ ਹੋ, ਜਾਂ ਤੁਹਾਡੇ ਬੈਕਲੌਗ ਬਹੁਤ ਹੋ ਗਏ, ਜਾਂ ਤੁਹਾਡੇ ਤੋਂ ਕੋਰਸਿਸ ਕੰਪਲੀਟ ਨਹੀਂ ਹੋ ਰਹੇ, ਕੋਈ ਐਂ ਲੱਗਦਾ ਕਿ ਔਖਾ ਕੋਰਸ ਹੈ। ਤੇ ਮੈਂ ਇਹ ਦੱਸਣਾ ਚਾਹੁੰਦਾ ਇੱਕ ਕਾਲਜ ਮੇਰੇ ਕੋਲ ਓਨਟਾਰੀਓ ਦੇ ਵਿੱਚ ਟੋਰਾਂਟੋ ਤੋਂ ਕੋਈ 100 ਕਿਲੋਮੀਟਰ ਦੀ ਦੂਰੀ ਦੇ ਉੱਤੇ ਇੱਕ ਕਮਿਊਨਿਟੀ ਕਾਲਜ ਹੈ, ਜਿੱਥੇ ਨਾ ਤਾਂ ਆਇਲਟਸ ਦੀ ਲੋੜ ਹੈ, ਜਿੰਨੇ ਜਨਵਰੀ ਦੇ ਪ੍ਰੋਗਰਾਮ ਬੰਦ ਹੋਏ ਹਨ, ਜੇ ਤੁਸੀਂ ਕਾਲਜ ਨੂੰ ਟ੍ਰਾਂਸਫਰ ਕਰਨਾ ਚਾਹੁੰਦੇ ਹੋ, ਜਿਹੜੇ ਪ੍ਰੋਗਰਾਮ ਬੰਦ ਵੀ ਹੋਏ ਜਨਵਰੀ ਦੇ, ਜਿਹੜਾ ਪ੍ਰੋਗਰਾਮ ਕਹੋਗੇ ਉਸੇ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਐਡਮਿਸ਼ਨ ਲੈ ਕੇ ਦਊਂਗਾ। ਆਇਲਟਸ ਦੀ ਕੋਈ ਲੋੜ ਨਹੀਂ ਕਿ ਜੇ ਤੁਸੀਂ ਕੈਨੇਡਾ 'ਚ ਪਹੁੰਚੇ ਹੋਏ ਸਟੂਡੈਂਟ ਹੋ, ਇੰਟਰਨੈਸ਼ਨਲ ਸਟੂਡੈਂਟ ਹੋ। ਤੇ ਜਿਹੜੇ ਸਟੂਡੈਂਟਸ ਪ੍ਰਾਈਵੇਟ ਕਾਲਜਿਸ ਹਨ ਵਿੱਚ ਪੜ੍ਹ ਰਹੇ ਹਨ, ਉਹਨਾਂ ਵਾਸਤੇ ਬਹੁਤ ਸੁਨਹਿਰੀ ਮੌਕਾ ਹੈ, ਕਿਉਂਕਿ ਤੁਸੀਂ ਹੁਣ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈ ਸਕੋਗੇ। ਅੱਜ ਦੀ ਡੇਟ ਦੇ ਵਿੱਚ, ਅੱਜ 9 ਦਸੰਬਰ ਹੋਈ, ਅੱਜ ਮੈਂ 3 ਸਟੂਡੈਂਟਸ ਨੂੰ, ਹਾਲਾਂਕਿ ਪ੍ਰੋਗਰਾਮ ਸਾਰੇ ਬੰਦ ਪਏ, ਜੇ ਤੁਸੀਂ ਆਨਲਾਈਨ ਉਹਨਾਂ ਦੀ ਵੈਬਸਾਈਟ 'ਤੇ ਦੇਖੋ ਸਾਰੇ ਪ੍ਰੋਗਰਾਮ ਬੰਦ ਪਏ, ਪਰ ਮੈਂ ਉਹਨਾਂ ਦੀ ਚੋਇਸ ਦੇ ਪ੍ਰੋਗਰਾਮ ਅੱਜ ਲੈ ਕੇ ਦਿੱਤੇ ਹਨ। ਹਾਲਾਂਕਿ 3 4 5 10 ਦਿਨਾਂ ਤੋਂ ਫਾਈਲ ਉਹਨਾਂ ਦੀ ਚੱਲੀ ਸੀ ਮੇਰੇ ਨਾਲ, ਔਰ ਮੈਂ ਉਹਨਾਂ ਨੂੰ ਜਿਹੜੇ ਪ੍ਰੋਗਰਾਮ ਲੈ ਕੇ ਦਿੱਤੇ। ਸੋ ਇਹ ਬਹੁਤ ਹੀ ਇੱਕ ਸੁਨਹਿਰੀ ਮੌਕਾ ਹੈ। ਜਿਹੜੇ ਸਟੂਡੈਂਟਸ ਆਲਰੇਡੀ ਕੈਨੇਡਾ ਦੇ ਕਿਸੇ ਵੀ ਕੋਨੇ ਵਿੱਚ ਪੜ੍ਹ ਰਹੇ ਹਨ, ਜਾਂ ਤਾਂ ਉਹਨਾਂ ਦਾ ਕੋਰਸ ਨਹੀਂ ਕੰਪਲੀਟ ਹੋ ਰਹੇ, ਜਾਂ ਉਹਨਾਂ ਨੂੰ ਲੱਗਦਾ ਕਿ ਵੀ ਮੈਂ ਇਹਨੂੰ ਕੰਪਲੀਟ ਕਰ ਨਹੀਂ ਸਕਾਂਗਾ, ਜਾਂ ਉਹ ਛੱਡ ਕੇ ਬੈਠੇ ਤਾਂ ਨੌਕਰੀਆਂ ਕਰੀ ਜਾਂਦੀਆਂ। ਤੁਹਾਨੂੰ ਪਤਾ ਵੀ ਹੋਣਾ ਚਾਹੀਦਾ ਕਿ ਜੇ ਤੁਸੀਂ ਨੌਕਰੀਆਂ ਕਰੀ ਜਾਓਗੇ ਇਸ ਤਰ੍ਹਾਂ, ਤੇ ਉਹ ਦਿਨ ਦੂਰ ਨਹੀਂ ਕਿ ਜਦੋਂ ਤੁਹਾਨੂੰ ਬਾਹਰ ਨਿਕਲਣਾ ਪਏਗਾ ਦੇਸ਼ ਤੋਂ, ਕਿਉਂਕਿ ਜਿਹੜਾ ਤੁਸੀਂ ਕੰਮ ਕਰਨਾ ਸੀ ਉਹ ਤੁਸੀਂ ਕੰਮ ਕੀਤਾ ਕੋਈ ਨਹੀਂ। ਜੀ ਬਿਲਕੁਲ ਜੀ। ਸੋ ਬੜੀਆਂ ਜਾਣਕਾਰੀਆਂ ਜਿਹੜੀਆਂ ਨੇ ਤੁਹਾਡੀ ਸਾਹਿਬ ਨੇ ਤੁਹਾਡੇ ਸਨਮੁਖ ਰੱਖੀਆਂ। ਦੋਸਤੋ ਮੈਂ ਫਿਰ ਕਹਿਣਾ ਵੀ ਕੈਨੇਡਾ 1 ਨੰਬਰ ਦੇ ਵਿੱਚ ਜਾਓ। ਕੈਨੇਡਾ ਬਹੁਤ ਵਧੀਆ ਮੁਲਕ ਹੈ, ਔਰ ਕੈਨੇਡਾ ਤੁਹਾਡੇ ਸੁਪਨਿਆਂ ਨੂੰ ਪੂਰਾ ਕਰਦਾ ਹੈ। ਕੈਨੇਡਾ ਦੀ ਸਰਕਾਰ ਹੱਥ ਖੋਲ੍ਹ ਕੇ ਬਾਹਾਂ ਫੈਲਾ ਕੇ ਤੁਹਾਡਾ ਵਾਰਮ ਵੈਲਕਮ ਕਰਨ ਨੂੰ ਤਿਆਰ ਹੈ, ਬਸ਼ਰਤ ਇਹ ਹੈ ਕਿ ਤੁਸੀਂ ਸਹੀ ਤਰੀਕੇ ਨਾਲ ਪੇਪਰ ਲਾਏ ਹੋਣ, ਸਹੀ ਤਰੀਕੇ ਨਾਲ ਡਾਕੂਮੈਂਟੇਸ਼ਨ ਕੀਤੀ ਹੋਵੇ, ਔਰ ਤੁਹਾਡਾ ਸਹੀ ਸਲਾਹਕਾਰ ਹੋ। ਸਭ ਤੋਂ ਵੱਡੀ ਗੱਲ ਹੈ ਤੁਹਾਡਾ ਪੇਪਰ ਕੌਣ ਪੁੱਟ ਕਰਦਾ, ਤੁਹਾਨੂੰ ਸਲਾਹ ਕੌਣ ਦੇ ਰਿਹਾ। ਨਹੀਂ ਤਾਂ ਸਬਜ਼ ਬਾਗ ਦਿਖਾਉਣ ਵਾਲੇ ਮਾਰਕੀਟ ਦੇ ਵਿੱਚ ਅਣਗਿਣਤ ਲੋਕ ਫੱਟੇ ਲਾ ਕੇ ਬੈਠੇ ਨੇ ਕਿ ਅਸੀਂ ਤੁਹਾਨੂੰ ਕੈਨੇਡਾ ਭੇਜਾਂਗੇ, ਪਰ ਹੁੰਦਾ ਕੀ ਅਲਟੀਮੇਟ ਕਿ ਉਹ 20-25 ਲੱਖ ਰੁਪਈਆ ਖਾਂਦੇ ਨੇ, ਉਹ ਰਫੂ ਚੱਕਰ ਹੋ ਜਾਂਦੇ ਨੇ, ਔਰ ਹਜ਼ਾਰਾਂ ਲੋਕਾਂ ਦੇ ਪਰਚੇ ਦਰਜ ਨੇ। ਪਰ ਗਲੋਬਲ ਵਿਲੇਜ ਇਮੀਗ੍ਰੇਸ਼ਨ ਸੋਲਿਊਸ਼ਨ ਲਿਮਟਿਡ ਕੰਪਨੀ ਦਾ ਇੱਕ ਮਨੋਰਥ ਹੈ ਕਿ ਤੁਹਾਨੂੰ ਸਹੀ ਤਰੀਕੇ ਦੇ ਨਾਲ ਕੈਨੇਡਾ ਭੇਜਿਆ ਜਾਵੇ। ਜੇ ਤੁਹਾਡਾ ਕੇਸ ਨਹੀਂ ਲੱਗਣ ਵਾਲਾ ਤਾਂ ਸਾਡੇ ਦਫ਼ਤਰ ਵਿੱਚੋਂ, ਇਹਨਾਂ ਦੇ ਦਫ਼ਤਰ ਵਿੱਚੋਂ ਜਿੰਨੇ ਵੀ ਸਟਾਫ ਮੈਂਬਰ ਬੈਠੇ ਨੇ ਉਹ ਤੁਹਾਨੂੰ ਸਾਫ਼ ਕਹਿ ਦੇਣਗੇ ਕਿ ਤੁਸੀਂ ਕੈਨੇਡਾ ਨਹੀਂ ਜਾ ਸਕਦੇ, ਤੁਹਾਡੀ ਡਾਕੂਮੈਂਟੇਸ਼ਨ 'ਚ ਆਹ ਕਮੀ ਹੈ। ਜੇ ਤੁਹਾਡੇ ਡਾਕੂਮੈਂਟ ਬਿਲਕੁਲ ਸਹੀ ਨੇ, ਇਹ ਤਾਂ ਹੀ ਫਾਈਲ ਨੂੰ ਲੈਂਦੇ ਨੇ, ਔਰ ਉਸ ਫਾਈਲ ਨੂੰ ਫਿਰ ਪ੍ਰੋਪਰ ਤਰੀਕੇ ਨਾਲ, ਟੈਕਨੀਕਲ ਤਰੀਕੇ ਦੇ ਨਾਲ ਕੈਨੇਡੀਅਨ ਗੌਰਮੈਂਟ ਦੇ ਕੋਲੇ ਜਾ ਕੇ ਪੁੱਟ ਕਰਦੇ ਨੇ। ਉਸ ਤੋਂ ਬਾਅਦ ਫਿਰ ਜਵਾਬ ਆਉਂਦਾ, ਔਰ ਜਵਾਬ ਵੀ ਪੋਜ਼ਿਟਿਵ ਆਉਂਦਾ। ਸੋ ਇੱਕ ਵਾਰੀ ਫਿਰ TV ਸਕਰੀਨ 'ਤੇ ਇਹਨਾਂ ਦੇ ਨੰਬਰ ਜਿਹੜੇ ਨੇ ਫਲੈਸ਼ ਕੀਤੇ ਹੋਏ ਨੇ। ਤੁਸੀਂ ਨੈਨੀ ਬੇਸ 'ਤੇ ਬਾਹਰ ਜਾਣਾ ਹੈ, ਜਾਂ ਤੁਸੀਂ ਸਟੱਡੀ ਬੇਸ 'ਤੇ ਬਾਹਰ ਜਾਣਾ ਹੈ, ਜਾਂ ਤੁਸੀਂ ਤੁਹਾਡੀ ਹੋਰ ਕੋਈ ਵੀ ਇਨਕੁਆਇਰੀ ਹੈਗੀ ਹੈ, ਤੁਸੀਂ ਇੱਕ ਵਾਰ ਇਹਨਾਂ ਦੇ ਨੰਬਰਾਂ 'ਤੇ ਸੰਪਰਕ ਜ਼ਰੂਰ ਕਰੋ। ਨੰਬਰ TV ਸਕਰੀਨ 'ਤੇ ਅਸੀਂ ਫਲੈਸ਼ ਕੀਤੇ ਹੋਏ ਨੇ। ਤੁਸੀਂ ਜਿੰਨੀ ਮਰਜ਼ੀ ਇਨਕੁਆਇਰੀ ਕਰ ਸਕਦੇ ਹੋ, ਤੁਸੀਂ ਆ ਕੇ ਇਹਨਾਂ ਦੇ ਦਫ਼ਤਰ ਮਿਲ ਸਕਦੇ ਹੋ, ਇਹਨਾਂ ਨੂੰ ਪਰਸਨਲੀ ਵਿਜ਼ਿਟ ਕਰ ਸਕਦੇ ਹੋ। ਜੇ ਟੋਰਾਂਟੋ ਵਾਲੇ ਨੇ ਜਾਂ ਕੈਨੇਡਾ ਵਾਲੇ ਨੇ ਟੋਰਾਂਟੋ ਮਿਲ ਸਕਦੇ ਨੇ, ਪੰਜਾਬ ਵਾਲੇ ਪੰਜਾਬ 'ਚ ਮਿਲ ਸਕਦੇ ਨੇ। ਸੋ ਗਲੋਬਲ ਵਿਲੇਜ ਇਮੀਗ੍ਰੇਸ਼ਨ ਸੋਲਿਊਸ਼ਨ ਲਿਮਟਿਡ ਤੁਹਾਡੇ ਲਈ, ਕਿਉਂਕਿ ਵੀਜ਼ਾ ਲਗਾਉਣ ਦਾ ਕਦੇ ਵੀ ਵਾਅਦਾ ਨਹੀਂ ਹੁੰਦਾ, ਵੀਜ਼ਾ ਸਰਕਾਰਾਂ ਨੇ ਦੇਣਾ ਹੁੰਦਾ ਹੈ, ਵੀਜ਼ਾ ਅੰਬੈਸੀਆਂ ਨੇ ਦੇਣਾ ਹੁੰਦਾ ਹੈ, ਜਿਹੜੇ ਕਾਗਜ਼ ਪੁੱਟ ਕਰਨੇ ਹੁੰਦੇ ਨੇ ਉਹ ਇੱਕ ਇਮੀਗ੍ਰੇਸ਼ਨ ਕੰਪਨੀ ਦਾ ਕੰਮ ਹੁੰਦਾ ਹੈ। ਸੋ ਇਸ ਕੰਪਨੀ ਦਾ ਇੱਕੋ ਇੱਕ ਕੰਮ ਹੈ ਕਿ ਸਹੀ ਤਰੀਕੇ ਦੇ ਨਾਲ ਤੁਹਾਡੇ ਪੇਪਰ ਤੁਹਾਡੇ ਤੋਂ ਲੈ ਕੇ, ਆਪਣੇ ਡਾਕੂਮੈਂਟ ਲੈ ਕੇ ਤਰੀਕੇ ਦੇ ਨਾਲ ਉਹ ਪੁੱਟ ਕਰਨਾ ਸਰਕਾਰ ਅੱਗੇ, ਔਰ ਉਹਨਾਂ ਤੋਂ ਵੀਜ਼ੇ ਦੀ ਪ੍ਰਾਪਤੀ ਕਰਨਾ। ਇੱਕ ਵਾਰੀ ਫਿਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਪ੍ਰੋਗਰਾਮ ਨੂੰ ਵੇਖ ਰਹੇ ਹੋ। ਔਰ ਇਹ ਪ੍ਰੋਗਰਾਮ ਇੱਕ ਜਰਨਲ ਇਨਫੋਰਮੇਸ਼ਨ ਪ੍ਰੋਗਰਾਮ ਹੈ ਕਿ ਤੁਹਾਨੂੰ ਕੈਨੇਡੀਅਨ ਸਰਕਾਰ ਵੱਲੋਂ ਜੋ ਗਾਈਡਲਾਈਨਸ, ਜੋ ਇਨਕੁਆਇਰੀ, ਜੋ ਪ੍ਰੋਗਰਾਮ ਜਿਹੜੇ ਪਾਇਲਟ ਪ੍ਰੋਗਰਾਮ ਨੇ ਉਹਨੇ ਲਾਂਚ ਕੀਤੇ ਨੇ, ਤੁਹਾਨੂੰ ਉਹਦੇ ਬਾਰੇ ਦੱਸਿਆ ਜਾਵੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਲਈ ਸਮਾਂ ਕੱਢਿਆ। ਥੈਂਕ ਯੂ ਸੋ ਮਚ।